KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਲੋਕ ਤੁਹਾਡੇ ਲਈ ਲੋਕ ਸੱਥ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। 12:24 ਹੋਏ ਨੇ। 3 ਫਰਵਰੀ ਦਾ ਦਿਨ ਹੈ, ਬਰਾ 2021 ਦਾ ਬੁੱਧਵਾਰ ਹੈ। 21 ਮਾਘ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਹੋਏਗੀ ਤੁਹਾਡੀ ਇਮੀਗ੍ਰੇਸ਼ਨ ਬਾਰੇ CWC ਤੋਂ, ਤੇ ਉਸ ਤੋਂ ਬਾਅਦ ਖਬਰਾਂ ਤੋਂ ਬਾਅਦ 1 ਵਜੇ ਤੁਹਾਨੂੰ ਚਰਨਪਾਲ ਗਿੱਲ ਹੋਰਾਂ ਦੀ ਜ਼ਿੰਦਗੀ ਦੇ ਬਾਰੇ 5-7 ਮਿੰਟਾਂ ਗੱਲਬਾਤ ਕਰਾਂਗੇ। 1:20 ਤੇ ਕਿਰਪਾਲ ਕਜ਼ਾਕ ਉਹਨਾਂ ਦੀ ਕਹਾਣੀ ਤੁਹਾਡੇ ਸਨਮੁਖ ਹੋਏਗੀ। ਤੇ 1844 247 1550 ਆਉਣੇ ਨੰਬਰ ਹੈ 184424 71550 KRPRadio.com ਤੇ ਸਿੱਧਾ ਪ੍ਰਸਾਰਣ ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸੱਥ ਦੇ ਥੱਲੇ LOKSATTH। ਇੱਥੇ ਤੁਸੀਂ ਸਾਰੇ ਜਿਹੜੇ ਨੇ ਪ੍ਰੋਗਰਾਮ ਬਾਅਦ ਚ ਸੁਣ ਸਕਦੇ ਹੋ। 604-729-1224 6047291224 WhatsApp ਤੇ ਟੈਕਸਟ ਲਈ ਤੁਹਾਡੇ ਲਈ ਨੰਬਰ ਹੈ। ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ। ਸਾਡੇ ਪਿੰਡ ਵਿੱਚ ਤੇਰੇ ਗਲ ਚੀਥੜੇ ਨਹੀਂ ਮੇਰੀ ਇਹ ਜਵਾਨ ਕਣਕੇ, ਕੱਲ ਸ਼ਾਹਾਂ ਦੇ ਗਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ, ਤੂੰ ਵੀ ਬਣ ਗਿਆ ਗਾਵਾਂ ਦਾ ਕਮੰਤਰੀਓ ਮੇਰੇ ਬੇਜਵਾਨ ਢੱਗਿਆ। ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ। ਸਾਡਾ ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ, ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ ਬੋਲ ਨੂੰ ਖੰਗੂਰਾ ਮਾਰ ਕੇ। ਸਾਨੂੰ ਬਿਜਲੀ ਝੰਜੋੜਾ ਇੰਨਾ ਮਾਰਿਆ ਕਿ ਸੱਧਰਾਂ ਨੂੰ ਲਾਂਬੂ ਲੰਗਿਆ। ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ। ਧੀਏ ਕਿਹੜੇ ਨਹੀਂ ਭੜੋਲੇ ਵਿੱਚ ਡੱਕ ਲਾ ਮੈਂ ਤੇਰੀਆਂ ਜਵਾਨ ਸੱਧਰਾਂ, ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ ਹੈ ਸਾਡੀਆਂ ਸਮਾਜੀ ਕਦਰਾਂ। ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛਣਾ ਕਿ ਚੰਨ ਨੂੰ ਸਰਾਪ ਲੱਗਿਆ। ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ। ਸੁੱਕੇ ਜਾਣ ਨਾ ਬੋਲਾਂ ਦੇ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾ। ਅੱਖ ਝਖੜਾ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ 'ਚ ਬਰੂਦ ਵਾਂਗਰਾ। ਹੁਣ ਸਾਡਿਆਂ ਹੀ ਮੱਥਿਆ, ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਬਣਾ ਜੋ ਮਿਹਨਤਾਂ ਨੂੰ ਮਾਖੋ ਲੱਗਿਆ। ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ। ਤੂੜੀ ਵਿੱਚੋਂ ਪੁੱਤ ਜੱਗਿਆ। ਸੰਤ ਰਾਮ ਜੀ ਉਦਾਸੀ ਲਿਖਦੇ ਨੇ। ਕੱਲ ਦਾ ਰਿਆਨਾ ਦਾ ਜਿਹੜਾ ਟਵੀਟ ਆਇਆ ਉਸ ਤੋਂ ਬਾਅਦ ਹੁਣ ਸਾਰੇ ਹੀ ਲੱਗੇ ਹੋਏ ਨੇ, ਜਿੰਨੇ ਵੀ ਕੋਸ਼ਿਸ਼ ਦੇ ਵਿੱਚ ਨੇ। ਹਰੇਕ ਹੀ ਕਹਿੰਦਾ ਕਿ ਹੁਣ ਮੇਰੀ ਗੱਲ ਬਣ ਜਾਏ, ਹੁਣ ਮੇਰੀ ਗੱਲ ਬਣ ਜਾਏ। ਜਿਹੜੇ ਸਰਕਾਰ ਦੀ ਬੋਲੀ ਬੋਲਦੇ ਸੀ ਉਹ ਵੀ ਹੁਣ ਲਿਖ ਰਹੇ ਨੇ। ਬੜਾ ਫਰਕ ਹੈ ਅੰਤਰਰਾਸ਼ਟਰੀ ਪੱਧਰ ਤੇ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਆ 100 ਮਿਲੀਅਨ, ਜਦ ਉਹਨਾਂ ਨੇ ਕੁਝ ਨਾ ਕੁਝ ਲਿਖਣਾ ਹੈ ਬੋਲਣਾ ਹੈ, ਬੜਾ ਫਰਕ ਪੈਂਦਾ। ਤੇ ਇੱਥੇ ਦੀ ਜਿਹੜੀ ਸਾਡੀ ਪੀੜ੍ਹੀ ਹੈ, ਜਿਹੜਾ ਕੁਝ ਉਹਨਾਂ ਨੇ ਕੰਮ ਕੀਤਾ ਹੈ ਉਹਨਾਂ ਲਈ ਧੰਨਵਾਦ ਹੈ ਬਹੁਤ ਬਹੁਤ। ਤੇ ਨਾਲ ਹੀ ਤੁਹਾਨੂੰ ਸੁਨੇਹਾ ਧੀਓ ਪੁੱਤਰੋ, ਤੁਹਾਨੂੰ ਸਥਾਪਿਤ ਲੀਡਰਸ਼ਿਪ ਹੈ ਜਿਹੜੀ ਉਹਨਾਂ ਨੇ ਹੱਥ ਨਹੀਂ ਫੜਾਉਣਾ। ਜੇ ਤੁਸੀਂ ਕਹੋ ਨਾ ਵੀ ਤੁਹਾਨੂੰ ਕਿਸੇ ਵੀ ਜਥੇਬੰਦੀ ਦੇ ਵਿੱਚ ਕੋਈ ਵੀ ਸਮਾਜਿਕ ਧਾਰਮਿਕ ਰਾਜਨੀਤਿਕ ਤੇ ਤੁਹਾਨੂੰ ਕਹਿ ਦੇਣਗੇ ਆ ਜਾਓ, ਨਹੀਂ ਤੁਸੀਂ ਕਾਇਮ ਹੋਵੋ ਆਰਗੇਨਾਈਜ਼ ਹੋਵੋ। ਤੇ ਤੁਹਾਨੂੰ ਮੰਚ ਹੈ ਜਿਹੜਾ ਆ 2 ਘੰਟੇ ਮੇਰੇ ਕੋਲ ਨੇ, ਜਿੰਨਾ ਮਰਜ਼ੀ ਸਮਾਂ ਲੈ ਲਓ, ਮੇਰੇ ਜਿੰਨੀਆਂ ਮਰਜ਼ੀ ਇੰਟਰਵਿਊਆਂ ਕਰ ਲਿਓ, ਮੈਂ ਤੁਹਾਡੇ ਲਈ ਹਰ ਰੋਜ਼ ਸਮਾਂ ਕੱਢੂ। ਪਰ ਕਾਇਮ ਹੋਵੋ। ਜਿਹੜੇ ਹੁਣ ਤੁਸੀਂ ਇਕੱਠੇ ਹੋਏ ਹੋ ਨਾ, ਪਲੀਜ਼ ਇਸ ਤਰ੍ਹਾਂ ਹੀ ਅੱਗੇ ਚੱਲੋ। ਇੱਕ ਇਹਦੇ ਵਿੱਚੋਂ ਕੁਛ ਇਸ ਸੰਘਰਸ਼ ਤੋਂ, ਜਿਵੇਂ ਅੱਜ ਸਰਦਾਰ ਜੁਝਾਰ ਸਿੰਘ ਨਾਲ ਗੱਲ ਹੋਈ ਸਵੇਰੇ, ਇੱਕ ਜਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਧੱਕੇ ਦੇ ਨਾਲ 1984 ਤੋਂ ਬਾਅਦ ਹਥਿਆਰਬੰਦ ਸੰਘਰਸ਼ ਦੇ ਵਿੱਚ ਪਾ ਦਿੱਤਾ, ਤਾਂ ਉਸ ਤੋਂ ਬਾਅਦ ਉਹ ਜਥੇਬੰਦੀ ਖਤਮ ਹੋ ਗਈ। ਖਤਮ ਹੋਣ ਤੋਂ ਬਾਅਦ 50-50 ਸਾਲ ਦੇ ਦਾੜੀਆਂ ਰੰਗ ਕੇ ਉਹਦੇ ਕਨਵੀਨਰ ਬਣ ਗਏ। ਕੋਈ ਉਹਨਾਂ ਨੇ ਆਪਣਾ ਜੁਗਾੜ ਲੱਭ ਲਿਆ, ਕੋਈ SGPC ਦਾ ਮੈਂਬਰ ਬਣ ਗਿਆ। ਤੇ ਇੱਕ ਸਵੇਰੇ 4 ਵਜੇ ਦਰਬਾਰ ਸਾਹਿਬ ਬੈਠਾ ਹੁੰਦਾ, ਉਹ ਪ੍ਰਧਾਨ ਬਣਨ ਨੂੰ ਫਿਰਦਾ। ਦੂਜਾ ਤਿਰਕ ਲਾ ਕੇ ਅਨੰਦਪੁਰ ਸਾਹਿਬ ਬਹਿ ਗਿਆ। ਜੁਗਾੜ ਬੰਨ ਲਏ ਸਾਰਿਆਂ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਮਹਿਤਾ ਜੀ ਤੇ ਚਾਵਲਾ ਜੀ, ਗਰੇਵਾਲ ਜੀ ਤੇ ਜੇ ਤੇ ਬੋ।
ਹੁਣ ਦੁਬਾਰਾ उसका ਨਾਂ ਜਿਹੜਾ ਸੈੱਟ ਕਰਕੇ ਸੱਤ ਦੇ ਤੌਰ ਤੇ ਉਸ ਨੂੰ ਇਹ ਨੌਜਵਾਨ ਮੁੰਡੇ ਲੈ ਕੇ ਆਨੇ ਤੁਸੀਂ ਵੀ ਇੱਥੇ ਪਲੀਜ਼ ਸੈੱਟ ਹੋ ਤੁਸੀਂ ਇੱਥੇ ਜਥੇਬੰਦੀ ਕੋਈ ਸ਼ੁਰੂ ਕਰੋ ਜਿਹੜੀਆਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੇ ਲਈ ਕੰਮ ਕਰੇ ਤੇ ਉਹਦੇ ਲਈ ਫਿਰ ਉਹਨੂੰ ਸਪਰੈਡ ਕਰਨ ਲਈ ਤੇ ਉਸ ਦੇ ਲਈ ਨਾਲ ਹੀ ਤੁਸੀਂ ਜਦ ਉਹਦਾ ਸੁਨੇਹਾ ਦਵਾਂਗੇ ਤਾਂ ਉਸ ਦੇ ਲਈ ਤਾਂ ਉਹਦਾ ਸੁਨੇਹਾ ਦੇਣ ਲਈ ਇਹ ਮੰਚ ਤੋਂ ਜਿੰਨਾ ਮਰਜ਼ੀ ਤੁਸੀਂ ਜਿਹੜਾ ਉਹ ਕੋਸ਼ਿਸ਼ ਕਰੋ ਤੇ ਇੱਕ ਆਪਣੇ ਧੀਆਂ ਪੁੱਤਾਂ ਨੂੰ ਜਵਾਕਾਂ ਨੂੰ ਜਰਨਲਿਜ਼ਮ ਵਾਲੇ ਪਾਸੇ ਪਾਓ ਪੱਤਰਕਾਰੀ ਵਾਲੇ ਪਾਸੇ ਪਾਓ ਜਿਹੜੇ ਇੱਥੇ ਦੇ ਜਵਾਕ ਹੋ ਤੁਸੀਂ ਜਿਹੜੇ ਪੰਜਾਬੀ ਬੋਲਦੇ ਆ ਠੀਕ ਆ ਨਹੀਂ ਬੋਲਦੇ ਬੋਲਣ ਲੱਗੋ ਜਿਵੇਂ ਸਾਰੇ ਕੰਮਾਂ 'ਚ ਤੁਹਾਨੂੰ ਪੰਜਾਬੀ ਬੋਲਣ ਲਈ ਨੌਕਰੀਆਂ ਮਿਲਦੀਆਂ ਆ ਮੀਡੀਆ ਜਿਹੜੇ 10 12 5 7 ਆਊਟਲੈਟ ਨੇ ਹੋਰ 5 7 ਖੁੱਲ ਜਾਣੇ ਨੇ 10 ਸਾਲਾਂ 'ਚ ਇਹਨਾਂ ਤੇ ਕਿਹਨੇ ਹੋਸਟਿੰਗ ਕਰਨੀ ਇਹਦੇ ਤੇ ਤੁਸੀਂ ਵੀ ਆਓ ਉਹ ਪੰਜਾਬ ਵਾਲੇ ਵੀ ਆਉਣਗੇ ਉੱਥੋਂ ਜਿਹੜੇ ਜਵਾਕ ਆਏ ਨੇ ਪਰ ਤੁਸੀਂ ਇੱਥੇ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਤੇ ਜਿਹੜੇ ਵਿਦਿਆਰਥੀ ਪੰਜਾਬ ਤੋਂ ਆਏ ਨੇ ਆਲਰੇਡੀ ਉਹ ਕੰਮ ਕਰਦੇ ਨੇ ਇੱਥੇ ਵਾਲਿਆਂ ਨਾਲ ਰਲ ਕੇ ਕੋਈ ਵਧੀਆ ਉਸਾਰੂ ਕੁਛ ਨਾ ਕੁਛ ਆਪਾਂ ਕਰੀਏ ਜ਼ਰੂਰੀ ਹੈ ਇਹ ਦੇਣੀ ਨਹੀਂ ਕਿਸੇ ਨੇ ਤੁਹਾਨੂੰ ਘੁੰਮਣ ਵਾਲੀ ਕੁਰਸੀ ਇਹ ਤਾਂ ਤੁਹਾਨੂੰ ਖੋਣੀ ਪੈਣੀ ਆ ਹਰ ਪੱਖ ਤੋਂ ਅੱਗੇ ਹੋਵੋ ਕਿਉਂਕਿ ਤੁਸੀਂ ਗੁਲਾਮੀ ਦਾ ਤੁਹਾਨੂੰ ਨਹੀਂ ਪਤਾ ਜਿਹੜੇ ਇੱਥੇ ਜੰਮਿਆ ਵੀ ਗੁਲਾਮੀ ਕੀ ਹੈ ਨਾ ਹੀ ਤੁਸੀਂ ਗੁਲਾਮੀ ਮੰਨਦੇ ਹੋ ਸੱਚੀ ਗੱਲ ਸਟੇਟ ਫਾਰਵਰਡ ਮੂੰਹ ਤੇ ਕਰਦੇ ਹੋ ਇਹੀ ਬਹੁਤ ਵੱਡੀ ਗੱਲ ਸੋ ਇਸ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਅੱਗੇ ਕਰੀਏ ਜਿਹੜਾ ਤੁਸੀਂ ਜਿਹੜਾ ਤੁਹਾਡੇ ਹੱਥ ਦੇ ਵਿੱਚ ਇਹ ਮਿਹਨਤ ਜਿਹੜੀ ਤੁਸੀਂ ਕੀਤੀ ਹੈ ਤਾਂ ਇਹ ਤੁਹਾਡੀ ਗੱਲਬਾਤ ਜਿਹੜੀ ਅੱਗੇ ਚੱਲੇ ਹੁਣ ਮੇਰੇ ਨਾਲ ਅਮਨ ਖਹਿਰਾ ਜੀ ਨੇ ਅਮਨ ਖਹਿਰਾ ਉਹਨਾਂ ਨਾਲ ਗੱਲਬਾਤ ਕਰਾਂਗੇ CWC ਤੋਂ ਇਮੀਗ੍ਰੇਸ਼ਨ ਬਾਰੇ ਬੜੀਆਂ ਗੱਲਾਂ ਚੱਲ ਰਹੀਆਂ ਨੇ ਅੱਜ ਕੱਲ ਬੜੇ ਸਵਾਲ ਨੇ ਤੁਹਾਡੇ ਉਹਨਾਂ ਤੋਂ ਪੁੱਛਦੇ ਆ ਅਮਨ ਖਹਿਰਾ ਜੀ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਜੀ ਸਤਿ ਸ੍ਰੀ ਅਕਾਲ ਜੀ ਇੱਕ ਪਿਛਲੇ ਦਿਨੀ ਗੱਲ ਚੱਲੀ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਕੋਈ ਵਰਕ ਪਰਮਿਟ ਪਬਲਿਕ ਪਾਲਿਸੀ ਦੇ ਥੱਲੇ ਕਿਹੇ ਨੇ ਜੀ ਉਹਦੇ ਬਾਰੇ ਸਮਝਾਓਗੇ ਲੋਕਾਂ ਨੂੰ ਸੁਣਨ ਵਾਲਿਆਂ ਨੂੰ ਜੀ ਬਿਲਕੁਲ ਜੀ ਜਿਹੜੇ ਸਟੂਡੈਂਟਸ ਲਈ ਇੱਕ ਤਾਂ ਕਿਉਂਕਿ ਕਾਫੀ ਸਟੂਡੈਂਟ ਸੀਗੇ ਜਿਹੜੇ ਕੈਨੇਡਾ ਦੇ ਵਿੱਚ ਦਾਖਲ ਹੋਏ ਸੀ ਔਰ ਕੋਰੋਨਾ ਵਾਇਰਸ ਜਿਵੇਂ 2020 ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਸਟੂਡੈਂਟ ਸੀ ਉਹ ਆਪਣੀ ਜਿਹੜੀ ਇੰਪਲੋਇਮੈਂਟ ਉਹਨੂੰ ਪੂਰਾ ਨਹੀਂ ਕਰ ਪਾਏ ਜਿਹੜੀ ਕੰਡੀਸ਼ਨ ਸੀਗੀ ਉਹਨੂੰ ਪੂਰਾ ਨਹੀਂ ਕਰ ਪਾਏ ਤੋ ਇਸ ਕਰਕੇ ਗਵਰਨਮੈਂਟ ਨੇ ਤਕਰੀਬਨ 1.5 ਸਾਲ ਲਈ ਜਿਹੜੇ ਪਰਮਿਟਸ ਨੇ ਉਹਨਾਂ ਨੂੰ ਹੋਰ ਐਕਸਟੈਂਡ ਕੀਤਾ ਓਪਨ ਵਰਕ ਪਰਮਿਟਸ ਨੂੰ ਤੋ ਜਿਹੜੇ ਵੀ ਸਟੂਡੈਂਟਸ ਇੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਆਪਣੀ ਐਕਸਟੈਂਸ਼ਨ ਸੀਕ ਕਰਨਾ ਚਾਹੁੰਦੇ ਨੇ ਉਹ ਬਿਨਾਂ LMIA ਤੋਂ ਆਪਣਾ ਜਿਹੜਾ ਓਪਨ ਵਰਕ ਪਰਮਿਟ ਹੈ ਉਹ ਲੈ ਸਕਦੇ ਨੇ ਸੋ ਦਾ ਮੁੱਖ ਕਾਰਨ ਇਹ ਵੀ ਸੀ ਬਈ ਜੀ ਕਿਉਂਕਿ ਇਸ ਵਕਤ ਜਿਹੜੇ ਸਟੂਡੈਂਟਸ ਦਾ ਪਰਮਿਟ ਐਕਸਪਾਇਰ ਹੋ ਰਿਹਾ ਸੀ ਉਹ ਇੱਕ ਵੱਡੀ ਗਿਣਤੀ ਸੀ ਜਿਹੜੇ ਸਟੂਡੈਂਟਸ ਤਕਰੀਬਨ 2015 ਜਾਂ 16 ਦੇ ਵਿੱਚ ਕੈਨੇਡਾ ਦੇ ਵਿੱਚ ਆਏ ਹੋਏ ਸੀ ਤੇ ਜਾਂ 17 ਦੇ ਵਿੱਚ ਜਿਨ੍ਹਾਂ ਨੇ ਆਪਣੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਨੂੰ ਪੂਰਾ ਕੀਤਾ ਸੋ ਇਹ ਸਟੂਡੈਂਟਸ ਲਈ ਸਭ ਤੋਂ ਵੱਡੀ ਦਿੱਕਤ ਸੀ ਕਿਉਂਕਿ ਬਹੁਤ ਲਾਰਜ ਨੰਬਰ ਸੀ ਔਰ ਕੈਨੇਡਾ ਦੇ ਵਿੱਚ ਉਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਸੰਭਵ ਨਹੀਂ ਹੋ ਪਾਈ ਜਿਹੜੇ ਪਿਛਲੇ ਸਟੈਟ ਸਰਕਾਰ ਨੇ ਕੱਢੇ ਨੇ ਉਹਦੇ ਵਿੱਚ ਬਹੁਤ ਲਿਮਿਟਿਡ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਇਮੀਗ੍ਰੇਸ਼ਨ ਲੈ ਪਾਏ ਨੇ ਔਰ ਉਹਨਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਬਹੁਤ ਬੜੀ ਇੱਕ ਸਥਿਤੀ ਪੈਦਾ ਹੋਣੀ ਸੀ ਸਰਕਾਰ ਲਈ ਜਿਹੜੇ ਸਟੂਡੈਂਟਸ ਆਪਣਾ ਪਰਮਿਟ ਐਕਸਟੈਂਡ ਨਾ ਕਰ ਪਾਉਂਦੇ ਉਹਨਾਂ ਨੂੰ ਰਿਮੂਵ ਕਰਨਾ ਕੈਨੇਡਾ ਚੋਂ ਕਿਉਂਕਿ ਇੱਕ ਹੋਰ ਵੀ ਇੱਕ ਜਿਹੜਾ ਸਰਕਾਰ ਲਈ ਚੈਲੰਜ ਬਣਿਆ ਹੋਇਆ ਜਿਹੜਾ ਰਿਫਿਊਜੀ ਰਿਫਾਰਮ ਜਿਹੜੀ ਪਿਛਲੀ ਸਰਕਾਰ ਲੈ ਕੇ ਆਈ ਸੀ ਉਹ ਇਸ ਮੰਤਵ ਨਾਲ ਲੈ ਕੇ ਆਈ ਸੀ ਵੀ ਜਿਹੜੇ ਰਿਫਿਊਜੀਜ਼ ਦੇ ਫੈਸਲੇ ਨੇ ਜਿਹੜੇ ਜਾਇਜ਼ ਕੇਸ ਨੇ ਉਹ ਜਿਹੜੇ ਉਹਨਾਂ ਦੇ ਡਿਸੀਜਨਸ ਨੇ ਉਹ 90 ਦਿਨਾਂ ਦੇ ਵਿੱਚ ਤਕਰੀਬਨ ਪ੍ਰੋਸੈਸ ਕਰ ਦਿੱਤੇ ਜਾਣਗੇ ਉਹ ਕਲੇਮਸ ਦੇ ਜਿਹੜੇ ਡਿਸੀਜਨਸ ਨੇ ਬਟ ਉਹ ਜਿਹੜਾ ਪ੍ਰੋਜੈਕਟ ਉਹ ਇਹ ਸਰਕਾਰ ਨੇ ਜਿਵੇਂ ਉਹਦੇ ਵਿੱਚ ਕਾਫੀ ਨੰਬਰ ਆਫ ਐਪਲੀਕੇਸ਼ਨਸ ਜਿਵੇਂ ਫਲੱਡ ਕਰ ਗਈਆਂ ਔਰ ਖਾਸ ਕਰਕੇ ਇੱਕ ਚਲਨ ਬਣ ਗਿਆ ਸੀ ਸਟੂਡੈਂਟਸ ਜਿਹੜੇ ਟੋਰਾਂਟੋ ਰੀਜਨ ਦੇ ਵਿੱਚ ਪੜ੍ਹ ਰਹੇ ਨੇ ਉਹ ਕਿਊਬੈਕ ਦੇ ਵਿੱਚ ਔਰ ਓਨਟਾਰੀਓ ਰੀਜਨ ਦੇ ਵਿੱਚ ਬਹੁਤ ਸਾਰੇ ਜਿਹੜੇ
ਅਲਾਰਮਿੰਗ ਨੰਬਰ ਸੀਗੇ ਜਿਹੜੇ ਰਿਫਿਊਜੀ ਅਸਾਈਲਮ ਦੇ ਕੇਸਿਸ ਸੀ ਉਹ ਫਾਈਲ ਕਰ ਰਹੇ ਸੀ, ਕਿਉਂਕਿ ਜਦੋਂ ਰਿਫਿਊਜੀ ਤੁਸੀਂ ਅਸਾਈਲਮ ਦਾ ਕੇਸ ਪ੍ਰੋਟੈਕਸ਼ਨ ਜਦੋਂ ਸੀਕ ਕਰਦੇ ਹੋ ਤਾਂ ਸਰਕਾਰ ਤਕਰੀਬਨ ਤੁਹਾਨੂੰ 3 ਤੋਂ 4 ਸਾਲ ਦਾ ਜਿਹੜਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਮਾਂ ਲੱਗ ਰਿਹਾ, 3 ਤੋਂ 4 ਸਾਲ ਲੱਗ ਜਾਂਦੇ ਨੇ ਕਿਸੇ ਰਿਫਿਊਜੀ ਕਲੇਮ ਦਾ ਡਿਸੀਜਨ ਆਉਂਦਿਆਂ ਨੂੰ। ਉਸ ਤੋਂ ਬਾਅਦ ਤੁਸੀਂ ਭਰਾ ਦੇ ਲਈ ਜਿਹੜੀ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਉਹਦੇ ਲਈ ਵੀ ਐਲੀਜੀਬਲ ਹੋ ਜਾਂਦੇ ਹੋ, ਜਿਹਦੇ ਵਿੱਚ ਤਕਰੀਬਨ ਸਾਲ ਦਾ ਸਮਾਂ ਹੋਰ ਲੱਗ ਜਾਂਦਾ। ਸੋ ਕੋਈ ਜੇ ਅੱਜ ਕਲੇਮ ਫਾਈਲ ਕਰ ਦਿੰਦਾ ਤਾਂ 5 ਸਾਲ ਕੈਨੇਡਾ ਦੇ ਵਿੱਚ ਉਹ ਰਹਿ ਸਕਦਾ। ਪਰ ਜੇ ਕੋਈ ਹਿੰਦੁਸਤਾਨ ਤੋਂ ਆਇਆ ਵਿਅਕਤੀ ਹੈ, ਉਹਦੀ ਕੋਈ ਆਇਡੈਂਟੀਟੀ ਨਹੀਂ ਹੈ, ਉਹਦਾ ਪਾਸਪੋਰਟ ਨਹੀਂ ਸਬਮਿਟ ਕਰਾਉਂਦਾ ਜਾਂ ਸਰੈਂਡਰ ਕਰਾਉਂਦਾ ਜਾਂ ਪਾਸਪੋਰਟ ਐਕਸਪਾਇਰ ਹੋ ਜਾਂਦਾ ਔਰ ਉਸ ਤੋਂ ਬਾਅਦ ਰਿਫਿਊਜੀ ਕਲੇਮ ਫਾਈਲ ਕਰ ਦਿੰਦਾ ਤਾਂ ਉਹ ਇੱਕ ਡੈਡਲੌਕ ਪੋਜੀਸ਼ਨ 'ਚ ਆ ਜਾਂਦਾ। ਮਤਲਬ ਉਹਨਾਂ ਨੂੰ ਕੈਨੇਡਾ ਤੋਂ ਰਿਮੂਵ ਕਰਨਾ ਕਲੋਜ਼ ਟੂ ਇੰਪੋਸੀਬਲ ਹੋ ਜਾਂਦਾ, ਭਾਵੇਂ ਕਿ ਉਹ ਆਊਟ ਆਫ ਸਟੇਟਸ ਹੋ ਗਿਆ। ਬਟ ਇੰਡੀਅਨ ਜਿਹੜੀ ਗਵਰਨਮੈਂਟ ਆ ਉਹ ਨਵਾਂ ਪਾਸਪੋਰਟ ਜਿਹੜਾ ਇਸ਼ੂ ਨਹੀਂ ਕਰਦੇ। ਜਦੋਂ ਤੁਸੀਂ ਕੋਈ ਕਲੇਮ ਫਾਈਲ ਕਰ ਦਿੰਦੇ ਹੋ ਤਾਂ ਤੁਹਾਨੂੰ ਉਹ ਪਾਸਪੋਰਟ ਜਿਹੜਾ ਹੈਗਾ ਰਿਨਿਊ ਕਰਕੇ ਇਸ਼ੂ ਨਹੀਂ ਕਰਦੇ। ਸੋ ਇਸ ਕਰਕੇ ਸਰਕਾਰ ਲਈ ਸਭ ਤੋਂ ਵਧੀਆ ਚੋਇਸ ਸੀ ਵੀ ਜਿਹੜੇ ਸਟੂਡੈਂਟਸ ਇੱਥੇ ਕੈਨੇਡਾ ਦੇ ਵਿੱਚ ਹੈਗੇ ਆ, ਤਕਰੀਬਨ ਐਵਰੇਜ ਜਿਹੜੀ ਸਰਕਾਰ ਨੇ ਕਿਹਾ ਵੀ 2.5 ਲੱਖ ਪਲੱਸ ਸਟੂਡੈਂਟ ਹੈ ਜਿਨ੍ਹਾਂ ਨੂੰ ਇਹਦਾ ਫਾਇਦਾ ਹੋਏਗਾ। ਮੀਨਿੰਗ ਜੇ ਉਹ ਸਰਕਾਰ ਇਹ ਪ੍ਰੋਗਰਾਮ ਨੂੰ ਨਾ ਲੈ ਕੇ ਆਉਂਦੀ, ਪਬਲਿਕ ਪਾਲਿਸੀ ਨੂੰ ਨਾ ਲੈ ਕੇ ਆਉਂਦੀ, ਤਾਂ ਸਰਕਾਰ ਲਈ ਬਹੁਤ ਬੜੀ ਇੱਕ ਸਿਰਦਰਦੀ ਸੀ ਜਿਹੜੇ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚੋਂ ਬਾਹਰ ਕੱਢਣਾ। ਅੱਛਾ, ਕੋਵਿਡ ਨੇ ਹੈਰਾ ਜੀ ਹੋਰ ਕੀ ਫਰਕ ਪਾਇਆ ਜਿਹੜਾ ਸਮਝਾਉਣਾ ਚਾਹੁੰਦੇ ਆਪਾਂ? ਮੇਰੇ ਖਿਆਲ 2-3 ਮਹੀਨੇ ਬਾਅਦ ਗੱਲ ਕਰ ਰਹੇ ਹਾਂ, ਦੱਸੋ ਕਿ ਹੋਰ ਕੀ ਫਰਕ ਪਾਇਆ ਕੋਵਿਡ ਨੇ? ਕੋਵਿਡ ਨੇ ਬਾਈ ਜੀ ਜਿਹੜੀ ਪ੍ਰੋਸੈਸਿੰਗ ਹੈ ਉਹ ਤਾਂ ਸਭ ਤੋਂ ਪਹਿਲਾਂ ਇੰਪੈਕਟ ਪਿਆ। ਜਿਹੜੀ ਪ੍ਰੋਸੈਸਿੰਗ ਹੈ ਉਹਦੇ ਵਿੱਚ ਦੇਰੀ ਆਈ ਹੈ, ਕਿਸੇ ਵੀ ਕਿਸਮ ਦੀ ਐਪਲੀਕੇਸ਼ਨ ਫਾਈਲ ਕੀਤੀ ਹੈ ਪ੍ਰੋਸੈਸਿੰਗ ਦੇ ਵਿੱਚ ਦੇਰੀ ਆਈ ਹੈ। ਸੈਕਿੰਡ, ਜਿਹੜੀ ਕੈਨੇਡਾ ਦੇ ਵਿੱਚ ਇੱਕ ਸੈਟ ਕੈਪ ਰੱਖਿਆ ਹੋਇਆ ਸੀ ਸਰਕਾਰ ਨੇ, ਇੱਕ ਸੈਟ ਕੋਟਾ ਰੱਖਿਆ ਹੋਇਆ ਸੀ ਜਿਹਦੇ ਤਹਿਤ ਤਕਰੀਬਨ 4 ਲੱਖ ਬੰਦਾ ਜਿਹੜਾ ਐਵਰੇਜ ਸਰਕਾਰ ਨੇ ਰੱਖੀ ਹੋਈ ਸੀ ਵੀ ਸਾਨੂੰ ਨਿਊ ਇਮੀਗ੍ਰੈਂਟ ਚਾਹੀਦਾ। ਪਿਛਲੇ ਜਿਹੜਾ 2020 ਦਾ ਸਾਲ ਆ ਉਹਦੇ ਵਿੱਚ ਸਿਰਫ 1,70,000 ਬੰਦਾ ਹੀ ਕੈਨੇਡਾ ਦੇ ਵਿੱਚ ਆ ਪਾਇਆ। ਸੋ ਉਹ ਵੀ ਜਿਹੜਾ ਵੈਕਿਊਮ ਹੈ ਜਾਂ ਇੱਕ ਗੈਪ ਹੈ ਉਹਨੂੰ ਫਿਲ ਕਰਨ ਲਈ ਸਰਕਾਰ 2021 ਦੇ ਵਿੱਚ ਕਹਿ ਰਹੀ ਹੈ ਵੀ ਅਸੀਂ ਨਵੇਂ ਪ੍ਰੋਗਰਾਮਸ ਨੂੰ ਐਕਸਪੀਡਾਈਟ ਕਰਾਂਗੇ, ਕੋਟਾ ਵਧਾਵਾਂਗੇ। ਜਿਵੇਂ ਪੇਰੈਂਟਸ ਦਾ ਵੀ ਜਿਹੜਾ ਕੋਟਾ ਦੇਖੋ ਇਸ ਵਾਰ ਸਰਕਾਰ ਨੇ ਕਿਹਾ ਸੀ 30,000 ਕਰਾਂਗੇ। ਸੋ ਇਸ ਕਰਕੇ ਜਿਹੜੀਆਂ ਨਵੇਂ ਪ੍ਰੋਗਰਾਮਸ ਹੋਣਗੇ ਜਾਂ ਨਵੀਂ ਜਿਹੜੀਆਂ ਨੀਤੀਆਂ ਹੋਣਗੀਆਂ ਸਰਕਾਰ ਦੀਆਂ ਉਹ ਤਾਂ ਹੀ ਕਾਰਗਰ ਸਾਬਤ ਹੋਣਗੀਆਂ ਜੋ ਟਾਈਮ ਤੇ ਪ੍ਰੋਸੈਸ ਹੋਣਗੀਆਂ। ਹੁਣ ਸਪਾਊਸਲ ਐਪਲੀਕੇਸ਼ਨ ਦਾ ਵੀ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ 45,000 ਐਪਲੀਕੇਸ਼ਨ ਦਾ ਡਿਸੀਜਨ ਦੇਵਾਂਗੇ ਦਸੰਬਰ ਤੱਕ, ਪਰ ਉਹ ਸੰਭਵ ਨਹੀਂ ਹੋ ਪਾਇਆ। ਉਹਦਾ ਰਿਜ਼ਲਟ ਇਹ ਮਿਲਿਆ ਵੀ ਜਦੋਂ ਤੁਸੀਂ ਐਡਮਿਨਿਸਟ੍ਰੇਟਿਵ ਜਿਹੜੇ ਆਫਿਸਰ ਐਡਮਿਨਿਸਟ੍ਰੇਟਿਵ ਲੈਵਲ ਤੇ ਉਹ ਡਿਸੀਜਨਸ ਹੁੰਦੇ ਨੇ, ਪਬਲਿਕ ਪਾਲਿਸੀ ਇੱਕ ਵੱਖਰੀ ਹੈ, ਜਿਹੜੀ ਅਨਾਉਂਸਮੈਂਟ ਆ ਉਹ ਚੀਜ਼ਾਂ ਵੱਖਰੀਆਂ ਨੇ, ਪਰ ਪ੍ਰੈਕਟੀਕਲ ਤੌਰ ਤੇ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਉਹ ਕਲਾਇੰਟ ਨੂੰ ਭੁਗਤਣੀਆਂ ਪੈਂਦੀਆਂ ਨੇ ਜਾਂ ਐਪਲੀਕੈਂਟ ਨੂੰ ਭੁਗਤਣੀਆਂ ਪੈਂਦੀਆਂ ਨੇ। ਉਹਦੇ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਅਲਾਰਮਿੰਗ ਰੇਟ ਤੇ ਵਧਿਆ ਹੀ। ਜਿਹੜਾ ਸਪਾਊਸਲ ਦਾ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਬਹੁਤ ਹਾਈ ਪਰਸੈਂਟੇਜ ਨਾਲ ਵਧਿਆ, ਜਿੱਥੇ ਇੰਟਰਵਿਊ ਜਿਹੜੀਆਂ ਨੇ ਐਕਸਪੀਡਾਈਟਡ ਲਈਆਂ ਗਈਆਂ, ਬਹੁਤ ਥੋੜਾ ਸਮਾਂ ਦਿੱਤਾ ਗਿਆ ਆਪਣੇ ਕੰਸਰਨਸ ਨੂੰ ਐਕਸਪ੍ਰੈਸ ਕਰਨ ਦੇ ਲਈ। ਇਸੇ ਕਰਕੇ ਜਿਹੜਾ ਹੁਣ ਜਿਹੜਾ ਰਿਫਿਊਜ਼ਲ ਰੇਟ ਹੈ ਸਪਾਊਸਸ ਨੂੰ ਲੈ ਕੇ ਉਹ ਵੀ ਵਧਿਆ ਹੈਗਾ। ਉਹ ਵੀ ਕੋਵਿਡ ਦੀ ਦੇਣ ਹੈ ਵੀ ਜਿੱਥੇ ਇੱਕ ਪ੍ਰੈਸ਼ਰ ਆ ਤੇ ਪ੍ਰੈਸ਼ਰ ਦੇ ਵਿੱਚ ਡਿਸੀਜਨ ਦੇਣੇ ਸੀ ਸਰਕਾਰ ਨੇ, ਚਾਹੇ ਪੋਜ਼ਿਟਿਵ ਚਾਹੇ ਨੈਗੇਟਿਵ। ਸੋ ਡਿਸੀਜਨ ਜਿਹੜੇ ਨੇ ਉਹ ਫਟਾਫਟ ਦਿੱਤੇ ਗਏ ਸਰਕਾਰ ਵੱਲੋਂ। ਨਾ ਇਸ ਤੋਂ ਬਾਅਦ ਜਿਹੜੇ ਇਨਵੈਸਟਰਸ ਦੀ ਐਪਲੀਕੇਸ਼ਨ ਹੈ, ਜਿਵੇਂ ਕੈਨੇਡਾ ਦੇ ਵਿੱਚ ਕਿਸੇ ਨੇ ਕਿਸੇ ਕਿਸਮ ਦਾ ਕੋਈ ਵਪਾਰ ਕਰਨਾ ਹੈ ਜਾਂ ਕਿਸੇ ਕਿਸਮ ਦਾ ਕੋਈ ਇਨਵੈਸਟਮੈਂਟ ਕਰਨੀ ਹੈ, ਚਾਹੇ ਉਹ ਸੋਲ ਪ੍ਰੋਪਰਾਈਟਰ ਹੋਣ ਜਿਵੇਂ 100% ਆਪ ਓਨਰ ਹੋਣ ਜਾਂ ਫਿਰ ਉਹ ਪਾਰਟਨਰਸ਼ਿਪ ਦੇ ਵਿੱਚ ਕਿਸੇ ਕੈਨੇਡੀਅਨ ਨਾਲ ਕੰਮ ਕਰਨ, ਉਹਨਾਂ ਐਪਲੀਕੇਸ਼ਨਸ ਦੇ ਵਿੱਚ ਵੀ ਬਹੁਤ ਬੜੀ ਖੜੋਤ ਆਈ ਹੈ। ਅਲਬਰਟਾ ਨੇ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਕੋਵਿਡ ਕਰਕੇ ਜਿਹੜੀ ਅਨਐਮਪਲੋਇਮੈਂਟ ਰੇਟ ਹੈ ਉਹ ਵੀ ਬਹੁਤ ਹਾਈ ਪਰਸੈਂਟੇਜ ਵੱਧ ਗਈ ਸੀ, ਜਿਹਦੇ ਵਿੱਚ ਉਹਨਾਂ ਨੇ LMIA ਪ੍ਰੋਗਰਾਮ ਦੇ ਵਿੱਚ ਬਹੁਤ ਮੇਜਰ ਚੇਂਜਸ ਕਰੀਆਂ। ਜੇਸਨ ਕੈਨੀ ਇਸ ਗੱਲ ਨੂੰ ਕਾਫੀ ਮਸ਼ਹੂਰ ਨੇ ਵੀ ਜਿਹੜਾ ਡਿਸੀਜਨ ਹੈ ਬਹੁਤ ਅਬਰਪਟ ਲੈਂਦੇ ਨੇ, ਬਹੁਤ ਸਡਨ ਲੈਂਦੇ ਨੇ, ਔਰ ਉਹਨਾਂ ਨੇ ਉਹ ਡਿਸੀਜਨਸ ਲਏ। ਉੱਥੇ ਜਿਹੜੀਆਂ LMIA ਐਪਲੀਕੇਸ਼ਨ ਸੀ ਉਹਨਾਂ ਨੂੰ ਕਾਫੀ ਐਪਲੀਕੇਸ਼ਨ ਇਨਐਲੀਜੀਬਲ ਹੋ ਗਈਆਂ ਪ੍ਰੋਸੈਸਿੰਗ ਦੇ ਲਈ। ਉਸ ਨੂੰ ਬਦਲ ਕੇ ਉਹਨਾਂ ਨੇ ਜਿਹੜਾ ਸਟੂਡੈਂਟਸ ਲਈ ਜਾਂ ਜਿਹੜੇ ਫੋਰਨ ਜਿਹੜੇ ਇਨਵੈਸਟਰਸ ਨੇ ਉਹਨਾਂ ਲਈ ਪ੍ਰੋਗਰਾਮ ਜ਼ਰੂਰ ਲਾਂਚ ਕੀਤੇ ਨੇ, ਜਿਵੇਂ ਸਟਾਰਟਅਪ ਪ੍ਰੋਗਰਾਮ ਉਹਨਾਂ ਦਾ ਬੜਾ ਫੇਵਰੇਟ ਪ੍ਰੋਗਰਾਮ ਰਿਹਾ ਜਿਹੜਾ ਫੈਡਰਲ ਸਰਕਾਰ ਲਾਂਚ ਕਰਿਆ ਹੋਇਆ, ਪਰ ਉਹ ਬਹੁਤ ਹੀ ਕੰਪਲੈਕਸ ਪ੍ਰੋਗਰਾਮ ਹੈ ਔਰ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੋਇਆ। ਖਾਸ ਕਰਕੇ ਆਪਣੇ ਭਾਈਚਾਰੇ ਦੇ ਵਿੱਚ ਉਹ ਪ੍ਰੋਗਰਾਮ ਬਹੁਤ ਜ਼ਿਆਦਾ
कोई प्रभाव नहीं पा सकिया और बहुत सारे ਜਿਹੜੀਆਂ ਐਪਲੀਕੈਂਟ ਸੀਗੇ ਉਹ ਕੁਆਲੀਫਾਈ ਨਹੀਂ ਕਰਦੇ ਸੀ ਉਹ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨ ਦੇ ਲਈ ਕਿਉਂਕਿ ਆਪਣਾ ਜਿਹੜਾ ਮੁੱਖ ਤੌਰ ਤੇ ਭਾਈਚਾਰਾ ਖਾਸ ਕਰਕੇ ਜਿਹੜੀ ਮਾਈਗ੍ਰੇਸ਼ਨ ਹੈ ਬਈ ਜੀ ਉਹ ਪੰਜਾਬ ਇਹਨਾਂ ਰੀਜਨ ਤੋਂ ਜ਼ਿਆਦਾ ਹੁੰਦੀ ਹੈ ਜਿਵੇਂ ਖਾਸ ਕਰਕੇ ਪੰਜਾਬ ਤੋਂ ਤਾਂ ਬਹੁਤ ਹਾਈ ਪਰਸੈਂਟੇਜ ਹੈ ਔਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਹਿੰਦੁਸਤਾਨ ਦੇ ਵਿੱਚ ਇਹਦਾ ਨੰਬਰ ਹੋਰ ਵੀ ਵਧੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੰਬਰ ਬਹੁਤ ਹੀ ਵਧੇਗਾ ਸੋ ਇਸ ਦੇ ਨਾਲ ਜਿਹੜੀ ਪਿਛਲੇ ਸਾਲ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੇਂਜ ਸਰਕਾਰ ਨੇ ਕੀਤੀ ਸੀ ਉਹ ਇਹ ਕੀਤੀ ਸੀ ਵੀ ਜਿਹੜੇ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਆ ਗਏ ਨੇ ਔਰ ਉਹ ਵਾਪਸ ਨਹੀਂ ਜਾ ਸਕਦੇ ਬਿਕੋਜ਼ ਆਫ ਕੋਵਿਡ ਉਹਨਾਂ ਦੇ ਜਿਹੜੇ ਸਟੇਟਸ ਨੇ ਉਹ ਸਰਕਾਰ ਨੇ ਆਟੋਮੈਟਿਕਲੀ ਮਾਰਚ ਮਹੀਨੇ ਜਿਹੜਾ ਇਸ ਸਾਲ ਤੱਕ ਵਧਾ ਦਿੱਤੇ ਨੇ ਬਾਈ ਡਿਫਾਲਟ ਉਹਨਾਂ ਦੇ ਸਟੇਟਸ ਜਿਹੜੇ ਨੇ ਉਹ ਕੰਟੀਨਿਊ ਕਰਨਗੇ ਜਿਹੜੇ ਵੀ ਸਟੇਟਸ ਤੇ ਨੇ ਉਹ ਰਹਿ ਸਕਦੇ ਨੇ ਜੇ ਆਊਟ ਆਫ ਸਟੇਟਸ ਹੋ ਗਏ ਤਾਂ ਉਹ ਮੰਨਿਆ ਜਾਏਗਾ ਆਪਣਾ ਜਿਹੜਾ ਸਟੇਟਸ ਹੈ ਮੇਨਟੇਨ ਕਰ ਰਹੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਆਪਣੀ ਸਟੇਟਸ ਦੀ ਐਕਸਟੈਂਸ਼ਨ ਹੈ ਉਹ ਫਾਈਲ ਜ਼ਰੂਰ ਕਰਨੀ ਪਵੇਗੀ ਅੱਛਾ ਇੱਕ ਦੱਸਿਓ ਜੀ ਬਹੁਤ ਵੱਡਾ ਇੱਕ ਇਸ਼ੂ ਹੈ ਜਿਹੜੇ ਪੰਜਾਬ ਦੇ ਵਿੱਚ ਉੱਥੇ ਕੰਸਲਟੈਂਟ ਸੋ ਕਾਲਡ ਕੰਸਲਟੈਂਟ ਕਹਿ ਲਓ ਜਾਂ ਏਜੰਟ ਕਹਿ ਲਓ ਉਹਨਾਂ ਨੇ ਬਹੁਤ ਬੱਚਿਆਂ ਦੀਆਂ ਇੱਥੇ ਐਡਮਿਸ਼ਨਾਂ ਕਰਵਾ ਦਿੱਤੀਆਂ ਪੈਸੇ ਲੈ ਲਏ ਉਹਨਾਂ ਤੋਂ ਐਡਮਿਸ਼ਨਸ ਇੱਥੇ ਹੋ ਗਈਆਂ ਫੀਸ ਭਰ ਲਈ ਵੀਜ਼ਾ ਉਹਨਾਂ ਨੂੰ ਨਹੀਂ ਮਿਲਿਆ ਹੁਣ ਉਹਨਾਂ ਦਾ ਉਹ ਜਿਹੜੇ ਨਾ ਉਹਨਾਂ ਦੇ ਪੈਸੇ ਮੁੜ ਰਹੇ ਨੇ ਤੇ ਨਾ ਉਹਨਾਂ ਨੂੰ ਵੀਜ਼ਾ ਮਿਲਿਆ ਤੇ ਜਿਨ੍ਹਾਂ ਨੂੰ ਕਈਆਂ ਨੂੰ ਵੀਜ਼ਾ ਮਿਲਿਆ ਉਹਨਾਂ ਨੂੰ ਕੁਝ ਕਾਲਜ ਜਿਹੜੇ ਆਨਲਾਈਨ ਕਰਾ ਰਹੇ ਨੇ ਤੇ ਉਹਨਾਂ ਨੂੰ ਇੱਥੇ ਆਉਣ ਦੀ ਮੁਸ਼ਕਲ ਹੈ ਉਹਨਾਂ ਲਈ ਕੀ ਸੁਨੇਹਾ ਤੁਹਾਡਾ ਜੀ ਬਿਲਕੁਲ ਬਾਈ ਜੀ ਜਿਹੜਾ ਸਟੂਡੈਂਟਸ ਨੇ ਮੈਂ ਪਹਿਲਾਂ ਵੀ ਕਾਫੀ ਵਾਰ ਜ਼ਿਕਰ ਕੀਤਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਬਹੁਤ ਜ਼ਿਆਦਾ ਅਫੈਕਟਡ ਪਾਰਟੀਆਂ ਨੇ ਸਟੂਡੈਂਟ ਵੀਜ਼ਾ ਜੋ ਤੁਸੀਂ ਅਪਲਾਈ ਕਰਦੇ ਹੋ ਜੇ ਤੁਸੀਂ ਆਨਲਾਈਨ ਨਹੀਂ ਪੜ੍ਹਨਾ ਚਾਹੁੰਦੇ ਸਰਕਾਰ ਨੇ ਭਾਵੇਂ ਕਿ ਅਕਤੂਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਖੋਲ ਦਿੱਤਾ ਸੀ ਵੀ ਜੇ ਸਟੂਡੈਂਟ ਆਉਣਾ ਚਾਹੁੰਦੇ ਨੇ ਤੇ ਜੇ ਪ੍ਰੋਵਿੰਸ਼ੀਅਲ ਜਿਹੜੀਆਂ ਹੈਲਥ ਅਥਾਰਟੀਜ਼ ਨੇ ਉਹ ਅਪਰੂਵ ਕਰਦੀਆਂ ਨੇ ਕੁਆਰੰਟਾਈਨ ਪਲਾਨ ਹੈ ਔਰ ਕਾਲਜ ਨੇ ਆਪਣੇ ਆਪ ਨੂੰ ਅਪਰੂਵ ਕਰਾਇਆ ਹੋਇਆ ਫਰਮ ਦ ਫੈਡਰਲ ਗਵਰਨਮੈਂਟ ਤਾਂ ਫਿਰ ਉਹ ਸਟੂਡੈਂਟ ਜਿਹੜਾ ਹੈਗਾ ਆ ਸਕਦੇ ਨੇ ਇਨ ਪਰਸਨ ਆ ਕੇ ਵੀ ਪੜ੍ਹ ਸਕਦੇ ਨੇ ਨਾ ਇਹ ਜਿਹੜੀਆਂ ਚੀਜ਼ਾਂ ਸੀ ਪ੍ਰੈਕਟੀਕਲ ਤੌਰ ਤੇ ਇਹ ਚੀਜ਼ਾਂ ਪੋਸੀਬਲ ਨਹੀਂ ਹੋ ਸਕੀਆਂ ਨੰਬਰ ਬਹੁਤ ਗਿਣਤੀ ਬਹੁਤ ਵੱਡੀ ਸੀ ਕਾਲਜਿਸ ਦੇ ਆਪਣੇ ਉੱਤੇ ਬਹੁਤ ਪ੍ਰੈਸ਼ਰਸ ਨੇ ਜਿੱਥੇ ਕਿ ਥੋੜੇ ਸਮੇਂ ਦੇ ਵਿੱਚ ਇਹ ਵੀ ਚੱਲਣ ਤੁਹਾਨੂੰ ਦੇਖਣ ਨੂੰ ਮਿਲੇਗਾ ਜੇ ਫੈਡਰਲ ਸਰਕਾਰ ਨੇ ਬੇਲ ਆਊਟ ਨਹੀਂ ਕੀਤਾ ਤਾਂ ਸ਼ਾਇਦ ਕਾਲਜਿਸ ਜਾਂ ਯੂਨੀਵਰਸਿਟੀ ਬੈਂਕਰਪਟ ਨਾ ਹੋ ਜਾਣ ਨਾ ਇਹਦੇ ਵਿੱਚ ਖਾਸ ਕਰਕੇ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈਗਾ ਉਹ ਬਹੁਤ ਬੜਾ ਫਾਈਨੈਂਸ਼ੀਅਲ ਸੋਰਸ ਹੈ ਕੈਨੇਡਾ ਲਈ ਉਹ ਇੱਕ ਇੰਡਸਟਰੀ ਬਣ ਚੁੱਕਿਆ ਹੈ ਜਦੋਂ ਆਪਾਂ ਇੰਡਸਟਰੀ ਦੀ ਗੱਲ ਕਰਦੇ ਹਾਂ ਈਵਨ ਦੋ ਪਬਲਿਕ ਕਾਲਜਿਸ ਨੇ ਉਹਨਾਂ ਦਾ ਮੇਨ ਮੋਟਿਵ ਜਿਹੜਾ ਹੈਗਾ ਅਪਾਰਟ ਫਰਮ ਐਜੂਕੇਸ਼ਨ ਜਿਹੜਾ ਮੇਨ ਮੋਟਿਵ ਹੁੰਦਾ ਉਹ ਗਵਰਨਮੈਂਟ ਦੀ ਜਿਹੜੀ ਸਟ੍ਰੈਸ ਹੈ ਉਹਨੂੰ ਅਲੀਵੀਏਟ ਕਰਨਾ ਔਰ ਜ਼ਿਆਦਾ ਜਿਹੜਾ ਪੈਸਾ ਹੈ 3 ਤੋਂ 4 ਗੁਣਾ ਤੱਕ ਪੈਸਾ ਜਿਹੜਾ ਹੈਗਾ ਇੰਟਰਨੈਸ਼ਨਲ ਸਟੂਡੈਂਟ ਤੋਂ ਚਾਰਜ ਕੀਤਾ ਜਾਂਦਾ ਹੈ ਨਾ ਇਹ ਜਿਹੜੀ ਕੋਵਿਡ ਦੇ ਆਉਣ ਕਰਕੇ ਸਭ ਤੋਂ ਬੜਾ ਜਿਹੜਾ ਇਫੈਕਟ ਪਿਆ ਇਹ ਕਾਲਜਿਸ ਨੂੰ ਪਿਆ ਸੋ ਸਰਕਾਰ ਨੇ ਆਪਣੀਆਂ ਕੁਝ ਪਾਲਿਸੀਜ਼ ਨੂੰ ਵੀ ਚੇਂਜ ਕੀਤਾ ਵੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਆਨਲਾਈਨ ਜਿਹੜੀ ਪੜ੍ਹਾਈ ਪੜ੍ਹ ਸਕਦੇ ਨੇ ਔਰ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਲੈ ਸਕਦੇ ਨੇ ਜਿਹੜਾ ਰੂਲ ਦੇ ਵਿੱਚ ਇਹ ਵੀ ਸੀਗਾ ਵੀ ਜਿਹੜੀਆਂ ਤੁਸੀਂ ਐਕਟਿਵਲੀ ਕਲਾਸਿਸ ਲਾਉਣੀਆਂ ਨੇ ਤੇ ਇਨ ਕਲਾਸਰੂਮ ਅਟੈਂਡੈਂਸ ਤੁਹਾਡੀ ਹੋਣੀ ਚਾਹੀਦੀ ਹੈ ਫਿਰ ਹੀ ਤੁਸੀਂ ਪੋਸਟ ਗ੍ਰੈਜੂਏਟ ਲੈ ਸਕਦੇ ਹੋ ਬਟ ਸਰਕਾਰ ਇਹਨੂੰ ਵੀ ਬਦਲਤਾ ਪਰ ਇਸ ਦੇ ਬਾਵਜੂਦ ਜਿਹੜਾ ਆਨਲਾਈਨ ਜਿਹੜਾ ਪ੍ਰੋਗਰਾਮ ਸੀ ਹੁਣ ਕਾਫੀ ਸਟੂਡੈਂਟਸ ਨੇ ਜਦੋਂ ਐਡਮਿਸ਼ਨ ਲੈ ਲਈ ਤਾਂ 2 ਸਟੈਪ ਪ੍ਰੋਸੈਸ ਬਣਾਤਾ ਸਰਕਾਰ ਨੇ ਵੀ ਸਟੇਜ 1 ਤੇ ਜਿੱਥੇ ਤੁਸੀਂ ਬੇਸਿਕ ਐਲੀਜੀਬਿਲਿਟੀ ਆਪਣੀ ਪ੍ਰੂਵ ਕਰੋ ਔਰ ਉਸ ਤੋਂ ਬਾਅਦ ਤੁਸੀਂ ਆਪਣੀ ਫੀਸ ਜਮ੍ਹਾਂ ਕਰਾਓ ਸਟੇਜ 2 ਤੇ ਜਾ ਕੇ ਜਿਹੜਾ ਤੁਹਾਡਾ ਕੇਸ ਦਾ ਫੈਸਲਾ ਹੋਏਗਾ ਨਾ ਜਿਹੜਾ ਕੇਸ ਦੇ ਫੈਸਲੇ ਦੀ ਵੇਟਿੰਗ ਟਾਈਮ ਉਹ ਵੱਧ ਗਿਆ ਜਿਹਦੇ ਕਰਕੇ ਸਟੂਡੈਂਟਸ ਦੀਆਂ ਫੀਸਿਸ ਕਾਲਜ ਦੇ ਵਿੱਚ ਰਹਿ ਗਈਆਂ ਇਹਦੇ ਵਿੱਚ ਇੱਕ ਹੋਰ ਵੀ ਬਹੁਤ ਬੜੀ ਪ੍ਰੋਬਲਮ ਸੀ ਜਿਹੜੇ ਕਾਲਜਿਸ ਨੇ ਐਕਸੈਪਟੈਂਸਸ ਇਸ਼ੂ ਕੀਤੀਆਂ ਸੀ ਕਿਉਂਕਿ ਜਦੋਂ ਕਾਲਜਿਸ ਨੇ ਆਪਣੇ ਰਿਫੰਡ ਪਾਲਿਸੀਜ਼ ਰੱਖੀਆਂ ਸੀ ਉਹ ਇਹ ਕਹਿ ਕੇ ਰੱਖੀਆਂ ਸੀ ਵੀ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਕਈ ਕਾਲਜਿਸ ਤੁਹਾਨੂੰ 10 ਦਿਨ ਦਾ ਸਮਾਂ ਦਿੰਦੇ ਨੇ ਕਈ ਕਾਲਜਿਸ ਤੁਹਾਨੂੰ 30 ਦਿਨ ਦਾ ਸਮਾਂ ਦਿੰਦੇ ਨੇ ਦੈਟ ਇਜ਼ ਮੈਕਸਿਮਮ ਵੀ ਜਿਹਦੇ ਵਿੱਚ ਤੁਸੀਂ ਆਪਣੀ ਰਿਫੰਡ ਜਿਹੜੀ ਹੈ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਰਿਫੰਡ ਜਿਹੜਾ ਜੇ ਤੁਸੀਂ ਉਸ ਤੋਂ ਬਾਅਦ ਅਪਲਾਈ ਕਰ ਦਿਓ ਤੁਹਾਨੂੰ ਰਿਫੰਡ ਨਹੀਂ ਦਿੱਤਾ ਜਾਏਗਾ ਸੋ ਪਰ ਜਦੋਂ ਇਹ ਸਟੈਪ 1 ਸਟੈਪ 2 ਪ੍ਰੋਸੈਸ ਚਲਾਇਆ ਤਾਂ ਕਾਲਜ ਦੀਆਂ ਜਿਹੜੀ ਰਿਫੰਡ ਪਾਲਿਸੀਜ਼ ਉਹ ਪੁਰਾਣੇ ਹਿਸਾਬ ਨਾਲ ਹੀ ਚੱਲਦੀਆਂ ਰਹੀਆਂ ਜਿੱਥੇ ਕਾਲਜਿਸ ਨੇ ਕਿਹਾ ਵੀ ਤੁਹਾਡਾ ਕੇਸ ਰਿਫਿਊਜ਼ ਨਹੀਂ ਹੋਇਆ ਹੈਗਾ ਇਨ ਪ੍ਰੋਸੈਸ ਹੈ ਜਾਂ ਸਟੈਪ 1 ਤੇ ਤੁਹਾਡਾ ਕੇਸ ਅਪਰੂਵ ਹੋ ਗਿਆ ਸੀ ਹੈਂਸ ਜਿਹੜੀ ਤੁਹਾਡੀ ਹੈ ਫੀਸ ਅਸੀਂ ਰਿਫੰਡ ਨਹੀਂ ਕਰ ਸਕਦੇ ਸੋ ਇਹ ਇੱਕ
ਬਹੁਤ ਬੜੀ ਪ੍ਰੋਬਲਮ ਰਹੀ ਹੈ ਸਟੂਡੈਂਟਸ ਦੇ ਵਿੱਚ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਾ ਕੇ ਸਟੈਪ 1 ਅਪਰੂਵਲ ਹੋਣ ਤੋਂ ਬਾਅਦ ਆਪਣੀ ਫੀਸ ਜਮ੍ਹਾਂ ਕਰਾਤੀ, ਉਹਨਾਂ ਦੀਆਂ ਫੀਸਿਸ ਬਿਲਕੁਲ ਫਸੀਆਂ ਹੋਈਆਂ ਨੇ। ਔਰ ਉਹ ਫੀਸ ਥੋੜੀ ਫੀਸ ਨਹੀਂ ਹੈ ਜੀ, ਉਹ ਫੀਸ ਤਕਰੀਬਨ 15 ਤੋਂ ਲੈ ਕੇ 18 ਤੋਂ 20 ਤੋਂ ਲੈ ਕੇ 22-25 ਹਜ਼ਾਰ ਤੱਕ ਕਾਲਜਸ ਚਾਰਜ ਕਰ ਰਹੇ ਨੇ। ਕੁਝ ਇਹੋ ਜਿਹੀਆਂ ਯੂਨੀਵਰਸਿਟੀ ਜਿਹੜੀ MBA ਪ੍ਰੋਗਰਾਮ ਲਈ $35 ਹਜ਼ਾਰ ਚਾਰਜ ਕਰਦੇ ਨੇ ਇੱਕ ਸਾਲ ਦੀ ਜਿਹੜੀ ਫੀਸ ਹੈ। ਔਰ ਉਹ $35 ਹਜ਼ਾਰ ਫਸਿਆ ਹੋਇਆ ਕਿਉਂਕਿ ਸਟੂਡੈਂਟ ਕੈਨੇਡਾ ਦੇ ਵਿੱਚ ਮੌਜੂਦ ਨਹੀਂ ਹੈ, ਉਹ ਇੰਡੀਆ ਦੇ ਵਿੱਚ ਬੈਠੇ ਨੇ ਜਾਂ ਕਿਸੇ ਵੀ ਪਾਰਟ ਤੇ ਬੈਠੇ ਨੇ ਕੈਨੇਡਾ ਤੋਂ ਬਾਹਰ। ਇਨ ਪਰਸਨ ਤੁਸੀਂ ਕਿਤੇ ਜਾ ਨਹੀਂ ਸਕਦੇ ਕਿ ਈਮੇਲ ਦੇ ਰਾਹੀਂ ਤੁਸੀਂ ਬੈਕ ਐਂਡ ਫੋਰਥ ਜਿਹੜਾ ਕਮਿਊਨੀਕੇਟ ਕਰ ਰਹੇ ਹੋ। ਉਹ ਬਹੁਤ ਹੀ ਵੱਡਾ ਜਿਹੜਾ ਇੱਕ ਨੰਬਰ ਹੈ ਸਟੂਡੈਂਟਸ ਦਾ ਜਿਹੜਾ ਇਹ ਪ੍ਰੋਬਲਮ ਜਿਹੜੀ ਚੱਲ ਰਿਹਾ ਹੈ। ਅੱਛਾ, ਅਖੀਰ ਦੇ ਵਿੱਚ ਮੈਨੂੰ ਇੱਕ ਹੋਰ ਦੱਸਿਓ ਜੀ, ਜਿਹੜੇ ਕਾਲਜਸ ਨੇ ਹੁਣ ਉੱਥੇ ਬੈਠਿਆਂ ਨੂੰ ਕਿਵੇਂ ਪਤਾ ਲੱਗੇ ਜੀ ਵੀ ਆਹ ਕਾਲਜਸ ਦੇ ਵਿੱਚੋਂ ਸਾਨੂੰ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਮਿਲੂ? ਇੱਥੇ ਠੱਗ ਨੇ ਜਿਹੜੇ ਉਹ 2 ਕਮਰਿਆਂ ਦਾ ਕਾਲਜ ਖੋਲੀ ਬੈਠਾ, ਜਵਾਕ ਇੱਥੇ ਆਉਂਦਾ ਮੁੜ ਕੇ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ। ਇਹ ਵੀ ਸਮਝਾ ਕੇ ਜਾਓ ਜੀ ਵੀ ਉਹ ਕਿਵੇਂ ਆਉਣ, ਡਿਸਾਈਡ ਕਿਵੇਂ ਕਰਨ ਵੀ ਕਿਹੜੇ ਕਾਲਜ ਚ ਆਉਣਾ। ਜੀ ਬਾਈ ਜੀ 3 ਤਰ੍ਹਾਂ ਦੇ ਕਾਲਜਸ ਹੈਗੇ ਬਈ ਜਿਹੜੇ ਰਨ ਕਰਦੇ ਨੇ ਕੈਨੇਡਾ ਦੇ ਵਿੱਚ। ਇੱਕ ਤਾਂ ਕਾਲਜ ਹੈਗਾ ਜਿਹੜੇ ਸੋਲਲੀ ਪ੍ਰਾਈਵੇਟ ਕਾਲਜ ਨੇ ਔਰ ਉਹ ਸਿਰਫ ਸਰਟੀਫਿਕੇਟ ਤੇ ਡਿਪਲੋਮਾ ਪ੍ਰੋਗਰਾਮਸ ਨੂੰ ਰਨ ਕਰਦੇ ਨੇ। ਉਹ ਕਾਲਜਸ ਜਿਹੜੇ ਨੇ ਸੋਲਲੀ ਪ੍ਰਾਈਵੇਟ ਕਾਲਜਸ ਐਂਡ ਸਿਰਫ ਡਿਪਲੋਮਾ ਜਾਂ ਸਰਟੀਫਿਕੇਟ ਪ੍ਰੋਗਰਾਮ ਨੂੰ ਰਨ ਕਰਦੇ ਨੇ। ਉਹ ਉਸ ਤੇ ਪੜ੍ਹਨ ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਸੈਕੰਡ ਜਿਹੜੇ ਕਾਲਜਸ ਨੇ ਉਹ ਕਾਲਜਸ ਨੇ ਜਿਨ੍ਹਾਂ ਨੇ ਪ੍ਰਾਈਵੇਟ ਕਾਲਜਸ ਨੇ 100% ਪ੍ਰਾਈਵੇਟਲੀ ਓਨਡ ਨੇ, ਬਟ ਉਹਨਾਂ ਨੇ ਫਰੈਂਚਾਈਜ਼ੀ ਤਰ੍ਹਾਂ ਆਪਣੇ ਐਗਰੀਮੈਂਟ ਸਾਈਨ ਕੀਤੇ ਹੋਏ ਨੇ ਕਿਸੇ ਪਬਲਿਕ ਫੰਡਡ ਕਾਲਜਸ ਦੇ ਨਾਲ। ਸੋ ਜਿਹੜਾ ਪਬਲਿਕ ਫੰਡਡ ਕਾਲਜਸ ਹੈ ਉਹ ਆਪਣਾ ਕੁਰਿਕੂਲਮ ਜਿਹੜਾ ਹੈਗਾ ਐਕਸਟੈਂਡ ਕਰਦਾ ਵੀ ਪ੍ਰਾਈਵੇਟਲੀ ਇੱਕ ਪ੍ਰਾਈਵੇਟ ਅਦਾਰਾ ਜਿਹੜਾ ਉਹਨਾਂ ਦਾ ਕੁਰਿਕੂਲਮ ਜਾਂ ਕੋਰਸ ਨੂੰ ਪੜਾਉਂਦਾ। ਉਸ ਤੋਂ ਬਾਅਦ ਜਦੋਂ ਸਟੂਡੈਂਟ ਆਪਣੀ ਜਿਹੜੀ ਪੜ੍ਹਾਈ ਪੂਰੀ ਕਰ ਲੈਂਦਾ ਤਾਂ ਐਗਜ਼ਾਮੀਨੇਸ਼ਨ ਵੀ ਜਿਹੜਾ ਕੰਡਕਟ ਹੁੰਦਾ ਉਹ ਪਬਲਿਕ ਜਿਹੜਾ ਕਾਲਜ ਹੈ, ਜਿਹੜਾ ਪੇਰੈਂਟ ਕਾਲਜ ਹੈ, ਪਬਲਿਕ ਕਾਲਜ ਹੈ, ਉਹਨਾਂ ਦੇ ਹੀ ਐਗਜ਼ਾਮ ਜਿਹੜੇ ਕੰਡਕਟ ਕੀਤੇ ਜਾਂਦੇ ਨੇ। ਔਰ ਫਾਈਨਲ ਜਿਹੜੀ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਹੈ ਉਹ ਕਿਸੇ ਪਬਲਿਕ ਕਾਲਜ ਵੱਲੋਂ ਇਸ਼ੂ ਕੀਤਾ ਜਾਂਦਾ। ਜੇ ਉਸ ਤਰ੍ਹਾਂ ਦੀ ਅਰੇਂਜਮੈਂਟ ਦੇ ਵਿੱਚ ਕੋਈ ਸਟੂਡੈਂਟ ਪੜ੍ਹਦਾ ਤਾਂ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ, ਬਿਕੋਜ਼ ਜਿਹੜੀਆਂ ਉਹਦੀਆਂ ਟ੍ਰਾਂਸਕ੍ਰਿਪਟਸ ਨੇ ਜਾਂ ਉਹਨਾਂ ਦਾ ਜਿਹੜੀ ਫਾਈਨਲ ਡਿਗਰੀ ਜਾਂ ਡਿਪਲੋਮਾ ਜਾਂ ਸਰਟੀਫਿਕੇਟ ਹੈ ਉਹ ਕਿਸੇ ਪਬਲਿਕ ਫੰਡਡ ਅਦਾਰੇ ਵੱਲੋਂ ਇਸ਼ੂ ਕੀਤਾ ਹੋਇਆ। ਇਸ ਤੋਂ ਇਲਾਵਾ ਇਹਨੇ ਇਸੀ ਕੈਟਾਗਰੀ ਦੇ ਵਿੱਚ ਕਈ ਪ੍ਰਾਈਵੇਟ ਕਾਲਜਸ ਨੇ ਜਿਨ੍ਹਾਂ ਨੂੰ ਡਿਗਰੀ ਦੇਣ ਦੀ ਇਜਾਜ਼ਤ ਹੈ ਔਰ ਡਿਗਰੀ ਪ੍ਰੋਗਰਾਮ ਉਹ ਸੋਲੀ ਰਨ ਕਰ ਸਕਦੇ ਨੇ। ਸੋ ਜਿਹੜੇ ਉਹ ਕਾਲਜਸ ਨੇ ਉਹਨਾਂ ਕਾਲਜਸ ਦੇ ਵਿੱਚ ਕੋਈ ਸਟੂਡੈਂਟ ਪੜ੍ਹਦਾ ਤਾਂ ਯੈਸ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਜੋ ਡਿਗਰੀ ਦੇ ਸਕਦੇ ਨੇ। ਜਿਹੜੀ ਲਾਸਟ ਕੈਟਾਗਰੀ ਹੈਗੀ, ਤੀਜੀ ਕੈਟਾਗਰੀ ਹੈ, ਉਹ ਕਾਲਜਸ ਨੇ ਜਿਹੜੇ ਪਬਲਿਕ ਫੰਡਡ ਕਾਲਜਸ ਨੇ ਜਾਂ ਕੁਆਜ਼ੀ ਗਵਰਨਮੈਂਟ ਕਾਲਜਸ ਨੇ ਜਿਹੜੇ ਕਿਊਬੈਕ ਦੇ ਵਿੱਚ ਨੇ। ਉਹਨਾਂ ਨੂੰ ਬਿਲਕੁਲ ਅਲਾਉਡ ਹੈ ਉੱਥੇ ਜੇ ਸਟੂਡੈਂਟ ਪੜ੍ਹਦਾ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਸੋ ਸਭ ਤੋਂ ਸਿੰਪਲ ਤਰੀਕਾ ਹੁੰਦਾ ਵੀ ਤੁਸੀਂ ਦੇਖਣਾ ਵੀ ਡਿਗਰੀ ਪ੍ਰੋਗਰਾਮ 'ਚ ਲੈ ਰਹੇ ਹੋ ਤਾਂ ਤੁਹਾਡੇ ਕੋਲ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਇਹ ਜਨਰਲ ਪ੍ਰਿੰਸੀਪਲ ਹੈ। ਜਿੱਥੇ ਤੁਸੀਂ ਕੋਈ ਡਿਪਲੋਮਾ ਪਿਕ ਕਰ ਰਹੇ ਹੋ ਜਾਂ ਸਰਟੀਫਿਕੇਟ ਪ੍ਰੋਗਰਾਮ ਪਿਕ ਕਰ ਰਹੇ ਹੋ ਤਾਂ ਫਿਰ ਬਿਲਕੁਲ ਤੁਸੀਂ ਇਹ ਦੇਖਣਾ ਹੁੰਦਾ ਵੀ ਇਹ ਪਬਲਿਕ ਕਾਲਜ ਹੈ ਜਾਂ ਪ੍ਰਾਈਵੇਟ ਕਾਲਜ ਹੈ ਜਾਂ ਇਹ ਪਬਲਿਕ ਕਾਲਜ ਹੈ ਬਟ ਐਫੀਲੀਏਟਡ ਹੈ ਟੂ ਮਾਫ ਕਰਨਾ ਪ੍ਰਾਈਵੇਟ ਕਾਲਜ ਹੈ ਬਟ ਐਫੀਲੀਏਟਡ ਹੈ ਟੂ ਅ ਪਬਲਿਕ ਐਂਟੀਟੀ। ਫਿਰ ਵੀ ਤੁਹਾਨੂੰ ਜਿਹੜਾ ਹੈਗਾ ਮਿਲੇਗਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ। ਔਰ ਤੀਸਰੀ ਜਿਹੜੀ ਤਰੀਕਾ ਹੁੰਦਾ ਤੁਸੀਂ ਕਾਲਜ ਤੋਂ ਵੀ ਇਹ ਚੀਜ਼ ਕਨਫਰਮ ਕਰ ਸਕਦੇ ਹੋ, ਪੁੱਛ ਸਕਦੇ ਹੋ। ਕਈ ਇਹੋ ਜਿਹੇ ਇਨਸੀਡੈਂਟ ਜ਼ਰੂਰ ਆਏ ਨੇ ਜਿਹਦੇ ਵਿੱਚ ਕੋਈ ਪ੍ਰਾਈਵੇਟ ਕਾਲਜ ਹੁੰਦਾ ਉਹ ਜ਼ਰੂਰ ਇਹ ਕਹਿ ਦਿੰਦੇ ਨੇ ਵੀ ਹਾਂਜੀ ਤੁਸੀਂ ਜਿਹੜਾ ਹੈਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕਦੇ ਹੋ, ਪਰ ਜਦੋਂ ਸਟੂਡੈਂਟ ਪੜ੍ਹਾਈ ਪੂਰੀ ਕਰਦਾ ਫਿਰ ਉਹ ਕਹਿੰਦੇ ਨੇ ਇਹ ਤਾਂ ਇੱਕ ਯੂਨੀਵਰਸਿਟੀ ਟ੍ਰਾਂਸਫਰ ਪ੍ਰੋਗਰਾਮ ਹੈ, ਅਸੀਂ ਜਿੱਥੇ ਆਪਣੀ ਪੜ੍ਹਾਈ ਪੂਰੀ ਕਰ ਦਿੱਤੀ ਹੈ। ਤਾਂ ਉੱਥੇ ਬਿਲਕੁਲ ਇਹ ਕੌਨਫਲਿਕਟ ਹੈਗਾ ਕਿਉਂਕਿ ਸਟੂਡੈਂਟ ਜਦੋਂ ਕੈਨੇਡਾ ਦੇ ਵਿੱਚ ਆਉਂਦਾ ਸੋਚ ਕੇ ਆਉਂਦਾ ਵੀ ਉਹਨਾਂ ਨੂੰ ਜਾਂ ਇੰਡੀਆ ਦੇ ਵਿੱਚ ਜਿਹੜਾ ਉਹਨਾਂ ਦੇ ਏਜੰਟ ਜਾਂ ਕੋਈ ਕੰਸਲਟੈਂਟ ਆ ਉਹਨਾਂ ਨੂੰ ਗਾਈਡ ਕਰਦੇ ਨੇ ਵੀ ਯੈਸ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕਦੇ ਹੋ, ਬਟ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਤਾਂ ਟ੍ਰਾਂਸਫਰ ਪ੍ਰੋਗਰਾਮ ਹੈ, ਅਸੀਂ ਜਿਹੜੀਆਂ ਪ੍ਰੈਪਰੇਟਰੀ ਕਲਾਸਿਸ ਨੇ ਅਸੀਂ ਲਾਈਆਂ ਨੇ ਉਹ ਤੋਂ ਬਾਅਦ ਤੁਸੀਂ ਕਿਸੇ ਆਪਣੇ ਜਿਹੜੇ ਕ੍ਰੈਡੈਂਸ਼ੀਅਲਸ ਇਹਨਾਂ ਨੂੰ ਟ੍ਰਾਂਸਫਰ ਕਰਾਓ ਕਿਸੇ ਹੋਰ ਪਬਲਿਕ ਅਦਾਰੇ ਦੇ ਵਿੱਚ। ਤੋ ਇਸ ਕਰਕੇ ਉਹਨਾਂ ਸਟੂਡੈਂਟਸ ਨੂੰ ਬਿਲਕੁਲ ਇਹਦੀ ਮਾਰ ਝੱਲਣੀ ਪੈਂਦੀ ਹੈ। ਇਸ ਤੋਂ ਇਲਾਵਾ ਬਈ ਜੀ ਜਦੋਂ ਇਮੀਗ੍ਰੇਸ਼ਨ ਅਪਲਾਈ ਕਰਨੀ ਹੈ ਕਈ ਪ੍ਰੋਵਿੰਸਿਸ ਤੁਹਾਨੂੰ ਉਹਨਾਂ ਜਿਹੜੀ ਡਿਪਲੋਮਾਸ ਜਾਂ ਸਰਟੀਫਿਕੇਟਸ ਨੇ ਉਹਦੇ ਕੋਈ ਪੁਆਇੰਟ ਨਹੀਂ ਦਿੰਦੇ। ਇਹ ਵੀ ਬਹੁਤ ਕੇਅਰਫੁਲ ਹੋਣਾ ਪੈਂਦਾ ਵੀ ਜਦੋਂ ਕੋਰਸ ਪਿਕ ਕਰਦੇ ਹੋ ਕਿਹੜੀ ਪ੍ਰੋਵਿੰਸ ਉਸ
ਕਾਲਜ ਦੇ ਪੁਆਇੰਟਸ ਤੁਹਾਨੂੰ ਦੇਗੀ ਜਾਂ ਨਹੀਂ ਦੇਗੀ। ਸੋ ਇਸ ਲਈ ਜਾਂ ਤਾਂ ਤੁਸੀਂ ਬਹੁਤ ਵਧੀਆ ਬਾਈ ਜੀ ਜੇ ਐਡਵਾਈਸ ਲੈ ਲਓ ਬਿਫੋਰ ਜਦੋਂ ਤੁਸੀਂ ਅਪਲਾਈ ਕਰਦੇ ਹੋ, ਅਦਾਰੇ ਬਾਰੇ ਚੈੱਕ ਕਰ ਲਓ। ਪਰ ਜਿਹੜੇ ਪਬਲਿਕ ਫੰਡਡ ਕਾਲਜਸ ਨੇ ਉਹ ਬਿਲਕੁਲ ਸੇਫ ਕਾਲਜਸ ਨੇ, ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ। ਇਹ ਪ੍ਰੋਬਲਮ ਉੱਥੇ ਹੀ ਆਉਂਦੀ ਹੈ ਜਿੱਥੇ ਕੋਈ ਪ੍ਰਾਈਵੇਟ ਕਾਲਜ ਹੈ। ਅਖੀਰ ਦੇ ਵਿੱਚ ਕੁਝ ਹੋਰ ਐਡ ਕਰਨਾ ਹੋਵੇ ਜੀ? ਜੀ ਬਿਲਕੁਲ ਬਾਈ ਜੀ, ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ ਵੀ ਇੰਟਰਵਿਊਜ਼ ਬਹੁਤ ਆ ਰਹੀਆਂ ਨੇ ਹੁਣ, ਜਿਹੜੀਆਂ ਐਪਲੀਕੇਸ਼ਨ ਨੇ ਪ੍ਰੋਸੈਸ ਕਰਨੀਆਂ ਸ਼ੁਰੂ ਕੀਤੀਆਂ ਨੇ, ਔਰ ਰਿਫਿਊਜ਼ਲ ਰੇਟ ਬਹੁਤ ਵਧਿਆ ਹੋਇਆ। ਇੱਕ ਚੀਜ਼ ਦਾ ਬਿਲਕੁਲ ਖਿਆਲ ਰੱਖਿਆ ਜਾਵੇ, ਵੀਜ਼ਾ ਆਫਿਸਰ ਜਦੋਂ ਇੰਟਰਵਿਊ ਕਰਦਾ, ਜੇ ਉਹ ਕੰਡੀਸ਼ਨਲ ਬਣਾਉਂਦਾ ਤੁਹਾਡੀ ਅਪਰੂਵਲ ਨੂੰ, ਜੇ ਤੁਹਾਨੂੰ ਜ਼ਿਕਰ ਕਰਦਾ ਇੰਟਰਵਿਊ ਦੇ ਦੌਰਾਨ ਵੀ ਤੁਸੀਂ ਆਹ ਚੀਜ਼ ਮੈਨੂੰ ਡਿਸਕਲੋਜ਼ ਕਰ ਦਿਓ ਤਾਂ ਮੈਂ ਤੁਹਾਨੂੰ ਵੀਜ਼ਾ ਦੇ ਦੂੰਗਾ, ਅਦਰਵਾਈਜ਼ ਮੈਂ ਰਿਫਿਊਜ਼ ਕਰ ਲੂੰਗਾ। ਪਲੀਜ਼ ਉਹ ਚੀਜ਼ ਨੂੰ ਰੈਕਟ ਤੇ ਲੈ ਕੇ ਆਓ, ਕਿਉਂਕਿ ਜਦੋਂ ਅਸੀਂ ਅਪੀਲ ਕਰਦੇ ਹਾਂ ਇਹ ਚੀਜ਼ਾਂ ਸਾਨੂੰ ਸਟੇਟਮੈਂਟ ਕਲਾਇੰਟ ਤਾਂ ਜ਼ਰੂਰ ਦਿੰਦਾ ਵੀ ਇਹ ਜੀ ਇਸ਼ੂ ਹੋਇਆ ਸੀ ਜਾਂ ਇਹ ਜਿਹੀਆਂ ਚੀਜ਼ਾਂ ਕਹੀਆਂ ਗਈਆਂ ਸੀ, ਪਰ ਆਫਿਸਰ ਉਹਨੂੰ ਰਿਕਾਰਡ ਨਹੀਂ ਕਰਦਾ। ਸੋ ਇਹ ਚੀਜ਼ ਆਫਿਸਰ ਨੂੰ ਵੀ ਤੁਰੰਤ ਕਿਹਾ ਜਾਵੇ ਉਦੋਂ, ਉਸ ਵਕਤ ਜਦੋਂ ਇਹ ਜੇ ਕੋਈ ਵਰਡ ਯੂਜ਼ ਕਰ ਰਿਹਾ, ਜੇ ਕੰਡੀਸ਼ਨ ਬਣਾ ਰਿਹਾ ਤੁਹਾਡੇ ਡਿਸੀਜਨ ਨੂੰ, ਤੁਹਾਨੂੰ ਪ੍ਰੈਸ਼ਰਾਈਜ਼ ਕਰਿਆ ਜਾ ਰਿਹਾ, ਪਲੀਜ਼ ਉਹਨੂੰ ਰਿਕਾਰਡ ਕਰਾਇਆ ਕਰੋ, ਆਫਿਸਰ ਨੂੰ ਦੱਸਿਆ ਕਰੋ ਵੀ ਇਹ ਚੀਜ਼ ਨੂੰ ਰਿਕਾਰਡ ਕਰੋ, ਔਰ ਟ੍ਰਾਂਸਕ੍ਰਿਪਟ ਦੇ ਵਿੱਚ ਉਹ ਚੀਜ਼ ਰਿਫਲੈਕਟ ਕਰਨੀ ਚਾਹੀਦੀ ਹੈ। ਔਰ ਇਹ ਵੀ ਦੱਸੋ ਵੀ ਤੁਹਾਡੇ ਹੱਕ ਹੈਗੇ ਜਿਹੜੇ ਤੁਸੀਂ ਕੈਨੇਡਾ ਦੇ ਵਿੱਚ ਜਿਹੜੀ ਅਪੀਲ ਕਰ ਸਕਦੇ ਹੋ, ਔਰ ਇਹ ਅਪੀਲ ਦੇ ਵਿੱਚ ਜਿਹੜੀ ਇਹ ਚੀਜ਼ ਯੂਜ਼ ਕੀਤੀ ਜਾਏਗੀ ਤਾਂ ਕਿ ਆਫਿਸਰ ਜਿਹੜਾ ਖਾਸ ਕਰਕੇ ਤੁਹਾਡੀ ਇੰਟਰਵਿਊ ਲੈ ਰਿਹਾ ਉਹ ਵੀ ਕੌਸ਼ੀਅਸ ਹੋਵੇ, ਉਹਨੂੰ ਪਤਾ ਹੋਵੇ ਤੁਹਾਨੂੰ ਰੂਲਸ ਦੇ ਬਾਰੇ ਪਤਾ, ਉਹ ਇਹ ਨਾ ਡਿਕਲੇਅਰ ਕਰੇ ਵੀ ਉਹਦਾ ਜਿਹੜਾ ਡਿਸੀਜਨ ਆ ਫੁੱਲ ਐਂਡ ਫਾਈਨਲ ਆ ਜਾਂ ਤੁਸੀਂ ਉਹਦੀ ਮਰਜ਼ੀ ਤੇ ਬੈਠੇ ਹੋ ਇਸ ਵੀਜ਼ਾ ਲੈਣ ਦੇ ਲਈ। ਤੇ ਤੁਹਾਡਾ ਕੋਈ ਕੇਸ ਇਸ ਤਰ੍ਹਾਂ ਰਿਫਿਊਜ਼ ਹੋਇਆ ਤਾਂ ਐਨੀ ਟਾਈਮ ਬਈ ਸਾਡੇ ਆਫਿਸ ਨੂੰ ਕਾਲ ਕੀਤਾ ਜਾ ਸਕਦਾ ਹੈ। ਸਰੀ ਜੇ ਕਾਲ ਕਰਨਾ ਤਾਂ 6045985555 ਜਾਂ ਐਬਸਫੋਰਡ ਆਫਿਸ ਕਾਲ ਕਰਨਾ ਹੀ 6048524444 ਜਾਂ ਫਿਰ ਵੈਬਸਾਈਟ ਤੇ ਜਾ ਸਕਦੇ ਹਾਂ www.cwccanada.com। ਉੱਥੇ ਅਸੀਂ ਕੁਝ ਵੀਡੀਓਜ਼ ਵੀ ਪਾਈਆਂ ਹੋਈਆਂ ਨੇ, ਤੇ ਉਹ ਪਲੀਜ਼ ਵੀਡੀਓਜ਼ ਵੀ ਜ਼ਰੂਰ ਦੇਖ ਲਿਓ, ਉਹਦੇ 'ਚ ਵੀ ਤੁਹਾਨੂੰ ਕਾਫੀ ਜਾਣਕਾਰੀ ਜਿਹੜੀ ਆ ਜਾਏਗੀ। ਧੰਨਵਾਦ ਜੀ, ਥੈਂਕ ਯੂ। ਬੈਂਕਾਂ ਨਹੀਂ ਦਿੰਦੀਆਂ ਲੋਨ, ਛੇਤੀ ਕੀਤੇ ਪੱਤਰਾ ਕੱਢ ਕੇ ਬਹਿ ਜਾਂਦੀਆਂ ਨੇ, ਆਹ ਵੀ ਦੇਣਾ ਆਹ ਵੀ ਲੈਣਾ। ਇੱਕ ਹੋਰ ਇਹ ਖਾਸ ਖਿਆਲ ਰੱਖਿਆ ਕਰੋ, ਜਿਹੜੀਆਂ ਤੁਹਾਡੀਆਂ ਸਾਡਾ ਰੈਕੋਰਡ ਰੱਖਣ ਵਾਲੀਆਂ ਦੋ ਏਜੰਸੀਆਂ ਨੇ, ਟ੍ਰਾਂਸਯੂਨੀਅਨ ਹੈ ਇੱਕ ਇਕੋਫੈਕਸ ਹੈ, ਉਹਨਾਂ ਨਾਲ 5-4 ਸਾਲ ਬਾਅਦ ਨਾ ਗੱਲਬਾਤ ਕਰ ਲਿਆ ਕਰੋ। ਤੇ ਉਹਨਾਂ ਕਈ ਵਾਰ ਤੁਹਾਡੇ ਨਾਂ ਤੇ ਪਤਾ ਹੀ ਨਹੀਂ ਕੌਣ ਕੋਈ ਖਰੀਦ ਕੇ ਸਮਾਨ ਤੁਰਿਆ ਫਿਰਦਾ ਹੁੰਦਾ, ਤੁਹਾਡਾ ਲਾਲ ਖਾਤਾ ਪਾਈ ਬੈਠੇ ਹੁੰਦੇ ਆ। ਇਹ ਜ਼ਰੂਰੀ ਹੈ ਕਿ ਇਹਦੇ ਤੇ ਨਿਗਾਹ ਮਾਰੋ। ਇਸ ਦੇ ਨਾਲ ਹੀ ਸੰਧੂ ਤੇ ਸਰਾਹ ਨਾਲ ਗੱਲਬਾਤ ਕਰਿਓ, ਜੇ ਤੁਹਾਨੂੰ ਨਾ ਲੋਨ ਮਿਲੇ ਤਾਂ ਸੰਧੂ ਤੇ ਸਰਾਹ ਵਾਲੇ ਤੁਹਾਨੂੰ ਲੋਨ ਲੈ ਕੇ ਦਿੰਦੇ ਆ। ਵਿਕਰਮ ਸਰਾਹ ਤੇ ਸ਼ਵਿੰਦਰ ਸੰਧੂ 778-552 6668-78248-3342। ਰਾਜਨੀਤਿਕ ਬੰਦਿਆਂ ਵੱਲੋਂ ਹੁਣ ਜਦ ਹੀ ਹਰਿਆਣਾ ਨੇ ਟਵੀਟ ਕੀਤਾ, ਰਾਜਨੀਤਿਕ ਬੰਦੇ ਟਵੀਟ ਤਾਂ ਕਰ ਰਹੇ ਨੇ, ਇੱਥੇ ਟਵੀਟ ਦਾ ਕੋਈ ਮਤਲਬ ਨਹੀਂ। ਤੁਹਾਡੇ ਕੋਲ ਪਦਵੀਆਂ ਹੋਰ ਨੇ, ਤੁਸੀਂ MP ਤੇ MLA, ਤੁਸੀਂ ਸਰਕਾਰ ਨੂੰ ਲਿਖੋ, ਆਟਵਾ ਨੂੰ ਲਿਖੋ, ਆਟਵਾ ਵਾਲੇ ਲਿਖਣ ਭਾਰਤੀ ਸਰਕਾਰ। ਹਰਿਆਣਾ ਵਰਗਿਆਂ ਦੇ ਕੋਲ ਜਾਂ ਗਰੇਡਾ ਕੋਲ ਜਾਂ ਮੀਨਾ ਹੈਰਿਸ ਦੇ ਕੋਲ, ਮੀਆਂ ਖਲੀਫਾ ਦੇ ਕੋਲ ਲੈਟਰ ਪੈਡ ਨਹੀਂ ਹੈ ਜਿਹਦੇ ਤੇ ਹਰੀ ਸ਼ਾਹੀ ਨਾਲ ਦਸਤਖਤ ਹੁੰਦੇ ਆ। ਇਹ ਨਹੀਂ ਡੈਮੋਕ੍ਰੈਟਿਕ ਪ੍ਰੋਸੈਸ ਤੇ ਇਹ ਤੇ ਉਹ, ਇਹ ਗੱਲਾਂ ਨੇ ਸਭ। ਮਿੱਟੀ ਨਾ ਝਾੜੋ ਸ਼ਲਗਮਾਂ ਤੋਂ, ਲਿਖੋ ਉੱਥੇ ਨੂੰ। ਸਾਰੇ ਰਾਜਨੀਤਿਕ ਹੁਣ ਹਰਿਆਣਾ ਤੋਂ ਬਾਅਦ ਉਹਨਾਂ ਨੂੰ ਐ ਹੋ ਗਿਆ ਵੀ ਹੁਣ ਤਾਂ ਗੱਲ ਨਹੀਂ ਬਣਨੀ, ਹੁਣ ਤਾਂ ਲਿਖਣਾ ਪੈਣਾ, ਕੋਈ ਸਟੈਂਡ ਵਿਦ ਫਾਰਮਰਸ, ਮੇਰਾ ਇਹ ਹੋ ਗਿਆ, ਮੇਰਾ ਉਹ ਹੋ ਗਿਆ। ਇਹ ਨਹੀਂ, ਇਹ ਸਭ ਕੱਚੀਆਂ ਗੱਲਾਂ। ਇਹ ਤਾਂ ਟਵੀਟ ਆਮ ਲੋਕ ਕਰਦੇ ਨੇ, ਜਿਨ੍ਹਾਂ ਨੂੰ ਦਿੱਤੀਆਂ ਹੋਈਆਂ ਮੋਹਰਾਂ ਲੋਕਾਂ ਨੇ। ਉਹ ਘੱਟੋ ਘੱਟ ਸਰਕਾਰ ਨੂੰ ਲਿਖੋ, ਤੁਹਾਡਾ ਕੋਈ ਫਾਇਦਾ ਹੋਵੇ। ਇਹ ਕਿਉਂਕਿ ਇਹ ਜ਼ਰੂਰੀ ਹੈ। ਇੱਥੇ ਹੀ ਚੰਦਪਾਲ ਗਿੱਲ ਹੋਰਾਂ ਦੇ ਨਾਲ ਮੈਂ ਬਾਰੇ ਗੱਲਬਾਤ ਕਰਨੀ ਚਾਹੁੰਦਾ। ਤੁਸੀਂ ਕੱਲ ਦੇ ਉਹਨਾਂ ਦੇ ਬਾਰੇ ਡਾਕੂਮੈਂਟਰੀਜ਼ ਤੇ ਪ੍ਰਭਜੋਤ ਹੋਣਾ ਨੇ ਬਹੁਤ ਵਧੀਆ ਓਮਨੀ ਤੇ ਉਹਨਾਂ ਦੇ ਬਾਰੇ ਦੱਸਿਆ। ਤੇ ਜਦ ਉਹਨਾਂ ਦੇ ਦੋਸਤ ਬੋਲ ਸਾਹਿਬ ਤੇ ਰੰਧਾਵਾ ਸਾਹਿਬ ਬੋਲ ਰਹੇ ਸੀ, ਅੱਖਾਂ ਦੇ ਵਿੱਚ ਪਾਣੀ ਸੀ, ਨਮ ਸੀ ਅੱਖਾਂ ਕਾਰਨ।
ਇਹ 75 ਦੇ ਵਿੱਚ ਅੱਜ ਤੋਂ 45 ਵਰੇ ਪਹਿਲਾਂ ਕਿਵੇਂ ਸ਼ੁਰੂ ਕੀਤਾ ਹੋਊ। ਬਾਕੀ ਵੀ ਲੋਕ ਕੈਬਨਾਂ ਦੇ ਵਿੱਚ ਰਹਿੰਦੇ ਸੀ ਜਾਂ ਸਪਰੇਅ ਵਾਲੇ ਢੋਲਾਂ ਦੇ ਵਿੱਚ ਪਾਣੀ ਪਾ ਕੇ ਪਿਲਾਉਂਦੇ ਸੀ। ਖੜਨ ਵਾਲੇ ਫਿਰ ਇਹ ਜਿਹੜੀ ਖਸਲਤ ਆ, ਹਰ ਮਿੱਟੀ ਦੀ ਆਪਣੀ ਖਸਲਤ ਆ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ। ਹਰ ਜ਼ਖਮੀ ਜਿਹੜਾ ਸਿਰ ਹੈ, ਜ਼ਖਮੀ ਚਿਹਰਾ ਜਿਹੜਾ ਹੈ, ਜ਼ਖਮੀ ਸਰੀਰ ਆ, ਸਿਰ ਨਹੀਂ ਝੁਕਦਾ। ਹਰ ਮਤਲਬ ਇਹ ਗੱਲਾਂ ਨੇ ਸਭ। ਉਹਨਾਂ ਨੇ ਬਹੁਤ ਕੰਮ ਕੀਤਾ, ਨਸਲਵਾਦ ਦੇ ਖਿਲਾਫ ਉਹ ਲੜੇ। ਨਾਲ ਦੇ ਉਸ ਸਮੇਂ ਦੇ ਬੰਦੇ ਪੁਰਾਣਿਆਂ ਦੇ ਵਿੱਚੋਂ ਜਦੋਂ ਉਹ ਨਸਲਵਾਦ ਦੇ ਖਿਲਾਫ ਵਕੀਲ ਕਰਦੇ, ਉਹ $500-400 ਮਹੀਨੇ ਦਾ ਕਮਾਉਣ ਵਾਲੇ ਲੋਕ ਕੋਲੋਂ $100 ਦਿੰਦੇ ਰਹੇ। ਤੇ ਠੀਕ ਹੈ, ਉਹਨਾਂ ਨੇ ਆਗੂ ਹੋ ਕੇ ਕੰਮ ਕੀਤਾ, ਪਰ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ। ਅਗਾਂਹ ਵਧੂ ਸੋਚ ਵਾਲੇ ਬੰਦੇ ਅੱਜ ਤੋਂ 40 ਵਰੇ ਪਹਿਲਾਂ ਜਿਹੜੇ 1980 ਚ ਆਏ, ਉਹਨਾਂ ਨੇ ਬਹੁਤ ਕੰਮ ਕੀਤਾ। ਚੰਦਪਾਲ ਗਿੱਲ ਉਹਨਾਂ ਨਾਲ, ਉਹਨਾਂ ਦੇ ਦੋਸਤ ਨੇ ਜਿਹੜੇ ਰਾਤ ਜਿਹੜੇ ਬੋਲ ਰਹੇ ਸੀ, ਉਹ ਸੁਣ ਕੇ ਵੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ। ਹਾਂਗਕਾਂਗ ਤੋਂ ਉਹ ਪੈਦਾ ਹੋ ਗਏ, ਉੱਥੇ ਪੰਜਾਬ ਚਲੇ ਗਏ, ਪੰਜਾਬ ਤੋਂ ਫਿਰ ਵਾਪਸ ਆ ਗਏ। ਬਿਲਕੁਲ ਨਾਲ ਵੱਡੀ ਕਢਾਣੀ ਪਿੰਡ ਹੈ ਜਿੱਥੇ ਉਹ ਵਿਆਹੇ ਹੋਏ ਸੀ, ਆਪਣੇ ਬਿਲਕੁਲ ਮੇਰੇ ਪਿੰਡ ਦੇ ਨਾਲ। ਤੇ ਹੁਣ ਉਹਨਾਂ ਦੀ ਲੈਗੇਸੀ ਤਾਂ ਉਹਨਾਂ ਨੇ ਛੱਡਤੀ, ਪਰ ਉਹਨਾਂ ਦੇ ਪਾਏ ਜਿਹੜੇ ਪੂਰਨੇ ਨੇ ਜਾਂ ਉਹਨਾਂ ਦੀਆਂ ਬਣਾਈਆਂ ਸੰਸਥਾਵਾਂ ਦਾ ਕਿਹਨੇ ਖਿਆਲ ਰੱਖਣਾ। ਹੁਣ ਇਹ ਜਿਹੜੇ ਦੋਸਤ 1980 ਦੇ 75 ਦੇ ਤੁਰੇ ਹੁੰਦੇ ਨੇ, ਜਦ ਤੁਸੀਂ ਸੰਸਥਾਵਾਂ ਸੁੰਨੀਆਂ ਛੱਡ ਦੇਣੀਆਂ ਨੇ, ਉੱਥੇ ਕੀ ਹੋਣਾ। ਇੱਕ ਤਾਂ ਭਾਈਚਾਰੇ ਵੱਲੋਂ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਸੰਸਥਾ ਜਿਹੜੀ ਪਿਕਸ ਹੈ, ਉਹਨਾਂ 'ਚ ਉਹਨਾਂ ਦੀ ਪੱਕੀ ਕੋਈ ਯਾਦਗਾਰ ਹੋਵੇ। ਮੈਨੂੰ ਇਹ ਪਤਾ ਲੱਗਿਆ ਵੀ ਉਹਨਾਂ ਦੀ ਪਿਕਚਰ ਸੀ, ਉੱਥੇ ਪਿਕਚਰ ਵੀ ਲਾ ਦਿੱਤੀ ਗਈ ਜਦੋਂ ਰਿਟਾਇਰ ਹੋ ਗਏ। ਬਹੁਤ ਭਰੋਸੇਯੋਗ ਸੂਤਰ ਨੇ ਦੱਸਿਆ ਮੈਨੂੰ ਵੀ ਉਹਨਾਂ ਦੀ ਪਿਕਚਰ ਸੀ, ਤੇ ਰਿਟਾਇਰਮੈਂਟ ਤੋਂ ਬਾਅਦ ਉਹ ਆਉਣਾ ਚਾਹੁੰਦੇ ਹੁੰਦੇ ਸੀ ਪਿਕਸ ਦੇ ਵਿੱਚ। ਉਹ ਆਉਂਦੇ ਰਹੇ ਕੁਝ ਸਮਾਂ, ਤੇ ਫਿਰ ਉਹ ਯਕਦਮ ਆਉਣੋਂ ਹਟ, ਕਾਰਨ ਪਤਾ ਨਹੀਂ ਕੀ ਹੋਇਆ। ਤੇ ਉਹਨਾਂ ਨੂੰ ਇਹ ਵੀ ਵਾਅਦੇ ਕੀਤੇ ਕਿ ਤੁਹਾਨੂੰ ਆਰਡਰ ਆਫ ਕੈਨੇਡਾ ਦਵਾ ਦਾਂਗੇ ਤੇ ਤੁਹਾਡਾ ਕੰਮ ਬਹੁਤ ਹੈ। ਜਾਨਸ਼ੀਨ ਬਹੁਤ ਚਿਰ ਲੱਭਦੇ ਰਹੇ ਕਿ ਪਿਕਸ ਦਾ, ਮੇਰੇ ਬਾਅਦ ਪਿਕਸ ਨੂੰ ਕੌਣ ਸੰਭੂ। ਬੜਾ ਔਖਾ ਹੈ। ਅੱਜ ਤੋਂ 20-20, 50-50, $60 ਇਕੱਠੇ ਕਰਕੇ $80 ਨਾਲ ਸ਼ੁਰੂ ਕੀਤੀ ਜਥੇਬੰਦੀ ਨੂੰ, ਉਹਨੂੰ ਬੂਰ ਪਾਉਣਾ ਬਹੁਤ ਔਖਾ ਕੰਮ ਹੈ। ਬਣਿਆ ਬਣਾਇਆ ਤਾਂ ਬਹੁਤ ਸੌਖਾ, ਬਹਿਣੀ ਘੁੰਮਣ ਵਾਲੀ ਕੁਰਸੀ ਤੇ ਘੁੰਮਣਾ ਬੜਾ ਸੌਖਾ। ਤੇ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਂਝੇ ਕੰਮ ਨੂੰ ਕਰਨਾ, ਵੀ ਉੱਥੇ ਰਾਜਨੀਤੀ ਕੋਈ ਪੈਂਤੜਾ ਨਹੀਂ ਹੋਊ ਤੇ ਉੱਥੋਂ ਰਾਜਨੀਤੀ ਦੇ ਹਿਸਾਬ ਨਾਲ ਕੋਈ ਗੱਲ ਨਹੀਂ ਹੋਊ। ਇਹਨੂੰ ਸਾਂਭ ਕੇ ਰੱਖਣਾ ਬਹੁਤ ਔਖਾ, ਵੀ ਸਾਰੀਆਂ ਪਾਰਟੀਆਂ ਨਾਲ ਬਣਾ ਕੇ ਰੱਖ। ਜਦ ਤੁਸੀਂ ਸਾਂਝੀ ਸੰਸਥਾ ਕੋਈ ਰਾਜਨੀਤਿਕ ਕਾਰਨਾਂ ਕਰਕੇ ਵਰਤਣ ਲੱਗ ਜਾਓਗੇ, ਫਿਰ ਉਹ ਸੰਸਥਾ ਨਹੀਂ ਚੱਲਣੀ। ਇੱਕ ਮੈਂ ਬਹੁਤ ਦਿਨਾਂ ਦਾ, ਪਿਛਲੇ ਸਾਲ ਦੇ ਲਗਭਗ ਤੁਹਾਨੂੰ ਕਹਿਣਾ, ਕਿ ਤੁਹਾਡੀਆਂ ਲੋਕੋ ਬਣਾਈਆਂ ਜਥੇਬੰਦੀਆਂ ਨੂੰ ਛੱਡੋ ਨਾ, ਅਕਾਊਂਟੇਬਿਲਟੀ ਕਰੋ ਉਹਦੀ। ਉਹਦੇ ਤੁਹਾਡੇ ਕਰਕੇ ਉਹਨਾਂ ਨੂੰ ਜਿਹੜੀਆਂ ਕੋਈ ਵੀ ਜਥੇਬੰਦੀ ਬਣੀ ਆ, ਕੋਈ ਰੇਡੀਓ ਸਟੇਸ਼ਨ ਹੈ, ਕੋਈ ਕੁਛ ਹੈ, ਤੁਹਾਡੇ ਦਸਤਖਤਾਂ ਕਰਕੇ ਮਿਲਿਆ, ਤੇ ਉਹਦੀ ਅਕਾਊਂਟੇਬਿਲਟੀ ਕਰੋ ਵੀ ਭਾਈ ਸਾਹਿਬ ਇਹ ਅਸੀਂ ਲੈ ਕੇ ਦਿੱਤਾ ਤੈਨੂੰ, ਆ ਜਥੇਬੰਦੀ ਅਸੀਂ ਉਸਾਰੀ ਹੈ, ਇਹਦੇ ਚ ਆ ਲਾਓ, ਮੈਂ ਫਾਊਂਡਿੰਗ ਮੈਂਬਰ ਆ, ਮੇਰੇ ਇੰਨੇ ਪੈਸੇ ਨੇ, ਮੇਰਾ ਆ ਤੇ ਮੇਰਾ ਆ, ਸਾਨੂੰ ਦੱਸੋ ਕੀ ਹੋ ਰਿਹਾ। ਰਾਈਟ ਆਫ ਇਨਫੋਰਮੇਸ਼ਨ ਥੱਲੇ ਕਢਾਓ ਕੀ ਆ ਰਿਹਾ ਹੈ, ਕੌਣ ਹੈ, ਕਿੰਨੇ ਬੰਦੇ EMPLOYE ਨੇ, ਕੌਣ EMPLOYE ਨੇ। ਨਹੀਂ, ਇਹ ਤੁਹਾਡੇ ਵੱਲੋਂ ਬਣਾਈਆਂ ਚੀਜ਼ਾਂ ਡੁੱਬ ਜਾਣੀਆਂ। ਕਿਸੇ ਬੰਦੇ ਦਾ ਕੌਮ ਲਈ, ਕਮਿਊਨਿਟੀ ਲਈ ਕੰਮ ਕੀਤਾ, ਉਹਦੀ ਅਸਲ ਜਿਹੜੀ ਸ਼ਰਧਾਂਜਲੀ ਇਹ ਆ ਵੀ ਉਹਦੇ ਪਾਏ ਹੋਏ ਪੂਰਨਿਆਂ ਦੀਆਂ, ਉਹਦੀਆਂ ਪਾਈਆਂ ਲੀਹਾਂ ਨੂੰ ਸਾਂਭ ਕੇ ਰੱਖਣਾ। ਇਹ ਨਹੀਂ ਹੈ ਵੀ ਉੱਥੇ ਜਾ ਕੇ ਕਾਲਾ ਕੋਟ ਪਾ ਕੇ ਤੇ ਕੋਲ ਖੜ ਜਾਓ ਜੀ, ਜੱਫੀਆਂ ਪਾ ਕੇ 2 ਬੈਡ ਤੇ ਗੁਰਦੁਆਰਾ ਸਾਹਿਬ ਜਾ ਕੇ ਕੁਣਕਾ ਛਕਿਆ ਤੇ ਘਰ ਨੂੰ ਆ ਗਏ। ਇਹ ਨਹੀਂ ਹੈ ਸ਼ਰਧਾਂਜਲੀ। ਜਾਂ ਬੋਲ ਲਓ ਉੱਥੇ, 2 ਦਿਨ ਪਹਿਲਾਂ ਸਪੀਚਾਂ ਲਿਖਣ ਲੱਗ ਜਾਣੀਆਂ ਨੇ ਤੇ ਬੋਲ ਲਓ ਉੱਥੇ। ਉਹ ਨਹੀਂ, ਜਿਹੜਾ ਮਤਲਬ ਸਾਂਝਾ ਬੰਦਾ, ਮੈਂ ਭਾਈਚਾਰੇ ਦਾ ਪਰਿਵਾਰ ਦੀ ਗੱਲ ਨਹੀਂ, ਸਾਂਝੇ ਬੰਦੇ ਦੀ ਅਸਲ ਸ਼ਰਧਾਂਜਲੀ ਉਹੀ ਆ ਵੀ ਉਹਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਫੇਰ ਗੱਲ ਬਣਨੀ ਹੈ। ਇਹਨਾਂ ਹੱਥਾਂ 'ਚ ਕੌਣ ਨੇ, ਕੌਣ ਬੋਰਡ ਆਫ ਡਾਇਰੈਕਟਰ ਨੇ, ਕੀ ਅਕਸਾ ਕਮਿਊਨਿਟੀ ਦੇ ਵਿੱਚ। ਫਿਰ ਜਦ ਤੁਸੀਂ ਛੱਡ ਦਿੰਦੇ ਹੋ, ਅਗਲਾ ਕਹਿੰਦਾ ਕੋਈ ਆਉਂਦਾ ਤਾਂ ਹੈ ਨਹੀਂ, ਮਰਜ਼ੀ ਕਰੋ। ਸਵੇਰੇ ਮੈਨੂੰ ਜਦ ਮੈਂ ਉਹਨਾਂ ਬਾਰੇ ਪੁਰਾਣੇ ਬੰਦਿਆਂ ਤੋਂ ਪਤਾ ਕਰ ਰਿਹਾ ਸੀ, ਕਹਿੰਦੇ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਕਰ ਹੀ ਨਹੀਂ ਸਕਦਾ। ਦਿਨ ਰਾਤ ਪਤਾ ਨਹੀਂ ਕਿੰਨੀ ਵਾਰ ਉਹ
ਰੇਡੀਓ ਸ਼ੋਅ ਤੇ ਆ ਕੇ ਆਹ ਜਿਹੜੀ ਅਸਿਸਟੈਂਟ ਲਿਵਿੰਗ ਹੈ ਤੇ ਜਾਂ ਲੌਂਗ ਟਰਮ ਕੇਅਰ ਹੈ, ਜਿਹੜੇ 2 ਫੈਸਿਲਿਟੀਜ਼ ਉਹਨਾਂ ਨੇ ਬਣਾਈਆਂ ਸਕਾਟ ਰੋਡ ਦੇ ਨੇੜੇ ਜਿੱਥੇ ਸਾਡੇ ਬਜ਼ੁਰਗ ਬਹਿਦੇ ਆ ਉੱਠਦੇ ਆ, ਉਹ ਬਹੁਤ ਔਖਾ ਕੰਮ ਸੀ। ਹੁਣ ਅਗਲਾ ਪ੍ਰੋਜੈਕਟ ਉਹਨਾਂ ਨੇ ਵਿੱਢਿਆ ਹੋਇਆ, ਉਹਦਾ ਖਰਚਾ ਖੁਰਚਾ ਕਿੰਨਾ ਆ ਰਿਹਾ, ਉਹਦੀ ਕੋਟੇਸ਼ਨਾਂ ਕਿੰਨੀਆਂ, ਉਹ ਤੇ ਕਿੰਨਾ ਪੈਸਾ ਇਕੱਠਾ ਹੋ ਰਿਹਾ, ਕਿੰਨੇ ਉਹਦੇ ਤੇ ਲੱਗ ਰਹੇ ਨੇ। ਇਹ ਕਮਿਊਨਿਟੀ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਦਾ ਉਹਨੂੰ ਨਿਗਾਹ ਰੱਖਣੀ ਚਾਹੀਦੀ ਹੈ, ਉਹ ਕਿਵੇਂ ਸਿਰੇ ਚੜੂਗਾ। ਦੁੱਖ ਸਭ ਤੋਂ ਵੱਡਾ ਇਹ ਹੈ ਕਿਉਂਕਿ ਅਸੀਂ ਕੋਈ ਜਥੇਬੰਦੀ ਬਣਾਉਣ 'ਚ ਯੋਗਦਾਨ ਨਹੀਂ ਪਾਇਆ। ਜਿਹੜੇ ਹੁਣ ਆਏ 15-20 ਸਾਲ ਪਹਿਲਾਂ, ਜਿਹੜੇ 50 ਸਾਲ ਪਹਿਲਾਂ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ, ਉਹਨਾਂ ਨੂੰ ਜਦ ਪੁੱਛਦਾ ਉਹ ਕਹਿੰਦੇ ਯਾਰ ਕੀ ਕਰੀ, ਕਿਉਂਕਿ ਸੱਚੇ ਬੰਦੇ ਸੀ। ਉਹ ਕਹਿੰਦੇ ਥੱਕ ਹਾਰ ਕੇ ਘਰੇ ਬਹਿ ਗਏ। ਦੇਖ ਲਿਓ ਪੁੱਛ ਕੇ ਤੁਸੀਂ ਗੁਰਦੁਆਰੇ ਜਿਨ੍ਹਾਂ ਨੇ ਬਣਾਏ, ਘਰਾਂ ਤੇ ਲੋਨ ਚੱਕੇ, ਰਾਜਨੀਤਿਕ ਛੱਡੋ, ਧਾਰਮਿਕ ਸੰਸਥਾਵਾਂ ਬਣਾਈਆਂ, ਧਾਰਮਿਕ ਸਕੂਲ ਬਣਾਏ, ਜਿਨ੍ਹਾਂ ਨੇ ਘਰਾਂ ਤੇ ਮੌਰਗੇਜਾਂ ਲੈ ਕੇ ਆਪਣੀਆਂ ਗੱਡੀਆਂ ਦੇ ਵਿੱਚ ਜਵਾਕ ਲਿਆ ਕੇ ਸਕੂਲ 'ਚ ਲਿਆਂਦੇ, ਉਹਨਾਂ ਨੂੰ ਦਿਖਾਇਓ ਇੱਕ ਵੀ ਕਿਸੇ ਪੁਰਾਣੇ ਇੰਸਟੀਚਿਊਟ ਦੇ ਵਿੱਚ ਵੀ ਸਾਡਾ ਬੰਦਾ ਹੈ। ਸੋ ਕਰਤੇ ਸਾਰੇ ਕੱਲੇ ਕੱਲੇ ਅਗਲਿਆਂ ਨੇ। ਸੋ ਸਰਦਾਰ ਗਿੱਲ ਨੂੰ ਅਸਲ ਸ਼ਰਧਾਂਜਲੀ ਇਹ ਆ ਵੀ ਇੱਕ ਤਾਂ ਸੱਚ ਤੇ ਪਹਿਰਾ ਦੇਣਾ, ਧੱਕਾ ਨਹੀਂ ਕਿਸੇ ਨਾਲ ਹੋਣ ਦੇਣਾ, ਆਪਣੇ ਨਾਲ ਤਾਂ ਕੀ ਕਿਸੇ ਤੇ ਵੀ ਨਹੀਂ ਹੋਣ ਦੇਣਾ। ਨਸਲਵਾਦ ਦੇ ਖਿਲਾਫ ਖੜਨਾ। ਕੂ ਕਲੈਕਸ ਕਲੈਨ ਵਾਲੇ ਜਦ ਬੇਸਬਾਲ ਬੈਟ ਲੈ ਕੇ ਆਉਂਦੇ ਸੀ ਤੇ ਕਹਿੰਦੇ ਇਕੱਠੇ ਹੋ, ਇਹ 5-7-10-20 ਬੰਦੇ ਕਮਿਊਨਿਟੀ 'ਚ ਹੁੰਦੇ ਜਿਹੜੇ ਖੜਦੇ ਸੀ, ਕਹਿੰਦੇ ਆ ਜਾਓ, ਜੇਬਾਂ 'ਚੋਂ ਕੱਢ ਕੇ ਪੈਸੇ ਦਿੱਤੇ। ਸੋ ਇਹ ਉਸ ਸਮੇਂ ਨੂੰ ਫਿਰ ਉਹਨੂੰ ਅੱਗੇ ਲੈ ਕੇ ਜਾਣਾ, ਤਾਂ ਫਿਰ ਉਹਦੇ ਤੇ ਨਿਗਾਹ ਹੁਣ ਰੱਖਣ ਦੀ ਬਹੁਤ ਜ਼ਰੂਰਤ। ਤੇ ਉਹਨਾਂ ਦੀ ਕੋਈ ਯਾਦ ਇਸ ਕੰਪਲੈਕਸ ਦੇ ਵਿੱਚ, ਉਹਨਾਂ ਦੇ ਦਫ਼ਤਰ ਦੇ ਵਿੱਚ ਜਾਂ ਲੌਂਗ ਟਰਮ ਕੇਅਰ 'ਚ ਕੋਈ ਉਹਨਾਂ ਦਾ ਜਿਹੜਾ ਬੁੱਤ ਜਾਂ ਕੋਈ ਉਹਨਾਂ ਦੀ ਪਿਕਚਰ, ਜਿਹੜੀ ਉਹਨਾਂ ਦਾ ਆਫਿਸ ਆ ਉਹ 'ਚ ਪਿਕਚਰ ਲੱਗਣੀ ਚਾਹੀਦੀ ਹੈ। ਜਿਹੜੀ ਪਿਕਚਰ ਲੱਗੀ ਸੀ ਕਹਿੰਦੇ ਲਾ ਦਿੱਤੀ ਆ, ਰਿਟਾਇਰਮੈਂਟ ਜਦ ਹੋ ਗਈ, ਪਹਿਲਾਂ ਲੱਗੀ ਰਹੀ ਹੈ। ਚਲੋ ਇਹ ਹੋ ਸਕਦਾ ਵੀ ਜਿਹੜਾ ਵੀ CEO ਚਲੇ ਗਿਆ, ਪਰ ਉਹ CEO ਨਹੀਂ ਸੀ ਹੈ, ਉਹਨਾਂ ਨੇ ਪਿਕਸ ਹੱਥੀਂ ਬਣਾਈ ਹੈ। ਇਹ ਚੰਦਪਾਲ ਗਿੱਲ ਉਹਨਾਂ ਦਾ ਅਸਲ ਸ਼ਰਧਾਂਜਲੀ ਕਮਿਊਨਿਟੀ ਵੱਲੋਂ ਉਹਨਾਂ ਨੂੰ ਇਹ ਚਾਹੀਦੀ ਹੈ ਕਿ ਉਹਨਾਂ ਦੀ ਬਣਾਈ ਹੋਈ ਇਸ ਜਥੇਬੰਦੀ ਤੇ ਨਿਗਾਹ ਰੱਖ ਕੇ ਉਸ ਨੂੰ ਵਧੀਆ ਹੋਰ ਬਣਾਇਆ ਜਾਵੇ। ਸੁੰਨੀ ਨਾ ਛੱਡੋ, ਸੁੰਨੀ ਛੱਡੀ ਨਹੀਂ ਤੇ ਗਈ। ਤੇ ਉਸ ਤੋਂ ਬਾਅਦ ਕਮਿਊਨਿਟੀ ਆਪਣੇ ਹਿਸਾਬ ਨਾਲ ਪਤਾ ਕਰੇ ਵੀ ਭਾਈ ਦੱਸੋ ਕੌਣ ਕੌਣ ਬੰਦੇ ਇੱਥੇ ਕੰਮ ਕਰਦੇ ਨੇ, ਕੌਣ ਕਿਹਦਾ ਰਿਸ਼ਤੇਦਾਰ ਹੈ ਤੇ ਕਿੰਨੀਆਂ ਤਨਖਾਹਾਂ ਨੇ, ਕਿਹੜਾ ਕਿਹੜਾ ਬੰਦਾ, ਕੀ ਕੁਆਲਿਟੀ ਹੈ। ਬਹੁਤ ਹੁਣ ਸਾਡਾ ਕਿਤੇ ਥੋੜਾ ਪੰਜਾਬ ਤੋਂ ਪੜ੍ਹੇ ਲਿਖੇ ਬੰਦੇ ਆ ਰਹੇ ਨੇ, ਉਹਨਾਂ ਨੂੰ ਕੋਈ ਨਵੀਂ ਓਪਰਚੁਨਿਟੀ ਮਿਲ ਸਕਦੀ ਹੈ। ਬਹੁਤ ਲੋਕ ਨੇ ਜਿਹੜੇ ਬਹੁਤ ਘੱਟ ਪੈਸਿਆਂ ਤੇ ਕੰਮ ਕਰ ਸਕਦੇ, ਜਿਨ੍ਹਾਂ 'ਚ ਕਮਿਊਨਿਟੀ ਲਈ ਦਰਦ ਹੈ ਕੰਮ ਕਰਨ ਦਾ। ਬਹੁਤ ਉਹਨਾਂ ਨੇ ਮਿਹਨਤ ਕੀਤੀ। ਅੱਜ ਸਵੇਰੇ ਉਹਨਾਂ ਨੇ 2-3 ਦੋਸਤਾਂ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕੀ ਕੀਤੀ। ਸਰਦਾਰ ਮਨਿੰਦਰ ਸਿੰਘ ਗਿੱਲ ਉਹਨਾਂ ਤੋਂ ਪੁੱਛਿਆ ਤੇ ਉਹਨਾਂ ਨੇ ਦੱਸਿਆ, ਕਹਿੰਦੇ ਅਸੀਂ $400 ਤਨਖਾਹ ਲੈਂਦੇ ਸੀ, 100 ਜੇਬ 'ਚ ਦਿੰਦੇ ਰਹੇ ਆ ਵੀ ਆ ਲਓ ਫੜੋ ਵਕੀਲ ਕਰੋ, ਠੋਕ ਕੇ ਕੰਮ ਨੇ ਕਹਿੰਦੇ ਨਾਲ ਕਰਦੇ ਰਹੇ, ਡਾਂਗ ਵੀ ਨਾਲ ਚੱਕੀ ਉਹਨਾਂ ਨੇ ਬਹੁਤ। ਪਰ ਮੈਂ ਕੱਲ ਜਿਹੜੀ ਸਰਦਾਰਨੀ ਕੱਲ ਉਹਨਾਂ ਦੀ ਡਾਕੂਮੈਂਟਰੀ ਵੇਖੀ, ਜਿਹੜੇ 2 ਦੋਸਤ ਸਰਦਾਰ ਰੰਧਾਵਾ ਤੇ ਸਰਦਾਰ ਬੋਲ, ਉਹਨਾਂ ਦੇ ਭਾਵੁਕਤਾ ਸੀ, ਉਹ ਉਹਨਾਂ ਦੀ ਦੱਸ ਰਹੀ ਸੀ ਵੀ ਬੰਦੇ ਕਿੱਥੋਂ ਤੁਰੇ ਪ੍ਰਿੰਸ ਜਾਰਜ ਤੋਂ 75। ਬਹੁਤ ਔਖਾ ਕੰਮ ਆ, ਲੋਕਾਂ ਲਈ ਮਰਨਾ ਬਹੁਤ ਔਖਾ। ਜਿਹਨੇ ਯਾਦ ਰੱਖਣਾ, ਕਿਸੇ ਨੇ ਨਹੀਂ ਯਾਦ ਰੱਖਣਾ। ਸੰਸਕਾਰ ਤੱਕ ਗੱਲ ਹੈ, ਹਫ਼ਤਾ ਨਹੀਂ ਪੈਂਦਾ, ਸਭ ਭੁੱਲ ਜਾਂਦੇ। ਪਰ ਕਿਸੇ ਲਈ ਖੜਨਾ, ਲੁਕਾਈ ਲਈ ਖੜਨ ਦਾ ਵੀ ਸਵਾਦ ਆਪਣਾ ਹੀ ਹੈ। ਇਹ ਵੀ ਨਾਲ ਹੀ ਉਹਦੇ ਤਾਂ ਔਕੜਾਂ ਆਉਣਗੀਆਂ। ਫਿਰ ਜਦ ਪਾਣੀ ਤੋਂ ਪੁੱਠਾ ਤੁਸੀਂ ਤੈਰਨਾ, ਫਿਰ ਤਾਂ ਖੱਲੀਆਂ ਪੈਣਗੀਆਂ ਤੇ ਮੌਰਾਂ ਦੇ ਮਸਲ ਜਿਹੜੇ ਨੇ ਉਹ ਟਾਈਟ ਹੋਣਗੇ। ਪਰ ਸਵਾਦ ਉਹਦਾ ਇਹੀ ਹੈ, ਜਾਂ ਤਾਂ ਇੱਥੇ ਐ ਹੋਵੇ ਫॉर ਐਵਰੇਜ ਜਿਉਣਾ, ਇੱਥੇ ਮਰਨਾ ਹੀ ਹੈ ਨਹੀਂ। ਇੱਥੇ ਤਾਂ ਮਿਲੀਅਨਰ ਬਿਲੀਅਨਰ ਤੇ $5 ਜਿਹਦੀ ਜੇਬ 'ਚ ਨੇ, ਮਿੱਟੀ ਇੱਕ 'ਚ ਜਾਣਾ ਮਿੱਤਰਾ, ਕਿਤੇ ਨਹੀਂ ਜਾ ਸਕਦਾ। ਭੱਜ ਲੈ ਜਿੱਥੇ ਤੱਕ ਭੱਜਦਾ, ਬਹੁਤ ਮਨ 'ਚ ਹੁੰਦਾ ਬਈ ਪੈਸਿਆਂ ਵਾਲੇ। ਅਸਲ ਇਹ ਹੈ ਵੀ ਲੋਕ ਲੋਕਾਂ ਲਈ ਕੀ ਸਰ ਗਿੱਲ ਨੂੰ ਸ਼ਰਧਾਂਜਲੀ ਲੋਕੋ, ਅਸਲ ਇਹ ਹੈ ਕਿ ਉਹਨਾਂ ਦੇ ਪਾਏ ਪੂਰਿਆਂ ਤੇ ਉਹਨਾਂ ਦੀਆਂ ਬਣਾਈਆਂ ਸੰਸਥਾਵਾਂ ਨੂੰ ਵਧੀਆ ਚਲਾਓ ਤੇ ਲੋਕ ਚਲਾਓ। ਤੁਹਾਨੂੰ
ਕਹਾਣੀ ਅੱਜ ਕਿਰਪਾਲ ਕਜ਼ਾਕ ਉਹਨਾਂ ਦੀ ਸੁਣਾਉਣਾ ਹੈ। ਕਿਰਪਾਲ ਕਜ਼ਾਕ ਉਹਨਾਂ ਨੇ ਗੁਰਬਤ ਦੀਆਂ ਬਹੁਤ ਕਹਾਣੀਆਂ ਲਿਖੀਆਂ, ਗਰੀਬੀ ਦੀਆਂ ਬਹੁਤ ਕਹਾਣੀਆਂ ਲਿਖੀਆਂ, ਜਾਤ ਪਾਤ ਤੇ ਹੁੰਦੇ ਜ਼ੁਲਮ ਤੇ ਬਹੁਤ ਕਹਾਣੀਆਂ ਲਿਖੀਆਂ। ਬਹੁਤ ਤੁਹਾਨੂੰ ਉਹਨਾਂ ਦੀਆਂ ਕਹਾਣੀਆਂ ਸੁਣਾਈਆਂ। ਮੈਂ ਚੜ੍ਹਦਾ ਸੂਰਜ ਇੱਕ ਤੁਹਾਨੂੰ ਸੁਣਾਈ ਸੀ ਕਹਾਣੀ, ਜਿਹਦੇ ਵਿੱਚ ਪਿੰਡ ਦਾ ਇੱਕ ਬੰਦਾ ਜਿਹੜਾ ਫੌੜੀਆਂ ਤੇ ਤੁਰਦਾ, ਚੱਠਿਆਂ ਨੇ ਮੋਗਾ ਵੱਢ ਲਿਆ ਪਿੰਡ ਦੇ ਵਿੱਚ, ਜਾਂ ਫਿਰ ਉਹ ਗੱਲ ਕਰ ਰਿਹਾ ਦਰਵਾਜ਼ੇ ਖੜਕੇ ਤੇ ਪਹਿਲਾਂ ਨਾਲ ਹੋ ਗਏ ਲੋਕ ਦਸਤਖਤ ਕਰ ਲਈ, ਫਿਰ ਚੱਠਿਆਂ ਦੇ ਬਦਮਾਸ਼ ਆ ਕੇ ਪਿੱਛੇ ਖੜ ਗਏ ਚਾਦਰਾ ਟੁੰਗ ਕੇ, ਮੂਹਰਲੇ ਬੰਦੇ ਚੁੱਪ ਹੋ ਗਏ ਤੇ ਤੁਰਿਆ ਜਾਂਦਾ ਹੈ। ਡਮਰੂ ਵਾਂਗੂ ਉਹਦੀ ਵਿਸਾਖੀ ਖੜਕਦੀ ਹੈ ਪਿੰਡ ਦੀਆਂ ਗਲੀਆਂ 'ਚ, ਕਹਿੰਦਾ ਇਹਨਾਂ ਦੇ ਵਿੱਚੋਂ ਹੀ ਸੂਰਜ ਚੜ੍ਹਦਾ ਕਰੂ। ਬਹੁਤ ਸੋਹਣਾ ਕਹਿ ਗਿਆ। ਅੱਜ ਦੀ ਕਹਾਣੀ ਉਤਾਰ। ਹਰਨੇਕ ਸ਼ਾਂਗੇ ਜੋਤੇ ਦੀ ਦੂਜੀ ਰਾਹਲ ਮਲੀ, ਜਗਰੂਪ ਤੇ ਮਾਂ ਆ ਗਏ। ਹੰਡਾਲੀ ਪੈੜੀ ਵਿੱਚ ਛੱਡ ਬਲਦ ਛਾਵੇਂ ਬੰਦ, ਤਿੰਨੇ ਖੂਹ ਤੇ ਆ ਗਏ ਬੇਬੇ ਮਾਂ। ਸਬਜ਼ੀਆਂ ਚੌਲ ਅਚਾਰ ਕੜਾਹ ਬਹੁਤ ਕੋ ਲੈ ਗਏ। ਜਗਰੂਪ ਪਰਾਂ ਗੇੜਾ ਮਾਰ ਚਲ ਗਿਆ। ਮਾਂ ਨੇ ਨੇਕ ਦੀ ਰੋਟੀ ਖਵਾਈ ਤੇ ਜਗਰੂਪ ਦੇ ਆਉਣ ਤੋਂ ਪਹਿਲਾਂ ਨੇਕ ਦਾ ਹੱਥ ਕੁੱਟਿਆ। ਥੋੜਾ ਜਿਹਾ ਹੋਰ ਸਬਰ ਕਰ, 2.5 ਕਨਾਲਾਂ ਹਾਲੇ ਖੂਹ 'ਚ ਨੇ, ਇਹ ਵੀ ਲੈਣੀਆਂ ਨੇ। ਕੁਛ ਪੈਸੇ ਉਹਦੇ ਹੱਥ 'ਚ ਦੇਤੇ, ਜਦੋਂ ਜੀ ਕਰੇ ਮਾਰਨੀ ਸ਼ਹਿਰ ਗੇੜਾ, ਕੁਛ ਨਹੀਂ। ਸੱਤਿਆ ਉਹਦੀ ਸਕੀ ਮਾਂ, ਜਗਰੂਪ ਬਤਿਆ ਭਾਈ ਸੀ ਪਰ ਸੀ ਸਕਿਆਂ ਤੋਂ ਵੱਧ। ਜਗਰੂਪ ਸ਼ਹਿਰ 'ਚ ਨੌਕਰੀ ਕਰਦਾ, ਹਰਨੇਕ ਆਪਣੇ ਸਿਆੜਾਂ ਦੇ ਨਾਲ ਜਗਰੂਪ ਤੇ 2 ਕਿੱਲੇ ਵੀ ਵਾਹੁੰਦਾ। ਜਗਰੂਪ ਹਰਨੇਕ ਨਾਲ ਕਦੇ ਹਿੱਸੇ ਠੇਕੇ ਦੀਆਂ ਗਿਣਤੀਆਂ 'ਚ ਨਹੀਂ ਪਿਆ। ਜਗਰੂਪ ਨੂੰ ਨੇੜੇ ਆਉਂਦਾ ਵੇਖ ਸੱਤਿਆ ਨੇ ਜਗਰੂਪ ਦੀਆਂ ਕੁਝ ਪੈਂਟਾਂ ਕਮੀਜ਼ ਝੋਲੇ 'ਚੋਂ ਕੱਢ ਕੇ ਦਿੱਤੇ। ਨਵੀਆਂ ਹੀ ਨੇ, ਬਸ ਕੋੜੀ ਦੇ ਰੰਗ ਹੀ ਚੜ ਗਏ, ਇਹਨਾਂ ਪਾਉਣੀਆਂ ਨਹੀਂ। ਜਗਰੂਪ ਨੇੜੇ ਆ ਗਿਆ, ਬਹੁਤ ਬੋਲਾ, ਬਹੁਤਾ ਨਾ ਖਪਿਆ ਕਰ ਨੇਕ ਸਿਆਂ, ਜਦ ਵੱਧ ਕੰਮ ਹੋਵੇ ਆਪ ਪਾ ਲਿਆ ਕਰ। ਜੱਟ ਦੀ ਜੂਨ ਬਹੁਤ ਮਾੜੀ ਆ ਭਾਈ, ਮਿੱਟੀ ਤਾਂ ਕਹਿੰਦੀ ਮਿੱਟੀ ਹੋ ਮੇਰੇ ਨਾਲ ਤਾਂ ਪੱਲੇ ਪਊ, ਆਵਤੀਆਂ ਨਾਲ ਕੀ ਬਣਨਾ। ਕੋਈ ਨਾ ਵੇ ਪੁੱਤ, ਬਥੇਰੇ ਸੁੱਖ ਨੇ ਪਲੇ, ਕਿਉਂਕਿ ਸੰਸਾ ਕਰਦਾ। ਮੇਰੀ ਭਾਬੀ ਘਰੋਂ ਕੱਢੀ ਐ, ਦੇਖ ਕਹਿੰਦਾ ਰਹਿ ਗਿਆ। ਘਰੇ ਚੱਲੀਏ, ਦੇਖ ਕਹਿੰਦਾ ਐ ਕਮਲਾ ਤੈਨੂੰ ਮਿਲਣਾ ਸੀ ਮਿਲ ਲਿਆ, ਘਰ ਕੀ ਨੇ ਕੰਧਾਂ ਨੇ, ਘਰੇ ਨਹੀਂ ਜਾਣਾ। ਮਾਂ ਨੇ ਕਿਹਾ। ਜਗਰੂਪ ਨੇ ਵੀ ਹਾਮੀ ਭਰੀ। ਨੇਕ ਹਰ ਵਾਰ ਉਹਦਾ ਮਾਂ ਘਰ ਜਾ ਕੇ ਹਾਲਤ ਦੇਖੇ, ਪਰ ਮਾਂ ਘਰੇ ਨਾ ਜਾਂਦੀ, ਖੇਤ 'ਚੋਂ ਰੋਟੀ ਖਿਲਾ ਕੇ ਜਗਰੂਪ ਨਾਲ ਮੁੜ ਜਾਂਦੀ। ਚੰਗਾ ਪੁੱਤ, ਖਿਆਲ ਰੱਖੀ ਆਪਣਾ। ਮੁੜ ਗਈ। ਅੱਜ ਵੀ ਐਵੇਂ ਹੋਇਆ। ਹਰਨੇਕ ਪੂਰਨ ਸਿੰਘ ਬੈਲੀ ਤੇ ਸੱਤਿਆ ਦਾ ਪੁੱਤ ਸੀ, ਸ਼ਾਂਗਾ ਸੀ, 2 ਗੁੱਠੇ ਸੀ। ਜਗਰੂਪ ਪੂਰਨ ਸਿੰਘ ਦੀ ਪਹਿਲੀ ਘਰ ਵਾਲੀ ਦਿਆਲੋ ਤੋਂ ਸੀ। ਦਿਆਲੋ ਪੂਰਨ ਸਿੰਘ ਦੀ ਕਰੇਵਾ ਵਿਆਹਦਰ ਸੀ। ਦਿਆਲੋ ਜਗਰੂਪ ਨੂੰ ਕਰੇਵੇ 'ਚ ਪਿੱਛੋਂ ਹੀ ਨਾਲ ਲੈ ਕੇ ਆਈ ਸੀ। ਪੂਰਨ ਸਿੰਘ ਦਾ ਮੁੰਡਾ ਨਹੀਂ ਸੀ, ਦਿਆਲੋ ਦੇ ਨਾਲ ਹੀ ਆਇਆ ਸੀ। ਹਰਨੇਕ ਪੂਰਨ ਸਿੰਘ ਬੈਲੀ ਤੇ ਸੱਤਿਆ ਦਾ ਪੁੱਤ ਸੀ। ਦਿਆਲੋ ਕਰੜੀ ਕਾਠੀ ਦੀ ਧੀ ਸੀ। ਪੂਰਨ ਸਿੰਘ ਦੇ ਬੈਲ ਨੇ ਭੰਨਤੀ। 6 ਸਾਲਾਂ 'ਚ ਜਗਰੂਪ ਨੂੰ ਮਤੇ ਪਿਓ ਦੀ ਝੋਲੀ ਸਿੱਟੋਂ ਮਰ ਗਈ। ਦਿਆਲੋ ਦੇ ਪੇਕੇ ਸਹਿੰਦੀ ਜਗਰੂਪ ਨੂੰ ਨਾਨਕੇ ਲੈ ਸ਼ਰੀਕਾਂ ਦਾ ਚੱਕਿਆ ਚਕਾਇਆ। ਪੂਰਨ ਸਿੰਘ ਆਪਣੀ ਉਮਰ ਤੋਂ 15 ਸਾਲ ਛੋਟੀ ਸੱਤਿਆ ਲੈ ਆਇਆ। ਬੈਲੀ ਸੀ, ਮੋਢੇ ਤੇ ਗੰਡਾਸਾ ਰੱਖਣਾ, ਕਦੇ 12 ਬੋਰ ਵੀ ਛੱਡਣੀ, ਹੱਥ ਨੇ ਦਾਰੂ, ਸਵੇਰੇ ਰਜਮੀ ਫੀਮ, ਗੇੜੇ ਤੇ ਗੇੜਾ। ਸੱਤਿਆ ਗਰੀਬ ਕਰਦੀ ਸੀ, ਰੂਪ ਪਾਸੋਂ ਬਹੁਤ ਸੋਹਣੀ ਸੀ। ਬੈਲੀ ਪੂਰਨ ਸਿੰਘ ਦੀ ਗਹਿਣੇ ਪਈ ਜ਼ਮੀਨ ਤੇ ਨਸ਼ੇ ਨਾਲ ਭੰਨੀ ਦੇਹ ਦੀ ਝੋਲੀ ਆ ਗਈ ਪੈ। ਜਗਰੂਪ ਦੇ ਨਾਨਕਿਆਂ ਨੂੰ ਹੱਥਾਂ ਨਹੀਂ ਪੈ ਗਈ, ਇਹ ਤਾਂ ਹੋਰ ਵਿਆਹ ਲਿਆਇਆ। ਜਗਸਿਆਰ ਤਾਂ ਪਹਿਲਾਂ ਹੀ ਫੀਮ ਤੇ ਸ਼ਰਾਬ 'ਚ ਖੁਰ ਗਏ। ਕੀ ਪਤਾ ਸੱਤਿਆ ਜਵਾਕ ਜੰਮ ਕੇ ਜਗਰੂਪ ਨੂੰ ਹੜੁੱਤ ਸਾਰਤ ਕਰਦੇ। ਨਾਨਕੇ ਸਿਆਣੇ ਨਿਕਲੇ। ਪੂਰਨ ਦੇ ਜੂਦੇ ਜਗਰੂਪ ਦੇ 9 ਕਿੱਲੇ ਲੈ ਕੇ। ਸੱਤਿਆ ਜਦ ਆਈ ਜ਼ਮੀਨ ਬਹਿ, ਕੁਝ ਗਹਿਣੇ ਬਾਕੀ ਰਹਿੰਦੀ ਬਾਣੀਏ ਦੀ ਵਹੀ ਤੇ ਅੰਗੂਠਿਆਂ ਦੇ ਥੱਲੇ। ਸੱਤਿਆ ਦੂਰ ਦੇਸ਼ ਸੀ, ਰੱਜ ਕੇ ਜੂਨ ਦਾ ਸੁਪਨਾ ਲੈ ਕੇ ਉਹਨੇ ਚਾਹਿਆ ਪੂਰਨ ਸਿੰਘ ਛੇਤੀ ਤੁਰਦਾ ਬਣੇ ਤਾਂ ਬਚੂ ਕੁਛ। ਇੰਜੇ ਹੋਇਆ। ਨੇਕ ਹਾਲੇ ਸਾਲ ਦਾ ਸੀ, ਪੂਰਨ ਸਿੰਘ ਮਰ ਗਿਆ। 13ਵੇਂ ਤੋਂ ਬਾਅਦ ਸੱਤਿਆ ਪਟਵਾਰੀ ਨੂੰ ਸਿੱਧੀ ਮਿਲੀ। ਪਤਾ ਲੱਗਿਆ 2 ਕਿੱਲੇ ਗਹਿਣੇ ਨੇ, ਅੱਧਾ ਕਿੱਲਾ ਭਾਰ ਮੁਕਤਾ। ਸੁਰਜਾ ਬਾਣੀਆਂ ਬਹੀ ਲੈ ਕੇ ਆ ਖੜਿਆ। ਸੱਤਿਆ ਕੇਵਲ ਅੱਖਰ ਉਠਾਉਣੇ ਜਾਣਦੀ। ਜਦ ਉਹਨੇ ਦੇਖਿਆ ਸੂਰਜੇ ਦੀ ਬਿੰਦੀ ਬਹੀ ਤੇ ਪੂਰਨ ਸਿੰਘ ਦੇ ਥੈਲੇ ਅੰਗੂਠੇ ਨੂੰ ਵੇਖਿਆ ਤਾਂ ਉਹਨੇ ਕਿਹਾ, ਗੱਲ ਸੁਣ ਲਾ ਸ਼ਾਹ ਜੀ, ਪੈਸਾ ਤੇਰਾ ਮੋੜੂ, ਜ਼ਮੀਨ ਛਡਾਉਣੀ। ਪਹਿਲਾਂ ਤਾਂ ਉਹਦਾ ਮਨ ਕੀਤਾ ਸੀ ਪੁੱਤ ਨੂੰ ਲੈ ਕੇ ਜਿਹੜੀ ਰਹਿੰਦੀ ਆ ਵੇਚ ਕੇ ਭੱਜ ਜਾਵੇ,
फिर वो कहती गाहां कोई होर चौरा मिल गया कित्थे जाऊं, इत्थे हरनेक नूं पालूं, जमीन छड़ाओ। पुछड़ जे निक्की जान चक के अद्धे किले नाल 2 किले गहने वाले हिस्से ते रख के बाही चक ली। 15 लंघे साल, पता ही लग्या सत्या हर फसल ते कर्जा मोड़दी, सुरजे दा कर्जा ना जांदा। शाह जी लैण वाला मर गया, रब जामना, मैं नहीं जानदी उन्हें की लिया तू की दिता, पर मैं पाई पाई मोड़ती, पर तू ना बाहर निकले शरीकां कोल। फिर उन्हें कहा मंडी च हिस्से की वंड बनाई तो गल नशर हो गई, विधवा तीमी सारी जमीन छड़ा दू। शरीक जगरीब के कोल नानके जा खड़, जगरूप नौकरी ते ब्याह भरिया, पिंड नहीं सी आउंदा, नानकिਆਂ ਦੀ शह ते मोढिਆਂ ਤੋਂ थुकदा। शरीकां ने ਉਹਨੂੰ सीखिया रंडी तीवी वट्टां वड वड के सियाड़ अपने नाल नाल आउंदी है, जगरूप सिया पिंड आया कर यार, तेरा पिंड है। जगरूप गिणदा ना, ਉਹਨੂੰ पता सी मैं ना मेरी ਉਹ मां है ना मेरा प्यो सी, मैं ਤਾਂ ਪਿੱਛੋਂ आया सी, नानकिਆਂ ਦੇ तकड़ा ढेरी सी, नानकिਆਂ ਦੇ घर ही रहदा। जगरूप ने नानकिਆਂ ਨਾਲ ਗੱਲ ਕੀਤੀ, नानके सत्या ਵੱਲ ਸੀ ਵੀ ਕੋਈ ਨਾ ਸਾਡੀ ਭੈਣ ਉੱਥੇ ਹੈ, सत्या भी साडी भैन, सत्या ਨੂੰ ਧੀ ਵਾਂਗੂ ਸਮਝਦੇ। सत्या च खोट कोई नहीं सी, ਉਹ भी जगरूप ਦੇ ਮਾਮਿਆਂ ਨੂੰ, ਦਿਆਲੋ ਦੇ ਭਾਈਆਂ ਨੂੰ ਭਾਈਆਂ ਤੋਂ ਵੱਧ ਸਮਝ। ਇੱਕ ਦਿਨ जगरूप ਪਿੰਡ ਆ ਕੇ सत्या ਦੇ ਮੂਹਰੇ ਖੜ ਗਏ। सत्या बाहर खूह ते पट्टे कुत्त के हटी, जे एक दिहाड़ीदार नाल मक्की गुड़दा। जगरूप सत्या नूं देखदा रह गया। सांवला रंग, तिखे नक्श, सूतमी दे, पूर्ण सिंह बैली दी है जी टीवी है। उम्र का बाहला फर्क नहीं सी, क्योंकि जगरूप रेबे का बड़ा सी 10 साल, ते सत्या बैली पूर्ण तो 15 साल छोटी सी। तो 4 साल का फर्क होना जगरूप का। जगरूप उकल गया, मैं जगरूप जी। सत्या नूं चाह चढ़ गया, उन्हें जगरूप नूं धा के गलवखड़ी च लिया, मत्था चम्मिया, कोठड़ी च मंजा कढ़ शामे डाया। धन भाग साडे, धन भाग साडे जगरूप तू आया। सत्या नूं पता सी कि 2 किले इहदे नां ने, इहदे वाले 2 किलियां दा इहनूं कोई भाव नहीं, पर ये 2 किले हरनेक दी जिंदगी सौखी कर। सत्या दा चाह ना ठल्लिया गया। जगरूप लिए खीवी हो गई, हरनेक भी सद लिया। हरनेक जगरूप नूं देख के दंग रह गया। चिट्टे लीड़े, रोब दा चेहरा, मुशहरे चक्के हुए थल्ले, ताजे खड्डे खत से धागा लाया, लाल गल्लां देख के जगरूप ऐ लगे जिवें भदौड़िया सरदार कोई बैठा मूहरे। सत्या खुशी च अखां भरिया। जगरूप उन्हां पैरी मुड़ गया। मुड़ के जगरूप दे जेब च सिर्फ एक गल, पाटियां लीरां झंगियार किवें बैठे है। जगरूप जिहड़ा पिंड ना वड़दा, हुण हफ्ते बाद गेड़ा दिंदा। सत्या दी रुखी मिस्सी खांदा पक जांदा। एक दिन समा आया, जगरूप सत्या नूं शहर लै गया। जगरूप दी घर वाली ने जनेपा सिर ते सी। वो दिन आ ते पिछले 3 सालां तो मां मुड़ के हरनेक कोल आई दी, शहर ही रह गई। जगरूप दी घर वाली धी ने पुत जोड़े जम्मे, पेके चले गई, पेकिਆਂ तो मुड़ के ना आई। जो कहंदी भी बेबे नूं अपने नूं पिंड भेज। जगरूप दे नानके भी औखे सी, पर जगरूप कहदा की है, बतरेई है मां, पर है तां सकिਆਂ तो ਵੱਧ। अचानक प्रीत एक दिन नेक नूं पिंड आके मिली। नेक बंबी ते बैठा। जद उन्हें देखा ये कौन है, पिछों आके कहनी नेक, नेक पानी पर जी, मैं तेनू मिलना ही है। बैठो बैठो, बैठ बैठ। अंदरों भज के मंजा कढ़ लिया। नेक जे तेनू मैं पुछां, बुरा तां नहीं मन्नेगा मेरी, तेरी मां मेरे पिंड मेरे घरे की करती है? नेक कोल उत्तर नहीं सी। देख तू एक बार भी नहीं कहा भी वाह मां तेरा उत्थे की काम, तू इत्थे हथ साड़दा है, ਉਹਨੂੰ ਤੂੰ ਮੋੜ ਕੇ ਨਹੀਂ ਲਿਆਉਂਦਾ, 3 ਸਾਲ ਹੋ ਗਏ। ਇਹ ਹੈ ਫੇਰ ਕਹਿੰਦੀ ਭੋਰਾ ਭੋਰਾ ਜਵਾਕ ਨੇ, ਇਹਨਾਂ ਨੂੰ ਕਿਵੇਂ ਛੱਡ ਕੇ ਜਾਵਾਂ? ਜਵਾਕ ਮੇਰੇ ਸੀ, ਮੈਂ ਪਾਲਦੀ। ਹੁਣ ਉਹਦੀ ਰੋਟੀ ਪੱਕਦੀ ਹੈ, ਜਵਾਕ ਪਲੀ ਦਾ, ਤੂੰ ਦੱਸ ਮੈਨੂੰ ਕਿਉਂ ਲੈ ਕੇ ਜਾਊ? ਪ੍ਰੀਤ ਇੱਕ ਤਰ੍ਹਾਂ ਰੋਕ। ਇਹ ਤਾਂ ਹੁਣ ਵੀਰਾ ਦੇਖੇ, ਮੈਨੂੰ ਕੀ ਪਤਾ। ਨੇਕ ਨੇ ਕਿਹਾ ਜਗਰੂਪ ਨੂੰ, ਉਹ ਵੀਰਾ ਕਹਿੰਦਾ ਤੇਰਾ ਕਿੱਧਰੋਂ ਹੋ ਗਿਆ ਵੀਰਾ? ਪਹਿਲਾਂ ਤੂੰ ਇਹ ਸਮਝਾ ਮੈਨੂੰ, ਤੇਰਾ ਉਹ ਕੀ ਲੱਗਦਾ? ਦਿਆਲੋ ਤੇਰੇ ਪਿਓ ਨਾਲ ਕਰੇਵਾ ਦਿਆਲੋ ਦਾ ਹੋਇਆ, ਇਹ ਦਿਆਲੋ ਨਾਲ ਪਿੱਛੋਂ ਆਇਆ। ਇਹ ਨਾ ਤੇਰੇ ਪਿਓ ਦਾ ਕੋਈ ਲੱਗਿਆ, ਨਾ ਤੇਰਾ, ਨਾ ਤੇਰੀ ਇਹ ਮਾਂ ਦਾ। ਇਹ ਤਾਂ ਤੇਰਾ ਕਿਵੇਂ ਵੀਰਾ ਲੱਗਿਆ? ਮੈਂ ਹੋਰ ਕੀ ਕਹਾ ਫੇਰ? ਬਸ ਤੂੰ ਸਿਆਣਾ ਨਾ ਬਣੀ ਕਦੇ। ਪ੍ਰੀਤ ਨੇ ਐ ਕਹਿ ਕੇ ਜਦ ਉਹਦੇ ਵੱਲ ਨਿਗਾਹ ਰੱਖੀ, ਮੇਰੇ ਵੱਲ ਵੀ ਵੇਖ ਲੈ। ਜਗਰੂਪ ਦੀ ਘਰ ਵਾਲੀ ਨੇ ਜਾਂ ਨੇਕ ਸ਼ਾਂਗੇ ਨੂੰ ਕਿਹਾ। ਸ਼ਾਂਗ ਜਿਹੜਾ 6ਵਾਂ ਗੂਠਾ ਲਮਕਦਾ ਸੀ ਨਾਲ ਦੇ ਗੂਠੇ ਨਾਲ, ਉਹ ਉੱਪਰ ਨੂੰ ਹੋਣ ਲੱਗ ਗਿਆ। ਦੇਖ ਜਾਂ ਤਾਂ ਮਾਂ ਨੂੰ ਲੈ ਆ,
नहीं रोटियां थप्पण नूं मैं तेरे आजू घरे नाले जवाक जंम ला। जद आ गल पीतो ने कही, नेक शांगा जिहड़ा वो सिल पत्थर हो गया। नेक दे कपड़े आ जगरूप दे कपड़े पाई फिरदा तू, अच्छा तैनू देता अवतार उहने, जे अवतार ही हंडाउणा है तां चज नाल हंडा लै, मैं भी अवतार हां ओहदा। पीतो बोली जिउं ही उन्हें गल कीती, नेक मंजे दी दौड़ तो उठ खड़िया। बिछड़ वेले या उन्हें कहा नेक शरीक शेरे बन के नहीं टुकदा, बाकी कस नहीं छड़दा, जिद्दे तेनू लगू ना जगरूप दी कोई मीठी चाड़िया तेरे ते आ जी, ला देंगे रल के, जेड़े साइकिल ते आवेगा ओदे ते बह के आऊं नाल। नेक नू लगे भी यार मैं तां मक्की गुड्डदा ही रह गया, आ तां हैरानी दी गल हो गई। ਉਹਨੂੰ नेक ਨੂੰ ਨਾਲ ਘੁੱਟਿਆ ਤੇ ਚਲੀ। नेक ਨੂੰ ਖੜਨਾ ਮੁਸ਼ਕਲ ਹੋ ਗਿਆ। ਪਹਿਲੀ ਵਾਰ ਕਿਸੇ ਜਵਾਨ ਤੀਮੀ ਦੀ ਸ਼ੋਅ ਉਹਨੇ ਨੇੜਿਓਂ ਵੇਖੀ ਸੀ। ਜਦ ਉਹਨੂੰ ਯਾਦ ਹੁੰਦਾ ਹੁਣ ਘਰੇ ਖੇਤੀ ਕਰਦਾ ਮੋਟਰ ਤੇ ਬੈਠਾ, ਜਦ ਪੀਤੋ ਨੂੰ ਯਾਦ ਹੁੰਦੀ ਬੰਬੀ ਤੋੜ ਤੇ ਪਾਣੀ ਦੇ ਛਿੱਟਿਆਂ ਦੇ ਨਾਲ, ਉਹਨੂੰ ਐਂ ਲੱਗਦਾ ਜਿਵੇਂ ਕਿਸੇ ਤਲਾਸ਼ ਬੜਿਆ। ਗੁਆਰੇ ਦੀ ਪੰਡ ਵੱਢਦੇ, ਉਹਦੀਆਂ ਅਰਕਾਂ ਤੱਕ ਨੰਗੀਆਂ ਬਾਹਾਂ ਕੰਧ ਨਾਲ ਵਿੰਨੀਆਂ ਜਾਂਦੀਆਂ, ਖਾਲ ਦੇ ਖੜੋਤੇ ਪਾਣੀ ਚੋਂ ਬਾਹਾਂ ਧੋ ਕੇ ਹਟਿਆ, ਕਿਸੇ ਨੇ ਜੱਫੀ ਪਾ ਲਈ। ਗਰਨੈਲ ਸੀ ਪਿੱਛੇ, ਕਾਲੀਆਂ ਦਾ ਪੋਤਾ, ਨੇਕ ਦਾ ਯਾਰ, ਸ਼ਹਿਰ ਨੌਕਰੀ ਕਰਦਾ, ਭੈੜੀ ਸੋਹਬਤ ਸੀ, ਬੈਲੀ ਸੀ। ਕਿਵੇਂ ਆ ਨੇਕ ਸਿਆ? ਠੀਕ ਆ, ਤੂੰ ਦੇ ਖਬਰਾਂ। ਨੇਕ ਨੇ ਗਰਨੈਲ ਦੇ ਫਰਮੇ ਲੀੜੇ ਵੇਖੇ, ਜਗਰੂਪ ਦਾ ਅਵਤਾਰ ਲੈਣਾ ਫੇਰ ਚੇਤੇ ਆ, ਪਰ ਜ਼ਹਰ ਨਹਾਉਣ ਦਿੱਤਾ। ਉਹਨੂੰ ਯਾਦ ਆ ਗਈ, ਭਾਬੀ ਕਹਿ ਕੇ ਗਈ ਸੀ ਅਵਤਾਰ ਪਾਉਣਾ ਤੂੰ। ਇੱਕ ਤਾਂ ਯਾਰ ਲਵਾ ਸੂਟਾ, ਇੱਕ ਭਾਂਡਾ ਛੰਨਾ ਲਿਆ ਅੰਦਰੋਂ ਕੋ। ਨੇਕ ਤਾਂ ਨਹੀਂ ਸਿਗਰਟ ਪੀਂਦਾ ਸੀ, ਪਰ ਕਾਲੀਆਂ ਦਾ ਪੋਤਾ ਗਰਨੈਲ ਸਿਗਰਟਾਂ ਤੇ ਪਤਾ ਹੀ ਨਹੀਂ ਕੀ ਕੁਛ। ਜਦ ਤੱਕ ਖੂਹ ਚੋਂ ਪਾਣੀ ਦਾ ਡੋਲ ਕੱਢ ਕੇ ਤੇ ਮਾਂ ਨੂੰ ਲਿਆਂਦੀ ਅਚਾਰ ਦੀ ਫੜੀ ਕੌਲੀ ਧਰੀ, ਗਰਨੈਲ ਅੱਧੀ ਸਿਗਰਟ ਪੀ। ਅੱਜ ਅਚਾਰ ਵਾਲੀ ਨਹੀਂ ਨੇਕ ਸਿਆ, ਅਚਾਰ ਵਾਲੀ ਦਾ ਤੇਰੀ ਖੱਟਰਾ ਤੂੰ ਭਾਂਡਾ ਲਿਆ ਅੱਜ। ਦੇਖੀ ਮਣਕਾ ਬੰਨ੍ਹਦੇ ਬਾਹਰ ਨਹੀਂ ਲਿਆਂਦੀ ਐ ਦੂਜੇ ਦੇਸ਼ ਵਾਲੀ। ਨਾ ਬਾਈ ਤੂੰ ਲਾ ਗੱਫੇ, ਮੈਂ ਤਾਂ ਉਹੀ ਨੰਦ ਚ ਐ। ਨਾ 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 ਨਾ, ਇਹ ਨਹੀਂ ਗੱਲ। ਅੱਛਾ ਦੱਸ, ਭਾਬੀ ਨੇ ਨਹੀਂ ਮਾਰਿਆ ਕਿਹੜਾ, ਜਾਂ ਚਾਚੀ ਆਈ ਹੋਊ? ਕੋਈ ਨਹੀਂ ਆਇਆ। ਨੇਕ ਉਦਾਸ ਹੋ ਗਿਆ। ਹੱਦ ਹੋ ਗਈ ਯਾਰ, ਇਉਂ ਨਾ ਕਰ, ਚੰਗਾ ਭਾਂਡਾ ਲਿਆ, ਤੂੰ ਦਿਲ ਨਾ ਤੋੜ, ਲਿਆ ਯਾਰ। ਦੋਨਾਂ ਨੇ ਇੱਕ ਹਾੜਾ ਡੀ। ਦੇਖ ਸਿਆ ਜਿੰਨੀ ਮਿਹਨਤ ਕਰਦਾ ਹੈ, ਜੇ ਉਹਦਾ ਦਵਾਨ ਵੀ ਮੁੱਲ ਪੈ ਜਾ, ਸੋਨੇ ਦਾ ਬਣ ਜਾ, ਸੋਨੇ ਦਾ ਤੇਰਾ ਮੁੱਲੇ ਨਹੀਂ ਪਾਇਆ ਕਿਸੇ ਨੇ ਯਾਰ। ਮੁੱਲ ਹੁੰਦੇ ਨੇ ਜ਼ਮੀਨਾਂ ਜਾਇਦਾਦਾਂ ਵਾਲੇ, ਬੰਦੇ ਦੀ ਮਿੱਟੀ ਦੀ ਢੇਰੀ ਆ ਬਾਈ, ਮੁੰਡੇ ਦਾ ਕੀ ਮੁੱਲ ਹੈ? ਗਰਨੈਲ ਨੇ ਹੋਰ ਹਾੜਾ ਲਾਇਆ। ਬਸ ਆਹੀ ਦੁੱਖਾ ਨੇਕ ਸਿਆ, ਭਰਾ ਤੇਰਾ ਵਿਸਕੀ ਨਾਲ ਕੁਰਲੀਆਂ ਕਰਦਾ, ਔਰ ਤੂੰ ਵੜਦਾ ਡੰਗਰਾਂ ਦੇ ਖੁਰ ਤੇ ਪੀਣਾ ਲੈਣ, ਜਿਹਨੂੰ ਸਾਲੇ ਕੁੱਤੇ ਨਹੀਂ ਸੁੰਘਦੇ। ਖੱਟੀ ਟੀਟ ਦਾਰੂ ਹੈ। ਨੇਕ ਕਹਿਣਾ ਚਾਹਿਆ, ਪਰ ਅੰਗਰੇਜ਼ੀ ਲਿਆਉਣ ਕਰਕੇ ਲਾਹਣ ਮਾੜੀ ਹੋ ਗਈ। ਅੱਗੇ ਨੇਕ ਵਾਲੀ ਉਹ ਲਾਹਣ ਪੀਂਦਾ ਸੀ। ਕਿਸਮਤ ਹੈ ਬਾਈ, ਆਪਣੇ ਕੀ ਬਾਦਸ਼ਾਹ ਹੈ, ਤੂੰ ਸਾਲਾ ਭੁੰਨ ਕੇ ਬੀਜਿਆ। ਪਰ ਆਸ਼ਕੇ ਸੱਤਿਆ ਮਾਸੀ ਦੇ, ਜਿਹਨੇ ਸਾਰਾ ਕੁਝ ਜਰ ਲਿਆ, ਪਰ ਘਰ ਦੇ ਡਲੇ ਨਹੀਂ ਖਿੰਡਣ ਦਿੱਤੇ। ਚੁੱਭਮੀ ਕਰ ਗਿਆ ਨੇਕ ਦਾ ਮੱਥਾ ਠਣਕਿਆ। ਗਰਨੈਲ ਜਦ ਵੀ ਆਉਂਦਾ ਮਾਂ ਦਾ ਤੇ ਜਗਰੂਪ ਦੀ ਗੱਲ ਗਲ ਪਾ ਕੇ, ਉਹ ਬਾਈ ਤੂੰ ਛੱਡਿਆ ਕਰ, ਤੂੰ 20-25 ਦਿਨਾਂ ਬਾਅਦ ਆਉਣਾ, ਤੂੰ ਆਪਣੀ ਕੁੱਟ ਲਾ ਕੇ ਤੁਰ ਜਾ ਕਰ, ਸਾਡੇ ਟੱਬਰ ਦੀ ਨਾ ਗੱਲ ਛੇੜਿਆ ਕਰ। ਨਾ ਫੇਰ ਵੀ ਭਾਈ ਐ, ਪਰ ਮੈਨੂੰ ਇਹ ਹੈ ਵੀ ਜਗਰੂਪ ਨੇ ਟੀਵੀ ਕਾਹਦੇ ਲਈ ਛੱਡੀ ਆ ਯਾਰ? ਪੜ੍ਹੀ ਲਿਖੀ ਸੋਹਣੀ ਸੁਨੱਖੀ ਨੌਕਰੀ ਕਰਦੀ, ਪੇਕੇ ਬੈਠੀਆਂ ਨੇਕ ਸਿਆ, ਜਿਹੜੇ ਜੋ ਤੂੰ ਰਹਿਣਾ। ਮੈਂ ਕਹਿੰਦਾ ਅੱਜ ਮਾਸੀ ਸੱਤਿਆ ਪਿੰਡ ਆ ਜਾਏ, 2 ਜਵਾਕ ਸਾਂਭ ਲੂ ਜਗਰੂਪ, ਪਰ ਉਹ ਆਉਂਦਾ ਹੀ ਨਹੀਂ। ਪਤਾ ਨਹੀਂ ਕੀ ਗੱਲ ਹੋ ਗਈ, ਨੇਕ ਸੋਚੀ ਪੈ ਗਿਆ। ਇਹੀ ਪ੍ਰੀਤ ਨੇ ਕਿਹਾ। ਗਰਨੈਲ ਤੱਤੇ ਲੋਹੇ ਤੇ ਇੱਕ ਹੋਰ ਸੱਟ ਮਾਰੀ। ਨੇਕ ਸਿਆ ਮਾਸੀ ਜਿਆਦਾ ਕਿਸੇ ਮਾਰਤੇ ਆ ਭਾਈ, ਉੱਥੇ ਬੈਠੀ ਜਾ ਮੂਰਖ ਹੈ। ਗਰਨੈਲ ਦੇ ਬੋਲ ਖੂਹ ਦੇ ਤਲ ਚੋਂ ਤੇ ਨੇਕ ਦੇ ਮੱਥੇ ਚ ਗੂੰਜ। ਨੇ ਉਖੜ ਕੇ ਗਰਨੈਲ ਵੱਲ ਦੇਖਿਆ, ਜਿਹੜਾ ਰੱਜਿਆ ਪਿਆ ਸੀ। ਚੰਗਾ ਭਾਈ ਚੱਲਦੇ ਆ ਫਿਰ। ਗਰਨੈਲ ਨੇ ਜਾਣ ਸਮੇਂ ਨੇਕ ਕੋਠੜੀ ਨੇੜੇ ਤੂਤ ਦੀ ਧੋਈ ਲਾਈ ਬੈਠਾ, ਬਹੁਤ ਉਦਾਸ। ਗਰਨੈਲ ਦੇ ਸਿੱਟੇ ਸਿੱਟਾਂ ਦੇ ਟੋਟੇ ਉਹਦੇ ਨੇੜੇ ਪਏ ਸੀ, ਬੁਝੇ ਟੋਟੇ ਉਹਦੇ ਮੱਥੇ ਚ ਧੁਖਣ ਲੱਗੇ। ਘਰੋਂ ਉਹਨੇ ਭਰੀ ਲੱਦੀ ਘਰੇ ਗਿਆ, ਲਾਉਂਦੇ ਉਹਨੇ ਝੋਲਾ ਦੇਖਿਆ ਜਿਹਦੇ ਚ ਰੋਟੀਆਂ ਸਬਜ਼ੀ ਚਾਰ ਜਗਰੂਪ ਦੇ ਲੱਥੇ ਕੱਪੜੇ ਸੀ, ਭੁੱਖ ਨੂੰ ਬਾਹਰ ਪਾ ਰਹੇ ਸੀ। ਉਹਦਾ ਜਿਉ ਜੀ ਕੀਤਾ ਝੋਲਾ ਭਗਾ ਕੇ ਮਾਰੇ, ਨਾਲੇ ਮਾਰੇ ਕੱਪੜੇ।
ਪੱਠੇ ਕੁੱਤਰ ਨੂੰ ਜੀ ਨਾ ਕੀਤਾ, ਗਾਂ ਤੇ ਬਲਦਾਂ ਮੂਹਰੇ ਤੂੜੀ ਦਾ ਟੋਕਰਾ ਆਟਾ ਧੂੜ ਗਾਂ ਚੋਣ ਬਹਿ ਗਿਆ। ਅੱਜ ਗਾਂ ਚੋਣ ਨੂੰ ਵੀ ਜੀ ਨਾ ਕਰੇ, ਉਹ ਵੀ ਟੋਕੇ ਕਰੀ ਜਾ। ਟਾਈਮ ਉਹਨੇ ਦੇਖਿਆ, ਸਾਈਕਲ ਦੇ ਪਹੀਏ 'ਚ ਹਵਾ ਦੇਖੀ, ਉਹਨੇ ਕਿਹਾ ਵੀ ਹਿੰਮਤ ਕਰਕੇ ਸ਼ੀਟਾਂ ਵਾਲਿਓ ਸ਼ਹਿਰ ਵਾਲੀ ਗੱਡੀ ਫੜੀਏ। ਕੋਠੜੀ 'ਚ ਵੜ ਕੇ ਉਹਨੇ ਦਾਤਰ ਝੋਲੇ 'ਚ ਪਾ ਲਈ ਤੇ ਸਾਈਕਲ ਦੇ ਹੈਂਡਲ ਤੇ ਲਮਕਾ ਦਿੱਤੀ। ਤੇ ਫਿਰ ਉਹਨੇ ਦੇਖਿਆ ਜਿਵੇਂ ਸਿੱਧਾ ਗਿਆ ਸ਼ਹਿਰ, ਮਾਂ ਪੁੱਛੂ ਕੀ ਕਰਨਾ ਆ। ਜਦੋਂ ਉਹਨੂੰ ਗੱਲ ਯਾਦ ਆ ਗਈ, ਦੇਖ ਪੁੱਤ ਆਪਾਂ ਸਾਰੀ ਉਮਰ ਖਪਾ ਖੂਨ ਹੋ ਕੇ 2 ਕਿੱਲੇ ਨਹੀਂ ਛਲਾ ਸਕਦੇ, ਜਗਰੂਪ ਦੇ ਹੋ ਕੇ ਰਹੀਏ 2 ਸਾਲਾਂ 'ਚ ਸੁਰਖ। ਸਿਆਣਾ ਤੋਂ ਬਿਨਾਂ ਜੱਟ ਦੀ ਕੀ ਜੂਨ ਆ, ਤੂੰ ਕਿਵੇਂ ਦੰਦਾਂ 'ਚ ਜੀਭ ਲੈ ਕੇ ਰੱਖ, ਸਿਆੜ ਕਬਜ਼ੇ 'ਚ ਕਰੀਏ। ਆਪਣੇ ਵਾਲੇ ਵੀ 2 ਛਡਾਉਣੇ ਨੇ, 2 ਜਗਰੂਪ ਵਾਲੇ ਵੀ ਲੈਣੇ ਨੇ, ਇਹਨੂੰ ਪੁੱਤ ਲੋੜ ਨਹੀਂ, ਤੂੰ ਮੇਰੇ ਵੱਲ ਔਖਾ ਨਾ ਝਾਕ। ਫਿਰ ਦਿਲ 'ਚ ਆਈ ਕਿਉਂ ਨਾ ਪਹਿਲਾਂ ਮਾਂ ਕਬਜ਼ੇ ਹੇਠ ਕੀਤੀ ਜਾਵੇ। ਉਹਨਾਂ ਡੰਗਰਾਂ ਅੱਗੇ ਤੂੜੀ ਦਾ ਟੋਕਰਾ ਸਿੱਟਿਆ, ਬੂਹੇ ਨੂੰ ਜੰਦਰਾ ਮਾਰਿਆ, ਖਿੜਕਾ ਭੇੜਿਆ, ਦਾਤਰ ਹੈਂਡਲ ਤੇ ਟੰਗੀ, ਸਾਈਕਲ ਤੇ ਲੱਥਦੇ ਫਿਰਨੀ ਪੈ ਕੇ ਸੂਏ ਦੀ ਪਟੜੀ ਚੜਿਆ। ਸੋਤਾ ਉਤਰਿਆ ਸੀ, ਲੋਕ ਖਾਓ ਪੀਓ ਦੇ ਆਹਰ 'ਚ ਵੀ ਉਹਦੇ ਮਨ 'ਚ ਸਿਰਫ ਗੱਡੀ ਨਿਕਲ ਜਾਣ ਦਾ ਡਰ ਸੀ। ਤੇ ਫੇਰ ਇੱਕ ਵਾਰ ਪਹਿਲਾਂ ਵੀ ਉਹ ਗੱਡੀ ਸ਼ੀਟਾਂ ਵਾਲੇ ਤੋਂ ਚੜਿਆ, ਸ਼ਹਿਰ ਪਹੁੰਚਿਆ, ਜਗਰੂਪ ਦਾ ਦਰਵਾਜ਼ਾ ਬੰਦ, ਪਤਾ ਲੱਗਿਆ ਕਿ ਸਾਈਡ ਤੇ ਗਏ। ਸੰਗਤ ਜਾਂ ਗੁਆਂਢੀਆਂ ਦੀ ਪੌੜੀਆਂ ਤੇ ਚੜ੍ਹ ਕੇ ਬਹਿ ਗਿਆ। ਉਦੋਂ ਪ੍ਰੀਤ ਨੂੰ ਰੁੱਸ ਕੇ ਗਿਆ, ਢੂੜ ਵਰਾ ਹੋਇਆ ਸੀ, ਵਿਹੜੇ ਵਿੱਚ ਜੋੜ ਕੇ ਚਾਹੇ ਮੰਜਿਆਂ ਨੂੰ ਦੇਖ ਕੇ ਉਹਦੀਆਂ ਅੱਖਾਂ ਮਿੱਟਣ ਨਾਲ ਭਰ ਗਈ। ਉਹਦਾ ਮਨ ਇਸ ਗੱਲ ਤੇ ਟਿਕਿਆ ਬਈ ਜਗਰੂਪ ਨੂੰ ਨਾ ਵੱਢੀਏ, ਕੀ ਕਰਨਾ 2 ਕਿੱਲਿਆਂ ਨੂੰ, ਇਹਦੇ ਦਾਤਰ ਫੇਰਦਾ। ਵੱਡੀ ਨਹਿਰ ਦੇ ਪੁਲ ਚੜ੍ਹਦਿਆਂ ਉੱਚੀ ਝਾਲ ਤੋਂ ਡਿੱਗਦਾ ਪਾਣੀ ਸ਼ੋਰ ਪਾਉਂਦਾ ਦੇਖਿਆ। ਸਾਈਕਲ ਪੁਲੀ ਦੀ ਕੰਧ ਨਾਲ ਲਾ ਕੇ ਬਹਿ ਗਿਆ ਤੇ ਫੇਰ ਇਹ ਬੀਂਡੇ ਤਹਿਕਦੇ ਸੀ, ਕਿੱਧਰ ਨੂੰ ਜਾਵਾਂ ਯਾਰ। ਹਵਾ ਚੋਂ ਕਿਤੇ ਕਿਤੇ ਠੰਡ ਹੋ। ਉਹਨੇ ਫਿਰ ਪਿੰਡ ਦੀਆਂ ਕਈ ਹੁਜਤੀ ਬੁੜਿਆਂ ਦੀਆਂ ਟਿਚਰਾਂ ਉਹਦੇ ਦਿਮਾਗ 'ਚ ਆਈ। ਕਿਵੇਂ ਦੇਖਿਆ ਵੱਜਦਾ ਸੱਤਿਆ ਭਾਬੀ ਦਾ ਦਗਾੜਾ ਸ਼ਹਿਰ 'ਚ ਕਿ ਨਹੀਂ? ਤੂੰ ਵੀ ਸ਼ਹਿਰ ਵਗ ਜਾ ਬਾਈ, ਤੇਰੀ ਮਾਂ ਨੇ ਤਾਂ ਸ਼ਹਿਰ ਵਾਲੀਆਂ ਹਰੀਆਂ ਚੱਲੀਆਂ। ਸ਼ਹਿਰ ਤਾਂ ਕਹਿੰਦੇ ਗਧਾ ਛੱਟ ਸਿੱਟਿਆ ਆਵੇ ਤਾਂ ਦੂਜਾ ਸੀ ਡਰਦਾ। ਜਗਰੂਪ ਨੇ ਤਾਂ ਭਾਈ ਸੰਨਰਾ ਰੱਖੀ ਹੈ ਸਰਕਾਰ ਨੂੰ। ਪਿੰਡ ਦੇ ਛੜੇ ਚੌਰੇ ਜਾਣ ਕੇ ਉਹਦੀ ਬਦਖੋਈ ਕਰ। ਸ਼ਰਾਬ ਦੀ ਤਿੱਖੀ ਉਹਨੂੰ ਤੋੜ ਅੱਜ ਪਹਿਲੀ ਵਾਰ ਮਹਿਸੂਸ ਹੋਈ। ਕਰੇ ਕੀ ਵੇ ਸ਼ੀਟਾਂ ਵਾਲੇ ਨੂੰ ਤੁਰਾਂ ਪਿੱਛੇ ਮੁੜਾ, ਜਗਰੂਪ ਨੂੰ ਕਹਾਂ। ਝਾਲ ਤੋਂ ਅੱਧ ਮਿਲ ਦੂਰ ਸ਼ੀਟਾਂ ਵਾਲਾ, ਥੋੜੀ ਦੂਰ ਤੋਂ ਮਾਲ ਗੱਡੀ ਲੰਘਦੀ ਦਿਸ ਗਈ। ਗੱਡੀ ਜਾਣ ਦਾ ਭੈ ਮਹਿਸੂਸ ਹੈ। ਉਹਨੇ ਜੀ ਕਰੜਾ ਕੀਤਾ, ਕਹਿੰਦਾ ਜਗਰੂਪ ਨੂੰ ਹੱਥੀਓਂ ਪੈਣਿਆ ਜਾ ਕੇ ਅੱਜ ਦੇਖੀ ਜਾ। ਉਹਦੇ ਜੀ ਚਾਈ ਜਗਰੂਪ ਤੋਂ ਉਹਦੀ ਜ਼ਮੀਨ ਛਡਾਉਣ 'ਚ ਮਦਦ ਕੀਤੀ। ਮਾਂ ਗਈ ਹੋਈ ਆ, 3 ਸਾਲ ਹੋ ਗਏ, ਕਰਾਂ ਕੀ ਯਾਰ, ਮੈਂ ਤਾਂ ਸਿਆਪੇ 'ਚ ਪੈ ਗਿਆ। ਪ੍ਰੀਤ ਚੇਤੇ ਆ ਗਈ, ਖਫਾ ਹੋ ਗਿਆ। ਸ਼ੀਟਾਂ ਵਾਲੇ ਗਿਆ, ਅਧੀਆ ਲਿਆ, ਪਊਆ ਲਾ ਕੇ ਦਾਰੂ ਦਾ ਲੱਤ ਦਿੱਤੀ। ਪ੍ਰੀਤ ਦੇ ਪਿੰਡ ਨੂੰ ਜਦ ਹੋ ਗਿਆ, ਜੇ ਜੂ ਨੇ ਹੰਡਾਉਣੀ ਆ ਤਾਂ ਚੱਜ ਨਾਲ ਹੰਡਾ, ਜੇ ਲੱਗੇ ਜਗਰੂਪ ਨੇ ਮਿੱਟੀ ਚਾੜੀ ਆ ਜੀ ਲਾ ਦਿਆਂਗੇ ਰਲ ਕੇ। ਜਾਂ ਮਾਂ ਨੂੰ ਲੈ ਜਾਂ ਮੈਂ ਆਜੂ ਤੇਰੀਆਂ ਰੋਟੀਆਂ ਥੱਪਣ, ਨਾਲੇ ਜਵਾਕ ਜੰਮੂ ਤੇਰੇ। ਇੰਨੀ ਗੱਲ ਫੇਰ ਯਾਦ ਚ ਪਤਾ ਹੀ ਨਹੀਂ ਕੀ ਉਹਦੇ ਮਨ ਚ ਆਇਆ। ਸਾਈਕਲ ਦੇ ਹੈਂਡਲ ਨਾਲ ਲੰਮਕਦੇ ਝੋਲੇ ਚੋਂ ਦਾਤਰ ਕੱਢ ਕੇ ਪਾਣੀ 'ਚ ਮਾਰਿਆ, ਭਗਾ ਕੇ ਪੀ ਕੇ ਸ਼ਹਿਰ ਦੀ ਜਗ੍ਹਾ ਪਿੰਡ ਨੂੰ ਜਾਣ ਦੀ ਜਗ੍ਹਾ ਪ੍ਰੀਤ ਦੇ ਪਿੰਡ ਨੂੰ ਸਾਈਕਲ ਸਿੱਧਾ ਕਰ। ਪ੍ਰੀਤ ਦੀ ਰਿਹਾਇਸ਼ ਰੋਟੀਆਂ ਕਸਬੇ ਦੀ ਬਾਹਰਲੀ ਪੱਤੀ ਸੀ, ਚਿੰਤਾ ਵਾਲੇ ਤੋਂ ਬਾਹਲਾ ਦੂਰ ਨਹੀਂ ਸੀ। ਧਰਮਪੁਰੇ ਸਕੂਲ ਪੜਾਉਂਦੀ। ਨੇਕ ਨੇ ਇਹਨੂੰ ਗੱਲਾਂ ਬਾਰੇ ਅਤੇ ਸੱਚ ਦਾ ਪਤਾ ਸੀ। ਵੱਡੀ ਝਾਲ ਤੋਂ ਹਵਾ ਵਾਂਗ ਰੋਟੀਏ ਉੱਪੜ ਗਿਆ। ਅੱਡੇ ਦੀਆਂ ਇੱਕੜ ਦੁੱਕੜ ਦੁਕਾਨਾਂ ਹਾਲੇ ਖੁੱਲੀਆਂ ਸੀ। ਨੇਕ ਨੇ ਐਵੇਂ ਲੱਗਿਆ ਕਿਸੇ ਨੂੰ ਪ੍ਰੀਤ ਦਾ ਘਰ ਪੁੱਛਿਆ, ਪਤਾ ਲੱਗਾ ਸਾਹਮਣੇ ਖੰਭੇ ਕੋਲ। ਨੇਕ ਨੇ ਬੂਹਾ ਖੜਕਾਇਆ। ਪ੍ਰੀਤ ਘਬਰਾ ਗਈ। ਆਹ ਵੇਲੇ ਸੁੱਖ ਤਾਂ ਹੈ, ਉਹ ਸਿੱਧਾ ਹੀ ਆ ਗਿਆ। ਕੌਣ ਹੈ ਪ੍ਰੀਤ? ਪਿੱਛੋਂ ਜਨਾਨਾ ਆਵਾਜ਼। ਮੇਰਾ ਕੁਲੀਗ ਹੈ। ਕੋਈ ਨਹੀਂ। ਪ੍ਰੀਤ ਮੁੜਨ ਲੱਗੀ। ਨੇਕ ਨੇ ਬਾਂਹ ਫੜ ਲਈ। ਮੈਂ ਲੈਣ ਆਇਆ, ਤੈਨੂੰ ਲੈਣ ਆਇਆ। ਬੈਠ ਹੁਣੇ ਹੀ। ਆਪਣਾ ਚੱਕ ਲਿਆ ਝੋਲਾ। ਉਦਣ ਕਿਹਾ ਸੀ ਮੈਨੂੰ ਰੋਟੀਆਂ ਲਾਉਣ ਨੂੰ ਲੈ ਜੀ, ਨਾਲੇ ਜਵਾਕ ਜੰਮੂ। ਆ ਜਾ ਹੁਣ, ਮੈਂ ਤੈਨੂੰ ਰੱਖਣਾ ਨਾ, ਮੈਂ ਬੇਬੇ ਨੂੰ ਲਿਆਉਣਾ ਨਾ, ਜਗਰੂਪ ਨੂੰ ਪਿੰਡ ਇਹਨੂੰ ਵੱਢਣਾ। ਪਿੰਡ ਉਹਦੀਆਂ 2 ਕਿੱਲੇ ਉਹ ਵੀ ਰੋਕਣੇ ਨੇ, ਆਪਣੇ ਵਾਲੇ ਵੀ ਛਡਾਉਣੇ। ਤੂੰ ਆ ਜਾ ਹੁਣ ਬਸ। ਠਹਿਰ ਜਾ, ਮੈਂ ਹੋਣੀ ਆ। ਪ੍ਰੀਤ ਅੰਦਰ ਗਈ, ਸਿਰ ਤੇ ਦੁਪੱਟਾ ਲਿਆ, ਬਾਹਰ ਆ ਗਈ। ਚੱਲ ਪਹਿਲਾਂ ਆਪਾਂ ਗੱਲ ਕਰ ਲਈਏ, ਗੱਲ ਕਰੀ। ਤੁਰਦੇ ਤੁਰਦੇ ਉਸੇ ਦੁਆਲੇ ਦੇ ਮੈਦਾਨ 'ਚ ਇੱਕ ਬੈਂਚ ਤੇ ਆ ਕੇ ਬਹਿ ਗਈ। ਬਹਾਨਾ ਨਾ ਹੁਣ ਬਣਾਈ, ਮੈਂ ਮਿੱਥ ਕੇ ਆਇਆ। ਬਹਾਨਾ ਨਹੀਂ, ਪਰ ਮੇਰੀ ਗੱਲ ਤਾਂ ਸੁਣ। ਮੈਂ ਬਹੁਤ ਕੁਝ ਸੁਣਿਆ, ਸੁਣ ਕੇ ਹੀ ਆਇਆ। ਪਿੰਡ ਨਹੀਂ ਟਿਕਣ ਦਿੰਦਾ। ਗਰਨੈਬ ਆ ਕੇ ਇੱਕ ਦਿਨ ਗੱਲਾਂ ਕਰ ਗਿਆ, ਪਿੰਡ ਦੇ ਚੌਰੇ ਬੁੜੇ ਦੀ। ਹੁਣ ਤੈਂ ਗੱਲ ਕੀਤੀ ਹੈ, ਗੱਲ ਤੇ ਪੂਰੀ ਉੱਤਰ।
ਦਾਤ ਸੀ ਮੇਰੇ ਕੋਲ, ਮੈਂ ਪਾਣੀ ਦੀਆਂ ਝਾਲਾਂ ਸਿੱਟ ਕੇ ਆਇਆ ਰੋਟੀ ਦੇ ਪੁਲਾਂ ਤੇ, ਤੁਰ ਪਾ। ਹੁਣ ਮੈਂ ਨਹੀਂ ਬਾਹਲੀ ਗੱਲ ਆਉਂਦੀ, ਨਾ ਮੈਨੂੰ ਆਉਂਦੀ ਤੇਰੇ ਪੜ੍ਹੇ ਲਿਖਿਆ ਵਾਲੀ। ਥੋੜਾ ਚੁੱਪ ਬੋਲ। ਦੇਖ, ਜਦ ਮੈਂ ਤੈਨੂੰ ਪਹਿਲੀ ਵਾਰ ਮਿਲੀ ਸੀ ਨਾ, ਮੈਂ ਵੀ ਇਹੀ ਚਾਹੁੰਦੀ ਸੀ ਕਿ ਤੂੰ ਆਵੇਂ, ਮੈਨੂੰ ਲੈ ਜਾਵੇਂ, ਮੇਰੇ ਨਾਲ ਤੇਰੇ ਸੰਬੰਧ ਬਣੇ ਤੇ ਮੈਂ ਬਦਲਾ ਲਵਾਂ ਜਗਰੂਪ ਤੋਂ। ਪਰ ਤੇਰੀ ਮਾਂ ਨੂੰ ਨਾ ਮੇਰੇ ਇਰਾਦੇ ਦੀ ਭਿਣਕ ਪੈ ਗਈ। ਪਿੰਡ ਦੇ ਕਿਸੇ ਬੰਦੇ ਨੇ ਦੱਸਤਾ ਤੇਰੀ ਮਾਂ, ਉਹ ਫਿਰ ਮੈਨੂੰ ਮਿਲਣ ਆਈ ਪਿੰਡ, ਕਹਿਣ ਲੱਗੀ ਮੇਰੇ ਪੁੱਤ ਦੇ ਸਿਆੜ ਗਿਰਵੀ ਨੇ, ਅੱਲਾ ਉਹ ਸਾਰੀ ਉਮਰ ਨਹੀਂ ਛਡਾ ਸਕਦਾ, ਜ਼ਰੂਰ ਮੇਰੀ ਮਦਦ ਕਰ ਸਕਦਾ, ਜਾਂ ਤਾਂ ਮੈਨੂੰ ਆਪਣਾ ਰਹਿਣ ਦੇ, ਨਹੀਂ ਜਿੱਦਾਂ ਸਿਆੜ ਸੁੱਟ ਕੇ ਮੈਂ ਜਗਰੂਪ ਵੱਲ ਨਹੀਂ ਝਾਕ। ਆਹ ਗੱਲ ਤੇਰੀ ਮਾਂ ਕਹਿ ਕੇ ਗਈ। ਮੈਂ ਉਹਦੀ ਗੱਲ ਨਾ ਮੰਨੀ, ਤੇ ਪਰ ਜਦੋਂ ਮੈਂ ਤੈਨੂੰ ਤੇ ਤੇਰੀ ਮਾਂ ਨੂੰ ਚੰਦ ਸਿਆੜਾਂ ਬਦਲੇ ਅਵਤਾਰ ਹੰਡਾਉਂਦੇ ਦੇਖਿਆ ਨਾ, ਸੋਚਿਆ ਕਿ ਪਹਿਲਾਂ ਸੱਤਿਆ ਨੇ ਕਿਸੇ ਦਾ ਅਵਤਾਰ ਪੂਰਨ ਸਿੰਘ ਹੰਡਾਇਆ, ਦਿਆਲੋ ਦਾ ਸੀ ਉਹ ਅਵਤਾਰ, ਫਿਰ ਮੇਰਾ ਅਵਤਾਰ ਹੰਡਾ ਲਿਆ। ਮੈਨੂੰ ਤੇਰੀ ਮਾਂ ਦੀ ਮਜਬੂਰੀ ਸਮਝ ਆਉਂਦੀ ਹੈ ਨੇਕ। ਉਦੋਂ ਜਦ ਮੈਂ ਤੈਨੂੰ ਜਗਰੂਪ ਦਾ ਅਵਤਾਰ ਹੰਡਾਉਂਦੇ ਦੇਖਿਆ ਤਾਂ ਮੈਂ ਫੈਸਲਾ ਕੀਤਾ ਹੈ, ਕੁਛ ਵੀ ਹੋਵੇ ਮੈਂ ਤੈਨੂੰ ਕਿਸੇ ਦਾ ਅਵਤਾਰ ਨਹੀਂ ਹੰਡਾਉਣ ਦੇਣਾ। ਪੁੱਛੇਗਾ ਕਿਵੇਂ? ਕਿਵੇਂ? ਇਉਂ ਕਰ, ਆਪਾਂ ਕਾਹਨੂੰ ਇਸ ਤਰ੍ਹਾਂ ਹੀ ਅਵਤਾਰ ਹੰਡਾਈ ਜਾਣੇ ਨੇ। ਚੱਲ ਘਰ ਨੂੰ ਤੁਰ, ਇੱਕ ਕੰਮ ਕਰਦੇ। ਕੀ ਕਰੇਂਗੀ? ਮੈਨੂੰ ਤੂੰ ਕਿਹਾ ਸੀ ਹੁਣ ਤੁਰ, ਮੈਂ ਨਹੀਂ ਘਰ ਨੂੰ ਜਾਣਾ, ਤੂੰ ਸਾਈਕਲ ਤੇ ਬੈਠ, ਆਪਾਂ ਚੱਲੀਏ। ਨਾ, ਇਉਂ ਕਿਉਂ ਕਰਦਾ? ਤੈਨੂੰ ਮੈਂ ਆਪਣੀ ਛੋਟੀ ਭੈਣ ਦਾ ਰਿਸ਼ਤਾ ਕਰ, ਬੋਲ ਮਨਜ਼ੂਰ ਹੈ? ਮੈਂ ਜਾਣਦੀ ਆ ਤੇਰੀ ਮਾਂ ਨੇ ਆਪਣੀ 2 ਕਨਾਲ ਭੋਏ ਨਿਕਲਣ ਤੱਕ ਉੱਥੋਂ ਨਹੀਂ ਆਉਣਾ। ਹੁਣ ਉਹ ਕਹਿੰਦੀ ਸਿਰਫ ਖੂਹ ਵਾਲੇ 2 ਕਨਾਲ ਰਹਿੰਦੇ ਨੇ। ਤੈਨੂੰ ਆਪਣੀ ਮਾਂ ਤੇ ਫਖਰ ਹੋਣਾ ਚਾਹੀਦਾ। ਮੰਨ ਲਾ ਗੱਲ, ਜਿਹਨੇ ਤੇਰੇ ਲਈ ਇੰਨਾ ਕੁਝ ਜਰਿਆ। ਆ ਤੈਨੂੰ ਆਪਣੀ ਭੈਣ ਨੂੰ ਮਿਲਾਵਾਂ, ਤੇਰਾ ਵੀ ਮੈਂ ਤੇ ਉਹ ਕਰਦੀ। ਅੰਦਰ ਗਈ, ਜਾ ਕੇ ਗਿਟਮਿਟ ਕੀਤੀ। ਨੇਕ ਦਾ ਸਾਈਕਲ ਪਿੰਡ ਨੂੰ ਹਵਾ ਬਣਦਾ ਜਾਂਦਾ ਸੀ, ਪਿੱਛੇ ਫੁਲਕਾਰੀ ਉੜਦੀ ਜਾਂਦੀ ਸੀ, ਪਿੱਛੇ ਰੀਤੋ ਦੀ ਛੋਟੀ ਭੈਣ ਦਾ। ਕਿਰਪਾਲ ਕਜ਼ਾਕ ਉਹਨਾਂ ਦੀ ਕਹਾਣੀ ਉਤਾਰ ਤੁਸੀਂ ਸੁਣ ਕੇ ਆਏ। ਪੰਜਾਬ ਦੇ ਪਿੰਡਾਂ ਦੀ ਗੁਰਬਤ ਦੇ ਵਿੱਚੋਂ ਬਹੁਤ ਕਹਾਣੀਆਂ ਜਿਹੜੀਆਂ ਨਿਕਲਦੀਆਂ ਨੇ, ਤੇ ਅੱਛਾ ਸੱਚ ਮੈਂ ਤਾਂ ਭੁੱਲ ਗਿਆ ਗੱਲ ਭਾਈ, ਜਾਤੀ ਸਰਟੀਫਿਕੇਟ ਵਾਲੀ ਗੱਲ ਕੀਤੀ ਹੋਈ ਸੀ, ਲੈ ਉਹ ਸੁਣਾਵਾਂ ਪਹਿਲਾਂ, ਫੇਰ ਕਰਦੇ ਆ ਗੱਲ ਹੋਰ। ਪਾਪੇ ਦਾ ਜਾਤੀ ਸਰਟੀਫਿਕੇਟ ਸੁਣਾਵਾਂ ਤੇ ਇੱਥੋਂ ਅੱਗੇ ਚੱਲਦੇ ਆ। ਅਖੀਰ ਚ 1:48 ਹੋਏ ਨੇ, ਪਹਿਲਾਂ ਜਾਤੀ ਸਰਟੀਫਿਕੇਟ ਸੁਣਾਉਂਦੇ ਆ ਜੀ, ਬਾਕੀ ਗੱਲ ਕਰਦੇ ਆ। ਬਿੰਦ ਹਾਸਲ ਪਾਪੇ ਦਾ ਜਾਤੀ ਸਰਟੀਫਿਕੇਟ ਸੁਣਾਉਂਦਾ ਤੁਹਾਨੂੰ, ਸੁਣੋ ਤਾਂ। ਹੈਲੋ, ਕੀ ਹਾਲ ਆ ਬੋਲੇ? ਠੀਕ ਹੈ, ਕੌਣ ਜੀ? ਮੈਂ ਲੋਗੜੋ ਬੋਲਦਾ, ਰਵੀਰ ਸਿੰਘ। ਅੱਛਾ ਅੱਛਾ, ਹਾਂ, ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ? ਪਾਪੇ ਦਾ? ਹਾਂ, ਉਹ ਤਾਂ ਉੱਥੇ ਗਿਆ ਪਾਪੇ ਦਾ, ਮੇਰੇ ਪਾਪੇ ਦਾ ਜਿਹੜੀ ਜਾਤੀ ਸਰਟੀਫਿਕੇਟ। ਹਾਂ, ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ। ਹੈਲੋ, ਤੇ ਪਾਪੇ ਦਾ ਜਾਤੀ ਸਰਟੀਫਿਕੇਟ? ਪਾਪੇ ਪਾਪੇ ਨੂੰ ਫੜਾਇਆ ਸੀ ਤੁਸੀਂ ਸਰਟੀਫਿਕੇਟ? ਉਹ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ। ਹੈਲੋ ਹੈਲੋ ਹੈਲੋ, ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀ, ਬਣਿਆ ਹੋਇਆ? ਕੌਣ ਬੋਲਦਾ ਜੀ? ਮੈਂ ਲੋਗੜੋ ਬੋਲਦਾ, ਬਲਵੀਰ ਸਿੰਘ। ਹੈਲੋ ਹੈਲੋ, ਬੋਲਦਾ ਤਾਂ ਕੋਈ ਨਹੀਂ। ਹੈਲੋ, ਕੀ ਕੌਣ ਕਰ? ਨਹੀਂ ਹਾਂ, ਹੈਲੋ, ਲੋਗੜ ਤੋਂ ਬੋਲਦੇ? ਆ ਲੋਗੜ ਤੋਂ ਹੀ ਬੋਲਦਾ। ਕਿੱਥੋਂ ਬੋਲਦੇ ਤੁਸੀਂ? ਲੋਗੜ। ਅੱਛਾ ਬਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੁਣ ਸੁਣਿਆ ਜੀ, ਮੈਂ ਕਦੋਂ ਦਾ ਬੋਲਦਾਗਾ। ਮੈਂ ਤਾਂ ਤੇਰੀ ਆਵਾਜ਼ ਨਹੀਂ ਪਛਾਣ ਆਈ ਬਈ। ਹੁਣ ਨਹੀਂ ਆਈ ਆਵਾਜ਼। ਪਾਪੇ ਜਾਤੀ ਸਾਡੇ ਬਣਿਆ ਹੋਇਆ। ਕਿਵੇਂ ਲਾ ਲਿਆ ਫੋਨ? ਉਹ ਪਾਪੇ ਦਾ ਜਾਤੀ ਛਾਤੀ ਬਾਰੇ ਪੁੱਛਦਾ ਮੈਂ ਤਾਂ, ਕਿਵੇਂ ਲਾ ਲਿਆ ਫੋਨ? ਦੱਸ। ਪਾਪੇ ਦਾ। ਉਹ ਸਾਥੋਂ ਤਾਂ ਨਹੀਂ ਆ ਗਿਆ, ਭਲਾ
ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ, ਪਤਾ ਤਾਂ ਹੋਊਗਾ ਵੀ ਜਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ, ਐ ਤਾਂ ਪਤਾ ਵੀ ਡਿਊਟੀ ਕਰੀ ਉਹਨੇ। ਕਿਹਦਾ? ਆਪਣੀ ਜਿੰਦਰ ਦਾ? ਉਹ ਪਾਪੇ ਦਾ ਹੈ? ਉਹ ਹਰੀ ਸਿੰਘ ਦਾ ਪਾਪੇ ਦਾ। ਪਾਪੇ ਦਾ ਜਾਤੀ ਸੱਟ ਬਣਿਆ ਹੋਇਆ? ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ? ਉਹਦਾ ਪੱਖੋਂ ਭੋਗ ਤੇ ਗਿਆ ਤੇ ਬਹੂ ਮਰ ਗਈ ਕੋਈ। ਸਾਨੂੰ ਮੈਂ ਜਾਤੀ ਸਰਟੀਫਿਕੇਟ ਆ, ਤੇਰਾ ਜਾਤੀ ਸਰਟੀਫਿਕੇਟ ਬਣਿਆ ਹੋਇਆ? ਜੇ ਤਾਂ ਪਾਪਾ ਘਰੇ ਹੁੰਦਾ ਫਿਰ ਤਾਂ ਪਤਾ ਲੱਗ ਜਾਂਦਾ, ਇੰਨਾ ਸਾਨੂੰ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ। ਆ ਭੋਲੇ ਦਾ ਬਣਿਆ ਹੋਇਆ ਵਾ। ਤੇਰਾ ਬਣਿਆ ਹੋਇਆ? ਤੇਰਾ ਬਣਿਆ? ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ। ਲੈ ਇਹ ਕਹਿੰਦਾ ਮੈਂ ਤਾਂ ਬਣਾਇਆ ਨਹੀਂ ਜਾਤੀ ਸਰਟੀਫਿਕੇਟ, ਕਿਤੇ ਡੋਲਾਈ ਫਿਰੀ ਜਾਂਦਾ ਹੋਗਾ। ਇਹ ਤਾਂ ਜ਼ਰੂਰੀ ਹੈ ਕਹਿੰਦਾ ਜਾਤੀ ਸਰਟੀਫਿਕੇਟ ਬਣਾਉਣਾ। ਲੈ ਗੱਲ ਕਰ ਲੈ। ਮੈਂ ਤਾਂ ਸਮਝ ਨਹੀਂ ਆਉਂਦੀ ਤੈਨੂੰ। ਹੈਲੋ ਬਲਵੀਰ ਸਿੰਘ? ਹਾਂ ਬਲਵੀਰ ਸਿੰਘ ਆ। ਹਾਂ ਕਿਵੇਂ ਆ? ਠੀਕ ਆ ਤੁਸੀਂ? ਉਹ ਠੀਕ ਆ, ਤੇ ਮੈਨੂੰ ਪਾਪੇ ਦਾ ਜਾਤੀ ਸਰਟੀਫਿਕੇਟ, ਮੇਰੇ ਘਰੇ ਬੰਦੇ ਬੈਠੇ ਨੇ, ਉਹਨਾਂ ਨੂੰ ਗੱਲ ਦੱਸਣੀ ਵਿਚਾਰੇ, ਉਹਨੇ ਮੁੜਨਾਗਾ। ਸਾਥੀ ਮੇਰੇ ਕੋਲ ਪੱਖੋਂ ਖਲਾ ਨੂੰ ਗਏ ਹੋਏ ਨੇ। ਇੰਨੀ ਗੱਲ ਕਰਦੇ ਪੱਖੋਂ ਖਲਾ ਨੂੰ ਗਏ ਹੋਏ ਨੇ, ਬਸ ਜਿੱਦਾਂ ਬਣਿਆ ਤਾਂ ਦੱਸ ਦੋ, ਨਹੀਂ ਬਣਿਆ ਤਾਂ ਦੱਸ ਦੋ। ਪੱਖੋਂ ਖਲਾ ਗਏ ਹੋਏ ਆ, 8 ਨੂੰ ਮਿਲਣਗੇ। ਉਹ ਤੇ ਹੁਣ ਤਾਂ ਪਤਾ ਹੀ ਹੋਊ ਕਿ ਪਾਪੇ ਦਾ ਜਾਤੀ ਸਰਟੀਫਿਕੇਟ ਕਿਸੇ ਪਰਿਵਾਰ ਦਾ ਬਣੇ ਹੋਊ ਕਿ ਬਿਨਾਂ ਜਾਤੀ ਸਰਟੀਫਿਕੇਟ ਹੈ? ਮੈਨੂੰ ਤਾਂ ਪਤਾ ਨਹੀਂ ਪੁੱਤ। ਭੋਲੇ ਨੂੰ ਤਾਂ ਪਤਾ ਹੀ ਹੋਊਗਾ। ਫਿਰ ਦੇ ਭੋਲੇ ਨੂੰ ਪਤਾ ਹੈਗਾ? ਫਿਰ ਪਾ ਲੈਨੇ ਆ, ਹੌਲੀ ਹੌਲੀ ਕਿਸੇ ਤੋਂ ਪਾ ਲੈਨੇ ਆ। ਇਹਨਾਂ ਨੇ ਵਿਚਾਰੇ ਨੇ ਮੋੜਨਾ, ਤੁਸੀਂ ਹੌਲੀ ਹੌਲੀ ਭਾਲਦੇ ਫਿਰੋਗੇ। ਇਹ ਡਿਊਟੀ ਮੈਨ ਬੰਦੇ ਬੈਠੇ ਨੇ, ਉਹਨਾਂ ਨੇ ਵਿਚਾਰੇ ਨੇ ਵਾਪਸ ਰਿਪੋਰਟਾਂ ਦੇਣੀਆਂ, ਤੁਸੀਂ ਭਾਲਦੇ ਫਿਰੋਗੇ। ਜਾਤੀ ਉਹ ਤੱਕ ਵੀ ਭੋਲਾ ਤਾਂ ਹੁਣ ਭੋਲੇ ਨੂੰ ਪਤਾ, ਉਹਦੇ ਆਏ ਤਾਂ ਦੱਸ ਦਾਂਗੇ। ਭੋਲਾ ਹੁਣ ਬੋਲਦਾ ਤਾਂ ਸੀਗਾ। ਹੋਰ ਹੁਣ ਭੋਲਾ ਬੋਲਦਾ ਨਹੀਂ ਸੀਗਾ? ਭੋਲਾ ਹੈ ਨਹੀਂ ਘਰੇ। ਬੋਲਦਾ ਤਾਂ ਸੀਗਾ ਹੁਣ। ਚਲੋ ਗੱਲ ਤਾਂ ਪਹਿਲਾਂ ਭੋਲੇ ਨਹੀਂ ਕਰੀਏ ਮੈਨੂੰ। ਉਹ ਭੋਲਾ ਵੀ ਨਹੀਂ ਹੈਗਾ, ਪੱਕਾ ਭੋਲ ਤੇ ਗਿਆ। ਗੱਲ ਦੇ ਕਿਉਂ ਗੱਲ ਕਰਕੇ ਹਟਿਆ? ਗੱਲ ਉਹ ਮੇਰੇ ਨਾਲ ਕਰਕੇ ਹਟਿਆ, ਉਹ ਭੋਲਾ ਵੀ ਨਹੀਂ ਘਰੇ ਦਾ, ਐਵੇਂ ਝੂਠ ਬੋਲੀ ਜਾਨੇ ਪਾ ਕੇ ਗਾਤਰੇ। ਇਹਨਾਂ ਨੂੰ ਫਾਇਦਾ ਕੀ ਹੈ ਪਾਉਣ ਦਾ? ਹੁਣ ਤਾਂ ਉਹਨੇ ਮੈਨੂੰ ਜੀਜਾ ਜੀ ਕਿਹਾ, ਸਤਿ ਸ੍ਰੀ ਅਕਾਲ। ਤਾਂ ਪਤਾ ਨਹੀਂ ਇਹਦਾ ਕਹਿੰਦਾ ਚਲ ਠੀਕ ਹੈ ਜੀ। ਹਾਂ ਲੈ ਮੈਂ ਜ਼ਰੂਰੀ ਮੈਨੂੰ ਵੀ ਨਹੀਂ ਪਤਾ ਵੀ ਜੇ ਹੁੰਦਾ ਜੇ ਕੋਈ ਕਹਿੰਦਾ ਇੱਥੇ ਡਿਊਟੀ ਮੈਨ ਬੰਦੇ ਬੈਠੇ ਆ, ਤੂੰ ਸਰਟੀਫਿਕੇਟ ਨਹੀਂ ਦੱਸਦਾ। ਭੋਲਾ ਸ਼ਹਿਲ ਆ ਗਿਆ ਵਿੱਚ ਬੈਠਾ। ਭੋਲਾ ਪਹਿਲਾਂ ਬੌਂਦਲ ਗਿਆ ਬਹੁਤ ਲੰਬਾ ਨਾਂ ਦੇਖ ਕੇ ਸੁਣ ਕੇ, ਤੇ ਭੋਲਾ ਕਹਿੰਦੇ ਮੈਂ ਤਾਂ ਹੈ ਨਹੀਂ। ਹੋ ਗਿਆ ਹੁਣ ਯਾਰ ਗੱਲ ਕੀਤੀ ਹੈ, ਹੁਣੇ ਤੂੰ ਕਹਿੰਦਾ ਇੱਥੇ ਡਿਊਟੀ ਮੈਨ ਬੰਦੇ ਬੈਠੇ, ਪ੍ਰਾਹੁਣੇ ਦੀ ਗੱਲ ਨਾ ਸੁਣੇ, ਨਾ ਸਾਲੇ ਹਾਰ ਸੁਣੇ, ਨਾ ਸਾਲਾ ਸੁਣੇ, ਨਾ ਸੱਸ ਸੁਣੇ। ਸੱਸ ਨੇ ਫੇਰ ਬੇਬੇ ਉਈਓ ਪਕਾ ਗਈ। ਉਹ ਕਹਿੰਦੀ ਹੋਰ ਭੋਲਾ ਤਾਂ ਗਿਆ ਭਾਈ। ਬਹੁਤ ਹੋਈ ਬਾਬੇ ਦਾ ਜਾਤੀ ਸਰਟੀਫਿਕੇਟ। ਅਖੀਰ ਚ ਦਲਜੀਤ ਕੱਢੀ ਹੋਈ ਰੈਲੀ ਦੇਖ ਕੇ ਕੱਲ ਨੂੰ ਮੁੜਦਾ ਫੇਰ 12 ਵਜੇ। ਚੜ੍ਹਦੀ ਕਲਾ ਤੇ ਗੁਰੂ ਰੱਖ।